ਕੀ ਸਮਝ ਨਹੀਂ ਸੀ? ਮਤਲਬ ਉਹਨੇ ਨਸ਼ਾ ਲਿੱਤਾ, ਉਹਨੇ ਇੱਕ ਛਲਾਂਗ ਮਾਰੀ ਕਿ ਉਹਦਾ ਮੂਡ ਬਹੁਤ ਵਧੀਆ ਰਹਿਣ ਲੱਗ ਗਿਆ, ਠੀਕ ਹੈ, ਖੁਸ਼ ਰਹਿਣ ਲੱਗ ਗਿਆ। ਫਿਰ ਥੋੜੀ ਦੇਰ ਬਾਅਦ ਉਹਦੀ एनर्जी फिर डाउन हो गई, ठीक है। नशा लिया, फिर वो तेजी से बढ़ने लगा। जब वो नशे की फिर मतलब वो जी डोज खत्म हो जाती है, वो फिर नशा करने लगा। फिर वो जो नशा वो फिर दिमाग में घर ही कर लेता है ना, दिमाग ज़्यादा असर कर लेता, वो दिमाग जरा सुन्न हो जाता। इससे पता। थैंक यू। कोई तुसी यू वुड लाइक टू से एनीथिंग? ओके, होर कोई तुसी कुछ शेयर करना चाहो की तुहानू समझ आई? ਇਹ ਹੈ ਜੀ, ਜਦੋਂ ਪਹਿਲਾਂ ਫਸਟ ਸਟੇਜ 'ਤੇ ਕੋਈ ਵੀ ਮਰੀਜ਼ ਨਸ਼ਾ ਲੈਂਦਾ, ਉਹ ਦਿਮਾਗੀ ਤੌਰ 'ਤੇ ਬਹੁਤ ਵੱਡੀ ਫਲਾਈਟ ਲੈਂਦਾ, ਔਰ ਮਤਲਬ ਐਕਸੈਸ ਖੁਸ਼ੀ ਉਹਨੂੰ ਗੇਨ ਹੁੰਦੀ। ਹੌਲੀ ਹੌਲੀ ਫਿਰ ਉਨੀ ਅਮਾਊਂਟ 'ਤੇ ਉਹਨੂੰ ਡਾਊਨ ਹੋਣ ਲੱਗ ਜਾਂਦਾ, ਅਮਾਊਂਟ ਵਧਣ ਲੱਗ ਜਾਂਦੀ ਹੈ, ਖੁਸ਼ੀ ਘਟਣ ਲੱਗ ਜਾਂਦੀ ਹੈ, ਫਿਰ ਹੈਲਥ ਖਰਾਬ ਖਤਮ। ਸੋ ਅਸੀਂ ਦੇਖਿਆ ਕਿ ਉਹਨੇ ਨਸ਼ਾ ਲਿੱਤਾ ਐਂਡ ਉਹਨੂੰ ਇੱਕ ਹਾਈ ਮੈਂਟਲੀ ਲੈਵਲ 'ਤੇ ਉਹਨੂੰ ਇੱਕ ਬਹੁਤ ਜ਼ਿਆਦਾ ਹਾਈ ਮਿਲਿਆ, ਉਹਦਾ ਮੂਡ ਵਧੀਆ ਰਹਿਣ ਲੱਗ ਗਿਆ। ਐਂਡ ਇਹ ਸਟੇਜ ਦੇ ਵਿੱਚ ਸਾਨੂੰ ਫੈਮਿਲੀ ਨੂੰ ਪਤਾ ਚੱਲਦਾ ਕਿ ਨਹੀਂ? ਮਤਲਬ ਜਿਵੇਂ ਜਿਵੇਂ ਅਸੀਂ ਸਟੇਜਿਸ ਦੇਖੀਏ, ਮੈਂ ਜੇ ਤੁਹਾਨੂੰ ਰਿਲੇਟ ਕਰਾਂ ਕਿ ਤੁਸੀਂ ਉਸ ਵੀਡੀਓ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਕੇ ਦੇਖੋ ਕਿ ਤੁਸੀਂ ਆਪਣੇ ਪੇਸ਼ੈਂਟ ਨੂੰ ਕਿਹੜੀ ਸਟੇਜ 'ਤੇ ਹਰਮਿਟੇਜ ਲੈ ਕੇ ਆਏ ਜਾਂ ਤੁਸੀਂ ਟ੍ਰੀਟਮੈਂਟ ਲੈ ਕੇ ਆਏ? ਕੋਈ ਦੱਸੇਗਾ ਮੈਨੂੰ ਕਿਹੜੀ ਸਟੇਜ ਦੇ ਵਿੱਚ? ਲਾਸਟ ਸਟੇਜ ਤੇ ਲੈ ਕੇ ਆਏ, ਲਾਸਟ ਸਟੇਜ ਦੇ ਵਿੱਚ, ਬਿਕੋਜ਼ ਉਸ ਤੋਂ ਪਹਿਲੇ ਤੇ ਸਾਨੂੰ ਵੀ ਪਤਾ ਨਹੀਂ ਸੀਗਾ। ਜਦੋਂ ਉਹ ਡਿੱਗਦਾ ਢਹਿੰਦਾ ਹੈ, ਠੀਕ ਹੈ, ਉਹਦੇ ਵਿੱਚ ਦਿਖਾਇਆ ਕਿ ਉਹ ਗਿਰ ਰਿਹਾ, ਉਹਨੂੰ ਸੱਟਾਂ ਲੱਗ ਰਹੀਆਂ ਜਾਂ ਉਹਨੂੰ ਉਹ ਸਰੂਰ ਨਸ਼ੇ ਦਾ ਉਹਨੂੰ ਮਜ਼ਾ ਨਹੀਂ ਆ ਰਿਹਾ, ਉਹਦਾ ਉਹ ਨਸ਼ੇ ਵਾਲਾ ਜਿਹੜਾ ਮਜ਼ਾ ਸੀਗਾ ਹੁਣ ਓਵਰ ਪੀਰੀਅਡ ਆਫ ਟਾਈਮ ਉਹ ਨਸ਼ਾ ਤਾਂ ਓਨਾ ਹੀ ਲੈ ਰਿਹਾ, ਸ਼ਾਇਦ ਉਸ ਤੋਂ ਜ਼ਿਆਦਾ ਲੈ ਰਿਹਾ, ਪਰ ਉਹਦੀ ਸਜ਼ਾ ਜ਼ਿਆਦਾ ਹੋ ਗਈ ਹੈ, ਠੀਕ ਹੈ। ਪਹਿਲੇ ਕੀ ਸੀ, ਮਜ਼ੇ ਵਾਲੇ ਫੇਸ 'ਚ ਫੈਮਿਲੀ ਨੂੰ ਵੀ ਸਮਝ ਨਹੀਂ ਆਉਂਦਾ ਕਿਉਂ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਦਿਖਾਇਆ 9 ਵਾਰੀ ਦਿਖਾਇਆ ਉਹਨਾਂ ਨੇ, ਠੀਕ ਹੈ, 9 ਵਾਰੀ। ਔਰ ਅਸੀਂ ਮੈਨੂੰ ਲੱਗਦਾ ਹੈ ਕਿ ਅਸੀਂ ਉਦੋਂ ਹੀ ਲੈ ਕੇ ਆਉਂਦੇ ਹਾਂ ਜਦੋਂ 9ਵੀਂ ਵਾਲੀ ਸਟੇਜ ਆ ਜਾਂਦੀ ਹੈ, 9th ਨੰਬਰ ਵਾਲੀ, ਜਦੋਂ ਸਾਡੇ ਪੇਸ਼ੈਂਟ ਨੂੰ ਕੁਝ ਚੰਗਾ ਨਹੀਂ ਲੱਗ ਰਿਹਾ, ਠੀਕ ਹੈ, ਉਹ ਜਾਂ ਤਾਂ ਆਪਣਾ ਨੁਕਸਾਨ ਕਰ ਰਿਹਾ ਜਾਂ ਕਿਸੇ ਦਾ ਨੁਕਸਾਨ ਕਰ ਰਿਹਾ, ਠੀਕ ਹੈ, ਜਾਂ ਉਹਨੂੰ ਲੱਗਦਾ ਹੈ ਕਿ ਹਾਂ ਹੁਣ ਜ਼ਿੰਦਗੀ ਇੰਨੀ ਰੰਗੀਨ ਨਹੀਂ ਰਹੀ, ਠੀਕ ਹੈ, ਉਹਦੇ ਬਿਹੇਵੀਅਰਸ ਇੰਨੇ ਐਂਟੀ ਸੋਸ਼ਲ ਹੋ ਗਏ ਹੈ ਕਿ ਕਦੀ ਕੋਈ ਪਰਚਾ ਹੋ ਰਿਹਾ, ਕਦੀ ਕੋਈ ਐਕਸੀਡੈਂਟ ਹੋ ਰਿਹਾ, ਕਦੀ ਕੋਈ ਚੋਰੀ ਹੋ ਰਹੀ ਹੈ, ਕਦੀ ਕੋਈ ਹੇਰਾ ਫੇਰੀ ਹੋ ਰਹੀ ਹੈ, ਜਾਂ ਇੱਕਦਮ ਇੱਕ ਮਤਲਬ ਇਹੋ ਜਿਹੇ ਫੇਸ 'ਚ ਹੈਗਾ ਕਿ ਜਿੱਥੇ ਬਿਲਕੁਲ ਕੰਟਰੋਲ ਹੀ ਨਹੀਂ ਰਹਿ ਗਿਆ। ਨਫੇ ਨੁਕਸਾਨ ਦਾ ਉਹਨੂੰ ਪਤਾ ਹੀ ਨਹੀਂ ਰਿਹਾ, ਨਫੇ ਨੁਕਸਾਨ ਦਾ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ। ਜਿਵੇਂ ਬੰਦਾ ਬਾਹਰ ਸਟੈਪ ਚੁੱਕਦਾ ਨਾ, ਜਿਹੜਾ ਪਹਿਲਾਂ ਬੰਦਾ ਕੋਸ਼ਿਸ਼ ਕਰਦਾ ਕਿ ਚਲੋ ਇਹਨੂੰ ਸਮਝਾਈਏ ਜਾਂ ਇੱਦਾਂ ਕਰੀਏ ਜਾਂ ਉੱਦਾਂ ਕਰੀਏ, ਖਿਆਲ ਰੱਖੀਏ, 2-4-6 ਮਹੀਨੇ ਤਾਂ ਇੱਦਾਂ ਲੰਘ ਜਾਂਦੇ, ਸਾਲ ਵੀ ਲੰਘ ਜਾਂਦਾ। ਨਹੀਂ ਪਹਿਲਾਂ ਤਾਂ ਮਰੀਜ਼ ਜਿਹੜਾ ਉਹ ਹੀ ਨਹੀਂ ਨਾ ਮੰਨਦਾ, ਜੇ ਅਸੀਂ ਆਖੀ ਵੀ ਤੈਨੂੰ ਕਿਸੇ ਡਾਕਟਰ ਕੋਲ ਲੈ ਕੇ ਚੱਲਦੇ, ਉਹ ਕਹਿੰਦੇ ਮੈਂ ਕਿਹੜਾ ਨਸ਼ਾ ਕਰਦਾ, ਤੁਹਾਨੂੰ ਇਲਾਜ ਦੀ ਲੋੜ ਹੈ, ਤੁਹਾਨੂੰ ਕੱਢਦੇ ਆ। ਪਹਿਲਾਂ ਤਾਂ ਮਰੀਜ਼ ਇਹੋ ਹੀ ਕਹਿੰਦਾ ਘਰਦਿਆਂ ਨੂੰ। ਜੇ ਅਸੀਂ ਆਖਿਆ ਵੀ ਤੈਨੂੰ ਲੈ ਕੇ ਜਾਂਦੇ ਕਿਤੇ, ਤੇ ਕਹਿੰਦੇ ਨਹੀਂ ਮੈਂ ਤਾਂ ਬਿਲਕੁਲ ਠੀਕ ਹੈ, ਤੁਹਾਡਾ ਇਲਾਜ ਕਰਾਉਣ ਵਾਲਾ ਹੋਇਆ ਵਾ, ਤੁਹਾਡਾ ਇਲਾਜ। ਹਾਂਜੀ। ਤੇ ਫਿਰ ਜਦੋਂ ਇਹਨਾਂ ਨੂੰ ਟੋਟ ਲੱਗਦੀ ਨਾ, ਤੁਹਾਨੂੰ ਮੈਂ ਦੱਸਾਂ, ਉਦੋਂ ਫਿਰ ਜਦੋਂ ਨਸ਼ਾ ਕਰਕੇ ਆਉਂਦੇ ਉਦੋਂ ਤਾਂ ਮੁੱਦੇ ਮੂੰਹ ਪੈ ਜਾਂਦੇ, ਇਹਨਾਂ ਨੂੰ ਕੋਈ ਦੁਨੀਆਦਾਰੀ ਦਾ ਪਤਾ ਹੀ ਨਹੀਂ ਵੀ ਕਿੱਥੇ ਬੈਠੇ ਕਿੱਥੇ ਨਹੀਂ। ਹੁਣ ਮੈਨੂੰ ਫੀਲ ਹੁੰਦਾ ਜਦੋਂ ਇਹਨਾਂ ਨੂੰ ਟੋਟ ਲੱਗਦੀ ਉਦੋਂ ਘਰ 'ਚ ਕਲੇਸ਼ ਪਾਉਣਾ ਕਰਦੇ ਆ, ਉਦੋਂ ਲੜਦੇ ਆ। ਤੇ ਸਾਡੇ ਦਿਮਾਗ 'ਚ ਆਉਂਦਾ ਸੀ ਵੀ ਇਹ ਨਸ਼ਾ ਕਰਕੇ ਲੜਦੇ ਆ। ਜਦੋਂ ਤੋੜ ਲੱਗਦੀ ਹੈ ਤੇ ਕਲੇਸ਼ ਮਚਾਉਂਦੇ ਆ, ਤੁਸੀਂ ਕੀ ਦੇਖਿਆ ਆਪਣੇ ਘਰ ਵਿੱਚ? ਅਸੀਂ ਤਾਂ ਬਹੁਤ ਕੁਝ। ਉਹ ਕਿਹੜੀ ਚੀਜ਼ ਸੀ ਜੋ ਤੁਹਾਨੂੰ ਬਿਲकुल ਕਨਵਿੰਸ करी कि ਇਹਨੂੰ इलाज ਦੀ ਲੋੜ है? मतलब आर पर्पस इज कि वो कौन सा ऐसा आपकी लाइफ में क्रैश मोमेंट था, ठीक है, जब आप लोग बिल्कुल अब मतलब सॉर्टेड हैं, बिल्कुल डिसाइडेड हैं कि हुन मैनू इलाज लई लेके जाना, लेके इस तरह ना तोड़निया, जे चप्पल पाई है नहीं पाई उदी भज जाना, ਚੱਪਲ ਤਾਂ ਨਹੀਂ, ਇਹਦੇ ਇਹੀ ਕਾਸ਼ ਤੁਹਾਨੂੰ ਮੈਂ ਦੱਸਦੀ ਸਟੋਰੀ। ਇਹ ਨਸ਼ਾ ਕਰਕੇ ਉਹਦਾ ਖਾਣਾ ਪੀਣਾ ਇਹਨੇ ਛੱਡ ਦਿੱਤਾ ਸੀ, ਸਾਰੀ ਦਿਹਾੜੀ ਨੇ ਨਸ਼ਾ ਕਰਨ ਭੱਜ ਜਾਣਾ। ਸ਼ਾਮਾਂ ਨੂੰ ਮੇਰੇ ਦੋਸਤ ਆਉਂਦੇ ਆ ਲੇਟ ਉਹ ਕੰਮ ਤੋਂ, ਸ਼ਾਮਾਂ ਨੂੰ ਇਹਨੇ ਚਲ ਜਾਣਾ ਤੇ 9-10 ਵਜੇ ਇਹਨੇ ਆਉਣਾ ਨਸ਼ਾ ਕਰਕੇ। ਇਹਨੂੰ ਕੋਈ ਸੁੱਧ ਬੁੱਧ ਨਹੀਂ, ਆਣ ਕੇ ਸੌਂ ਜਾਣਾ, ਰੋਟੀ ਵੀ ਨਹੀਂ ਖਾਣੀ, ਸਵੇਰੇ ਵੀ ਨਹੀਂ ਉੱਠਣਾ। ਤੇ ਮੈਂ ਰਾਤ ਨੈੱਟ ਚਲਾਉਂਦਾ ਰਿਹਾ ਤਾਂ ਨਹੀਂ ਸੁੱਤਾ ਉੱਠਦਾ। ਤੇ ਮੁੜ ਕੇ ਫਿਰ ਅਸੀਂ ਸੋਚਿਆ ਸੀ ਚਲੋ ਮੈਂ ਤਾਂ ਜਿੰਨੀ ਕਿ ਆਪਣਾ ਦਿਮਾਗ ਕੰਮ ਕੀਤਾ, ਮੈਂ ਆਪਣੇ ਭੈਣ ਭਰਾ ਨੂੰ ਦੋਵਾਂ 'ਚ ਉਹਨੂੰ ਸੱਦਿਆ ਵੀ ਇਹਦੀ ਹਾਲਤ ਵੇਖੋ, ਕਿਤੇ ਨਸ਼ੇ ਤੇ ਨਹੀਂ ਕਰਦਾ।
ਫਿਰ ਅਸੀਂ ਸਾਰਿਆਂ ਸਲਾਹ ਕੀਤੀ ਵੀ ਇਹਨੂੰ ਇੱਥੇ ਲੈ ਕੇ ਆਈਏ। किन्ने चिर तो ये सारी चीज़ां चलदी पई सी? ਇਹ ਜਦੋਂ ਸਾਨੂੰ ਪਤਾ ਲੱਗਾ ਪਹਿਲਾਂ ਤੇ ਬਾਹਰ ਹੀ ਰਿਹਾ ਵਾ, ਸਾਨੂੰ ਤਾਂ 4-5 ਮਹੀਨੇ ਤੋਂ ਹੀ ਪਤਾ ਲੱਗਾ। ਪਹਿਲਾਂ ਤਾਂ ਚਲੋ ਮਾੜਾ ਮੋਟਾ ਕਰਦਾ ਸੀ ਉਦੋਂ, ਤੇ ਜੇ ਇਹਨੂੰ ਆਖਣਾ ਵੀ ਤੂੰ ਸਾਨੂੰ ਤੇਰੇ ਬਰੇਵ 'ਚ ਫਰਕ ਲੱਗਦਾ ਵੀ ਤੂੰ ਸਾਡੇ ਨਾਲ ਇਹੋ ਜਿਹਾ ਵਰਤਾਅ ਕਰਦਾ, ਮੰਨਦਾ ਨਹੀਂ। ਕਹਿੰਦਾ ਮੈਂ ਜਵਾਨ ਧੀ ਪੁੱਤ ਨੂੰ ਕਿਹੋ ਜਿਹੇ ਮਾਪੇ ਜਿਹੜੇ ਆਪਣੇ ਪੁੱਤ ਨੂੰ ਬਦਨਾਮ ਕਰਦੇ ਆ, ਅੱਗੋਂ ਉਲਟਾ ਸਾਨੂੰ ਇਦਾਂ ਦੇ ਸਵਾਲ ਕਰਦਾ ਹੈਗਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ, ਹਾਂਜੀ ਇਹ ਉਹ ਬਿਲਕੁਲ ਅਖੀਰਲੀ ਸਟੇਜ ਹੈ ਨਾ ਜਿਹੜੀ ਵੀਡੀਓ 'ਚ ਦਿਖਾਈ, ਹਾਂਜੀ ਅਖੀਰਲੀ ਸਟੇਜ ਹੈ। ਹੁਣ ਅੱਜ ਇੱਥੇ ਬੈਠ ਕੇ ਕਿਸੇ ਨੂੰ ਇਦਾਂ ਲੱਗ ਰਿਹਾ ਕਿ ਕਾਸ਼ ਸਾਨੂੰ ਪਹਿਲੀ ਸਟੇਜ ਤੇ ਪਤਾ ਹੁੰਦਾ ਤੇ ਅਸੀਂ ਇਲਾਜ ਕਰਾ ਲੈਂਦੇ। ਇਲਾਜ ਕਰਾਉਂਦੇ ਇੰਨਾ ਘਰ ਦਾ ਨੁਕਸਾਨ ਨਾ ਹੁੰਦਾ, ਪੈਸੇ ਦਾ ਨਾ ਹੁੰਦਾ, ਇਹਦੀ ਸਿਹਤ ਦਾ ਨਾ ਹੁੰਦਾ, ਟਾਈਮ ਦਾ ਨਾ ਹੁੰਦਾ, ਟਾਈਮ ਦਾ ਨਾ ਹੁੰਦਾ। ਹੁਣ ਇਹਨਾਂ ਦੀ ਸਿਹਤ ਦਾ ਜ਼ਿਆਦਾ ਇਹਨੂੰ ਨੁਕਸਾਨ ਹੈ, ਦਿਮਾਗ ਦਾ। और कोई मतलब एक एक करके आई वांट कि लाइक एवरीवन कि हमने ट्रीटमेंट का डिसीजन कब लिया था, ठीक है, जैसे इन्होंने बड़ा करेजसली अपनी शेयरिंग की है। सो हम एक एक फैमिली मेम्बर से एक्सपैक्ट करते हैं कि असी क्यों मतलब वो लास्ट ऑप्शन ट्रीटमेंट दी होंदी है, पहले असी सारे अपने ला यतन ला लेंदे आ पूरे अपने हीले वसीले ला के। ਨਹੀਂ ਪਤਾ ਹੀ ਨਹੀਂ ਲੱਗਾ। ਚਲੋ ਮੈਮ ਅਸੀਂ ਇਹ ਪੁੱਛ ਰਹੇ ਹਾਂ ਕਿ ਤੁਹਾਨੂੰ ਕਦੋਂ ਲੱਗਾ ਕਿ ਜਿਵੇਂ ਤੁਸੀਂ ਕਿਹਾ ਕਿ ਮੈਨੂੰ ਹੁਣ ਇਦਾਂ ਲੱਗਾ ਕਿ ਇਹ ਵਤੀਰਾ ਸਾਡੇ ਨਾਲ ਇਹੋ ਜਿਹਾ ਤਾਂ ਕਰ ਰਿਹਾ ਕਿਉਂਕਿ ਇਹਦੇ ਦਿਮਾਗ 'ਚ ਕੋਈ ਨੁਕਸ ਹੈ ਨਾ ਕੁਛ ਤੇ ਗੜਬੜ ਚੱਲ ਰਹੀ ਹੈ। ਸੋ ਅਸੀਂ ਸਭ ਨੂੰ ਪੁੱਛਣਾ ਚਾਹਾਂਗੇ, ਐਵਰੀ ਸਿੰਗਲ ਫੈਮਿਲੀ, ਕਿ ਐਵਰੀ ਮੈਂਬਰ ਆਫ ਦਾ ਫੈਮਿਲੀ, ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਇਹੋ ਜਿਹੀ ਰੈੱਡ ਫਲੈਗ ਲੱਗੇ ਕਿ ਪੇਸ਼ੈਂਟ ਦੇ ਵਿੱਚ, ਕਿ ਤੁਹਾਨੂੰ ਲੱਗਾ ਕਿ ਨਹੀਂ ਵੀ ਹੁਣ ਇਹ ਵੱਸ ਤੋਂ ਬਾਹਰ ਹੈ, ਹੁਣ ਇਹਨੂੰ ਟਰੀਟਮੈਂਟ ਦੀ ਲੋੜ ਹੈਗੀ ਹੈ ਜਾਂ ਪ੍ਰੋਫੈਸ਼ਨਲ ਹੈਲਪ ਦੀ ਲੋੜ ਹੈ, ਹੁਣ ਇਹ ਸਾਡੇ ਵੱਸ 'ਚ, ਹੁਣ ਅਸੀਂ ਆਪ ਇਹਨੂੰ ਠੀਕ ਨਹੀਂ ਕਰ ਸਕਦੇ, ਜਾਂ ਇਹਦੇ ਨਾਲ ਜੋ ਅਸੀਂ ਚੀਜ਼ਾਂ ਕਰਕੇ ਦੇਖੀਆਂ, ਚਾਹੇ ਉਹ ਡਰਾਉਣਾ, ਧਮਕਾਉਣਾ, ਪੈਸੇ ਬੰਦ ਕਰਨਾ, ਡੱਕ ਕੇ ਰੱਖਣਾ, ਇਹ ਸਾਰੀਆਂ ਚੀਜ਼ਾਂ ਅਸੀਂ ਸਾਰੇ ਕਰਦੇ ਹਾਂ, ਹੈ ਨਾ। ਇਹ ਸਾਰੀਆਂ ਚੀਜ਼ਾਂ ਇੱਕ ਟਾਈਮ 'ਤੇ ਆ ਕੇ ਫੇਲ ਹੋ ਗਈਆਂ। ਮਤਲਬ ਉਹ ਕਿਹੜਾ ਟਾਈਮ ਸੀ ਕਿ ਜਦੋਂ ਤੁਸੀਂ ਪਹਿਲੀ ਵਾਰੀ ਹਸਪਤਾਲ ਲਈ ਸੋਚਿਆ? ਕਿਹੜਾ ਉਹ ਮੂਮੈਂਟ ਸੀ? ਕਿਹੜੇ ਉਹ ਪੇਸ਼ੈਂਟ ਦੇ ਬਿਹੇਵੀਅਰ ਸੀਗੇ ਜਾਂ ਕੀ ਚੀਜ਼ਾਂ ਸੀਗੀਆਂ ਜਿਨ੍ਹਾਂ ਨੇ ਤੁਹਾਨੂੰ ਇਹ ਸਟੈਪ ਲੈਣ 'ਤੇ ਤੁਹਾਨੂੰ ਇਨਕਰੇਜ ਕੀਤਾ ਕਿ ਹਾਂ ਵੀ ਅਸੀਂ ਹੈਲਪ ਲਈਏ? ਨਸ਼ੇ ਕਰਦੇ ਨੇ, ਇਹਨਾਂ ਨੂੰ ਕੋਈ ਨਾ ਕੋਈ ਬਹਾਨਾ ਲੱਭਣਾ ਚਾਹੀਦਾ। ਸਾਡੇ ਤਾਂ ਪੈਸਾ ਇਸ ਤਰ੍ਹਾਂ ਬਰਬਾਦ ਹੋਇਆ, ਇਹ ਕਹਿੰਦਾ ਵੀ ਮੈਂ ਵਿਦੇਸ਼ ਜਾਣਾ, ਉੱਥੇ ਫਾਈਲ ਲਾਉਣੀ, ਬਹਾਨੇ ਨਾਲ 5 ਲੱਖ ਆਪਣੇ ਅਕਾਊਂਟ 'ਚ ਜਮ੍ਹਾਂ ਕਰਾਉਣਾ, ਜਾਂ ਹੁਣ 5 ਲੱਖ ਕਿੱਥੇ, ਉਹ ਮੈਂ FD ਕਰਾਈ ਆ, ਦੂਜੀ ਵਾਰ ਕਰਾਉਣਾ ਉਹ 5 ਲੱਖ ਜਿਹੜਾ ਉਹ ਨਸ਼ਿਆਂ 'ਚ ਡਾ ਲੈਣਾ, ਫਿਰ 5 ਲੱਖ ਕਰਾਉਣਾ ਉਹ ਫਿਰ ਨਸ਼ਿਆਂ 'ਚ ਡਾ ਲੈਣਾ। ਸਾਡੇ ਨਾਲ ਤਾਂ ਇਦਾਂ ਦਾ ਵਰਤੀਰਾ ਹੋਇਆ ਨਾ। ਸੋ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਗਲਤ ਬਿਹੇਵ ਕਰਨਾ, ਠੀਕ ਹੈ, ਬਾਹਰ ਨੂੰ ਭੱਜਣਾ, ਤੇ ਇੱਕ ਮਨੀ ਦਾ ਕਾਫੀ ਨੁਕਸਾਨ, ਜਿੰਨਾ ਪੈਸਾ ਅਸੀਂ ਭੇਜ ਰਹੇ ਹਾਂ, ਸੋ ਇਹ ਤੁਹਾਡੇ ਰੈੱਡ ਫਲੈਗ ਸੀਗੇ ਕਿ ਤੁਹਾਨੂੰ ਲੱਗਾ ਕੁਝ ਖਰਾਬ ਸੀਗਾ। ਹਾਂਜੀ, ਆਪ ਬਤਾਈਏ ਪਲੀਜ਼। ਐਕਚੁਅਲੀ ਇਹ ਵੀਡੀਓ ਮੈਨੂੰ ਇੰਝ ਲੱਗ ਰਿਹਾ ਜਿਵੇਂ ਸਾਡੇ ਪੇਸ਼ੈਂਟ ਦੀ ਟਰੂ ਰੈਪਲੀਕੇਸ਼ਨਸ ਹੈਗੀ ਹੈ। ਇਨੀਸ਼ੀਅਲੀ ਉਹਨੇ ਆਪਣੇ ਮਾਈਂਡ ਦੇ ਕੰਟਰੋਲ ਕਰਕੇ ਇੱਕ ਨਾ ਬਚਣ ਦੀ ਕੋਸ਼ਿਸ਼ ਕੀਤੀ, ਸੈਕੰਡ ਟਾਈਮ ਨਹੀਂ ਬਚ ਸਕਿਆ, ਅਤੇ ਜਦੋਂ ਦੁਬਾਰਾ ਸ਼ੁਰੂ ਕਰ ਲਿਆ ਅਤੇ ਉਸ ਤੋਂ ਬਾਅਦ ਤਾਂ ਫਿਰ ਉਹ ਬਸ ਚੱਲਦਾ ਹੀ ਗਿਆ। ਇਹਨੇ ਸਾਡੇ ਪੇਸ਼ੈਂਟ ਨੇ ਬੜਾ 2.5-3 ਸਾਲ 4 ਸਾਲ 18 'ਚ ਗਿਆ ਸੀ, 19 ਤੋਂ ਮਾਰਚ 19 ਜਦੋਂ ਆਪਣਾ ਕਰੋਨਾ ਆਇਆ, ਅਤੇ ਇਹਨੇ ਬੜੀ ਆਪਣੀ ਹਿੰਮਤ ਨਾਲ, ਵਿਲ ਪਾਵਰ ਨਾਲ, ਹੀ ਨੋਜ਼ ਕਿ ਮਾੜੀ ਚੀਜ਼ ਹੈ ਅਤੇ ਨਹੀਂ ਲੈਣੀ, ਅਤੇ ਇਹਨੇ ਕੰਟਰੋਲ ਕੀਤਾ, ਸਾਨੂੰ ਦੱਸਿਆ ਵੀ ਮੈਂ। ਲੇਕਿਨ ਇੱਕ ਮੂਮੈਂਟ ਇਹੋ ਜਿਹਾ ਆਇਆ ਜਦੋਂ ਇਹਨੂੰ ਅਪਰਚੁਨਿਟੀ ਮਿਲ ਗਈ ਇਕੱਲੇ ਰਹਿਣ ਦੀ, ਜਿਹਦੇ ਇਹਦੀ ਵਾਈਫ ਦੇ ਬੇਟਾ ਹੋਇਆ, ਹੀ ਵਾਸ ਬਲੈਸਡ ਵਿਦ ਸਨ, ਉਹ ਮਾਇਕੇ 1-2 ਦਿਨ 4 ਦਿਨ ਚਲੀ ਗਈ ਮਾਂ ਕੋਲ, ਅਤੇ ਘਰ ਇਕੱਲੇ ਦੇ ਵੇਖ ਕੇ ਇਹਨੂੰ ਅਪਰਚੁਨਿਟੀ ਮਿਲੀ ਅਤੇ ਇਹਨੇ ਉਹ ਸ਼ੁਰੂ ਕਰ ਲਿਆ। ਵੰਸ ਹੀ ਸਟਾਰਟਡ, ਜਿਹੜੀ ਸੈਕਿੰਡ ਜਾਂ ਥਰਡ ਮੂਮੈਂਟ 'ਤੇ ਤੁਸੀਂ ਲੀਵ ਦਿਖਾਇਆ, ਉਸ ਤੋਂ ਬਾਅਦ ਫਿਰ ਇਹ ਐਲੀਵੇਸ਼ਨ ਚਲਾ ਗਿਆ। ਇਨੀਸ਼ੀਅਲ ਸਟੇਟ 'ਤੇ ਮੈਡਮ ਇਹ ਇੱਦਾਂ ਹੈ ਕਿ ਲਾਈਫ ਦੇ ਵਿੱਚ ਵੈਸੇ ਵੀ ਅੱਛੇ ਕਦੀ ਮਾੜੇ ਮੂਮੈਂਟ ਆਉਂਦੇ, ਜੇ ਬੱਚਾ ਆਇਆ ਖੁਸ਼ੀ ਹੋਣੀ, ਖੁਸ਼ੀ ਦਾ ਮੌਕਾ, ਅੱਜ ਵੈਸੇ ਖੁਸ਼ ਹੋਣਾ ਹੈ, ਇਹ ਨਹੀਂ ਪਤਾ ਲੱਗਾ ਵੀ ਇਹ ਖੁਸ਼ੀ ਆਪਣੇ ਆਪ ਨੂੰ ਐਲੀਵੇਟ ਕਰ ਆਇਆ ਹੈ, ਅਤੇ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਇਨੀਸ਼ੀਅਲ ਸਟੇਜ 'ਤੇ ਵੀ ਇਹ ਨੋਰਮਲ ਖੁਸ਼ ਹੈ, ਕਿਉਂਕਿ ਨੋਰਮਲ ਮੂਮੈਂਟਸ ਵੀ ਲਾਈਫ 'ਚ ਆਉਂਦੇ ਨੇ, ਅਪ ਡਾਊਨ ਖੁਸ਼ੀ ਗਾਉਂਦੇ, ਠੀਕ ਹੈ। ਇਹ ਜਿਸ ਵੇਲੇ ਪਤਾ ਲੱਗਾ ਵੀ ਇਹ ਤਾਂ ਅਬ ਨੋਰਮਲੀ ਖੁਸ਼ ਹੈ, ਵੀ ਅੱਜ ਤਾਂ ਖੁਸ਼ੀ ਦੀ ਗੱਲ ਹੀ ਕੋਈ ਨਹੀਂ, ਅੱਜ ਤਾਂ ਕੋਈ ਇੱਦਾਂ ਦੀ ਗੱਲ ਹੀ ਨਹੀਂ ਹੈਗੀ। ਜਦੋਂ ਇਹ ਕਰੀ ਜਾ ਰਿਹਾ ਜਾਂ ਇਹ ਚੱਲਿਆ ਤਾਂ ਮੈਂ ਪੁੱਛ ਲਿਆ, आप कौन हो मेरे पूछने वाले? कभी नहीं, ही नेवर आस्क्ड फादर। फिर आप मैं आपको पूछता हूँ आप कहाँ जाते हो, सारा दिन कहाँ रहते हो? ओके, कल से मैं भी पूछा करूँगा आपको कहाँ, फिर जा बड़ा आ जाइए जल्दी, आ जाऊँगा, की करना मैनू, क्यों बुला रहे हो, दसो क्यों सद्या कर वापस, दसो कोई काम है। इट मीनस उदों सानू पता लगा भी ये होना ये वस की गल नहीं है, ये कंट्रोल नहीं होना, सानू ले जाना पैना। फिर वो ਜਦੋਂ ਪੈਸੇ ਪੂਸੇ ਟਰਾਂਸਫਰ ਕਰਨ ਦੇ ਚੱਕਰ 'ਚ ਵਾਈਫ ਦੇ ਫੋਨ ਤੋਂ ਇੱਧਰ ਜਦੋਂ ਉਹਦੇ ਪਿੰਨ ਕੋਡ ਵਗੈਰਾ ਚੇਂਜ ਕੀਤੇ ਤੇ ਫਿਰ
ਇਹਨੇ ਐਜੀਟੇਟ ਕੀਤਾ ਤੇ ਫਿਰ ਸਾਨੂੰ ਇਹ ਜਿਹੜਾ ਸਟੈਪ ਅਲਟੀਮੇਟ ਜਿਹੜਾ ਦੈਟ ਵਾਸ ਦੀ ਅਲਟੀਮੇਟ ਸਟੈਪ। एजुकेट क्या किया खुल के आप बताएंगे? ਐਜੀਟੇਟ ਮਤਲਬ ਕਿਸੇ ਬਾਬੇ ਦੇ ਕੋਲ ਜਾ ਕੇ ਉਹ ਜਿਹੜਾ ਗਾਂਜਾ ਵਗੈਰਾ ਲਾਇਆ ਤੇ ਉਹਨੇ ਕਿਹਾ ਮੇਰੇ ਅਕਾਊਂਟ 'ਚ ਪੈਸੇ ਟ੍ਰਾਂਸਫਰ ਕਰ ਦੇ, ਮੈਂ ਤੈਨੂੰ ਇੰਟਰਸਟ ਦੇ ਦੂੰਗਾ, ਵਿਆਜ ਬੜੀ ਦਊਂਗਾ, ਉਹ ਦਊਂਗਾ। ਇਹਨੇ ਕੁਛ ਤਾਂ ਕਰ ਦਿੱਤੇ, ਕੁਛ ਅਸੀਂ ਸਾਨੂੰ ਪਤਾ ਲੱਗਾ ਮੈਸੇਜ ਆਇਆ, ਇਹਦੀ ਵਾਈਫ ਨੇ ਬਲੌਕ ਕਰ ਦਿੱਤਾ ਇਹਦੀ ਐਪ ਬਲੌਕ ਕਰਤੀ, ਨੈੱਟ ਬੈਂਕਿੰਗ ਫਰੀਜ਼ ਕਰਵਾ ਦਿੱਤੀ। ਉਹਦਾ ਫ਼ੋਨ ਮੰਗਦਾ ਸੀ ਵੀ ਮੈਨੂੰ ਆਪਣੇ ਫ਼ੋਨ ਤੋਂ ਮੈਂ 70,000 ਰੁਪਏ ਟ੍ਰਾਂਸਫਰ ਕਰਨਾ, ਕਿਸੇ ਨੂੰ ਕਮਿਟਮੈਂਟ ਹੈ। ਉਹਨੇ ਨਹੀਂ ਦਿੱਤਾ ਤੇ ਫਿਰ ਉਹਨੇ ਫ਼ੋਨ ਖੋਣਾ ਸ਼ੁਰੂ ਕੀਤਾ ਜਾਨ ਉਹਦੇ ਨਾਲ, ਕਿਉਂਕਿ ਖੋਣ ਵਾਸਤੇ ਮੈਨ ਹੈਂਡਲਿੰਗ ਕਰਨੀ ਪੈ ਗਈ, ਖੋ ਹੋਇਆ। ਦੈਨ ਹੀ ਕਾਲਡ ਮੀ ਵੀ ਪਾਪਾ ਨਾਓ ਇਟ ਇਜ਼ ਬਿਯੋਂਡ ਕੰਟਰੋਲ, ਇਹ ਕੁਛ ਨਾ ਕੁਛ ਟ੍ਰਾਂਸਫਰ ਕਰ ਦੇਗਾ, ਸਾਰੇ ਪੈਸੇ ਆਉਣੇ ਮੁਸ਼ਕਿਲ ਹੋ ਜਾਣਗੇ। ਦੈਟ ਵਾਜ਼ ਦੀ ਸਾਨੂੰ ਇੱਕ ਰੀਜ਼ਨ ਮਿਲ ਗਿਆ। ਪਹਿਲਾਂ ਸਾਨੂੰ ਰੀਜ਼ਨ ਨਹੀਂ ਮਿਲਦਾ ਕਿਉਂਕਿ ਬੜੇ ਆਰਾਮ ਨਾਲ ਆਪਣੇ ਆਪ ਨੂੰ ਇਨੋਸੈਂਟ ਸਾਬਤ ਕਰ ਦਿੰਦਾ ਸੀ, ਪਾਪਾ ਤੁਹਾਨੂੰ ਐਵੇਂ ਸਵੇਰੇ ਸਵੇਰੇ ਤੁਸੀਂ ਵੀ ਐਵੇਂ ਆਪਣੇ ਖੁਸ਼ ਰਿਹਾ ਕਰੋ, ਕੁਛ ਨਾ ਕਰਿਆ ਕਰੋ, ਐਵੇਂ ਤੁਸੀਂ ਮੈਨੂੰ ਸਮਝ ਚੈੱਕ ਕਰਿਆ ਦਿਓ, ਉਹ ਕਰ ਦਿਓ। ਤੋ ਉਹ ਫਿਰ ਉਹ ਰੀਜ਼ਨ ਮਿਲਿਆ ਸਾਨੂੰ ਵੀ ਨਹੀਂ ਹੁਣ ਬੇਟਾ ਹੁਣ ਨਾਓ ਯੂ ਵੈਲ ਗੋ, ਹੁਣ ਅਸੀਂ ਇਸ ਦਾ ਅਥਾਰਟੀ ਨਾਲੇ ਸਾਨੂੰ ਬੈਕ ਹਿਸਟਰੀ ਥੋੜ੍ਹੀ ਪਤਾ ਸੀ, ਮੈਨੂੰ ਪਤਾ। ਇਸ ਕਰਕੇ ਫਿਰ ਸਾਨੂੰ ਉਹਨੂੰ ਅਲਟੀਮੇਟਲੀ ਇੱਥੇ ਲੈਣਾ ਪਿਆ। ਮੈਨੂੰ ਤਾਂ ਪਤਾ ਸੀ ਕਿ ਇਹਦੇ 'ਤੇ ਹਰਮਿਟੇਜ ਤੋਂ ਇਲਾਵਾ ਕੋਈ ਹੋਰ ਸੋਲੂਸ਼ਨ ਹੈ ਹੀ ਨਹੀਂ ਇਹਦੇ ਵਾਸਤੇ। ਜੇ ਅਸੀਂ ਕਹੀਏ ਨਾ ਵੀ ਆਪਣੇ ਆਪ ਇਹਦੀ ਵਿਲ ਪਾਵਰ ਡਿਵੈਲਪ ਹੋ ਜਾਏਗੀ, ਇਨੀਸ਼ੀਅਲ ਸਟੇਜ 'ਤੇ ਤਾਂ ਜਿੰਨਾ ਚਿਰ ਮੇਨਟੇਨ ਕਰ ਲੈ ਬਚ ਜਾਏ। ਵਨਸ ਹੀ ਸਟਾਰਟਸ ਇੱਕ ਨਾ ਸ਼ੁਰੂ ਕਰ ਲਏ ਤੇ ਫਿਰ ਤਾਂ ਉਹ ਕੈਟਾਲਿਟਿਕ ਏਜੰਟ ਦੀ ਤਰ੍ਹਾਂ ਜਿੱਦਾਂ ਉਹ ਬਰੂਦ ਨੂੰ ਅੱਗ ਦਿਖਾਈ ਦੀ ਨਾ, ਫਿਰ ਤਾਂ ਉਹ ਚੇਨ ਰਿਐਕਸ਼ਨ ਬਣ ਗਿਆ ਬੇਟਾ। ਫਿਰ ਤਾਂ बीमारी भी यही है कि मैं एक बार शुरू होता हूँ, मेरे को रुकिया नहीं जाता, तो जे मैं छड्डदा हाँ तो पूरे लंबे समय लिए मैं छड्ड नहीं सकता। तो वंस यू स्टार्ट यू कांट नहीं छड़ सकते, अपने आप छड़ ही नहीं सकते। और आपके केस में भी आपने बोला कि रेड फ्लैग्स क्या थे, उनके बिहेवियरल चेंजेस। बिहेवियर चेंजेस हमें लगता है कि नशे का कारण सिर्फ इंसान ने नशा किया होगा कि कोई टेंशन आ गई, कोई स्ट्रेस आ गई, ब्रेकअप हो गया, कोई लॉस हो गया। आप देखिए कंपैरेटिवली जब खुशी भी घर में आती है तो भी ਰੀਲੈਪਸ ਦਾ ਟ੍ਰਿਗਰ ਬਣ ਸਕਦਾ। ਨਹੀਂ ਖੁਸ਼ੀ ਨਾਲ ਹੀ ਕੀਤਾ ਹੈ ਕਿ ਮੈਂ ਕੁਛ ਕੰਮ ਵੀ ਕਰ ਲਿਆ, ਪੈਸੇ ਵੀ ਕਮਾ ਲਿਆ, ਹੁਣ ਫੈਮਿਲੀ ਵੀ ਕੰਪਲੀਟ ਹੋ ਗਈ, ਹੁਣ ਨਾਓ ਆਮ ਫ੍ਰੀ, ਨਾਓ ਆਈ ਕੈਨ ਇੰਜੋਏ। ਨਾਓ ਆਈ ਕੈਨ ਇੰਜੋਏ। ਦੇਖੇ ਜ਼ਿਆਦਾ ਖੁਸ਼ੀ ਵੀ ਸਾਡੇ ਕੋਲੋਂ ਮਤਲਬ ਪਛਾਈ ਨਹੀਂ ਜਾਂਦੀ। ਮੇਰੇ ਕੋਲ ਆਇਆ, ਮੈਂ ਪਾਪਾ ਹੁਣ ਕੰਮ ਨਹੀਂ ਕਰਨਾ। ਮੈਂ ਕਿਹਾ ਕਿਉਂ ਨਹੀਂ ਕਰਨਾ? ਪਾਪਾ ਬਹੁਤ ਕੰਮ ਕਰ ਲਿਆ। ਮੈਂ ਓਕੇ ਮੇਰੇ ਕੋਲ ਸਫੀਸ਼ੀਐਂਟ। ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਮੈਂ ਉਹਨੂੰ ਉਹ ਨਹੀਂ ਕੀਤਾ, ਉਹਦੇ ਨਾਲ ਬਹਿਸ ਨਹੀਂ ਕੀਤੀ। ਮੈਂ ਕਿਹਾ ਬੇਟਾ ਯੂ ਰਿਲੈਕਸ ਨਾਓ, ਓਕੇ। ਮੈਨੂੰ ਪਤਾ ਸੀ ਇਹ ਬਹੁਤ ਕੰਮ ਕਰ ਰਿਹਾ, ਦਿਨ ਰਾਤ ਕੰਮ ਕਰ ਰਿਹਾ ਔਰ ਇਹਦੇ ਦਿਮਾਗ ਥੱਕ ਗਿਆ ਨਹੀਂ ਨੀਡ। ਮੈਂ ਪਹਿਲਾਂ ਵੀ ਕਹਿੰਦਾ ਹਾਂ ਬੇਟਾ ਰੈਸਟ ਕਰਿਆ ਕਰੋ, 8-10 ਘੰਟੇ ਤੋਂ ਬਾਅਦ ਕੰਮ ਨਾ ਕਰਿਆ ਕਰੋ। ये देखिए जो हम लोग खुश हो जाते हैं कि हाँ बेटा काम कर रहा है मतलब वर्क एल्कोहलिक बनना भी कि सिर्फ उन काम मतलब उन एडिक्शन कितने स्विच हो गई, नशे तो कितने स्विच हो गई काम ते कि हुन ਅਸੀਂ दिन रात काम ही करी जाते पे। ठीक है, मतलब एक्सेस ऑफ एवरीथिंग बैलेंस करना नहीं आया ना, बैलेंस करना काम को भी। अगर आपके केस में देखिए, आपने जैसे बोला एक तो जवाब देने, अकाउंटेबिलिटी, इन्होंने कहा कि जब भी हमने पूछना उसने इरिटेट होना, ठीक है, काम ज़्यादा करना, नींद प्रॉपर ना लेनी। सो ये आप देख रहे हो रेड फ्लैग्स हर किसी के डिफरेंट है। इनके केस में रेड फ्लैग बखरे थे, उनके केस में रेड फ्लैग बखरे थे। ठीक है, कि नींद कम आ रही है, काम ज़्यादा कर रहा है, पूछ रहे हैं तो इरिटेट हो रहा है। सो इनके केस में ये रेड फ्लैग्स थे। अब मैं पीछे जाऊंगी, आप अपने केस में बताइए क्या रेड फ्लैग्स थे। हाँ जी मैम, क्या व्हाट कन्विंस्ड यू कि फाइनली आपको ट्रीटमेंट का कॉल लेना पड़ा? ऐसे क्या सैचुरेशन पॉइंट एक वाइफ का जब फैमिली का आ गया था कि हमें लगा कि नहीं यार अब कुछ तो गड़बड़ है, चीज़ें मतलब साढ़े कंट्रोलों बाहर है? क्या आप चेंजेस देख पा रहे थे? आपको बोल रहे बस है बस मनी इधर उधर हो रही थी सबसे पहले तो, मनी इधर उधर। बिहेवियर चेंजेस थे। बिहेवियरल चेंजेस क्या थे मैम? मतलब टाइम स्पेंड नहीं था, मेरे साथ भी कोई शेयरिंग नहीं थी, फैमिली के साथ भी नहीं था, तो ऐसी चीज़ें थी काफ़ी। अब तो ऐसे लग रहा था कि नहीं अब बस है बस। क्या आपके भी केस में He ऐसा needs था कि treatment. ज़रूरत से ज़्यादा मतलब आप ये खुश रह रहे थे? जैसे इनके केस में भी ये कह रहे थे खुशी थी बट बिना वजह भी खुशी थी। ये बिना वजह की खुशी भी मतलब एक वार्निंग साइन सिम्टम है। तो आपके केस में भी ये आप देख हमारे पा रहे साथ थे? खुशी नहीं होती थी, वो अपने ही मज़े में मतलब खुश होते थे। हाँ, मतलब रेड फ्लैग अगर आपके केस में करूँ, ये बहुत बड़ा रेड फ्लैग था कि घर से बाहर जाके रहना शुरू कर दिया, अपने घर पे अवॉइड करना शुरू कर दिया कि किसी के साथ मैंने क्या आंखें मिलानी है या क्या मेरे को कोई जवाब देगा। ਪਹਿਲਾ ਮੈਡਮ ਮੇਨ ਤਾਂ ਸਾਡੇ ਕੇਸ 'ਚ ਸੀ ਤੇ ਇਹ ਤਾਂ ਜਿੱਦਾਂ ਰੂਟੀਨ ਘਰ ਦੀ ਸੀ ਨਾ,
ਉੱਤੋਂ ਸਵੇਰੇ ਖਾਣਾ ਉਹ ਨਹੀਂ ਖਾਣਾ, ਸ਼ਾਮ ਨੂੰ ਲੇਟ। ਸਾਡੇ ਪਰਿਵਾਰ ਦਾ ਸੀਗਾ ਵੀ ਸ਼ਾਮ ਨੂੰ ਸਾਰੇ ਆਉਣਾ ਹੀ ਆਉਣਾ। ਉਹ ਮੈਂ ਉੱਥੇ ਚਲ ਗਿਆ, ਮੈਂ ਉਹ ਕੰਮ ਹੋ ਗਿਆ, ਮੈਨੂੰ ਉਹ ਸੱਦ ਲਿਆ। मतलब कोई रूटीन नहीं, कोई ਬਿਲਕੁਲ अकाउंटेबिलिटी ਰੂਟੀਨ ਟੁੱਟ ਜਾਂਦੀ ਹੈ ਇਹਨਾਂ ਦੀ, ਕੋਈ ਰਹਿੰਦੀ ਹੀ ਨਹੀਂ ਰੂਟੀਨ ਆਪਣੀ ਇਹਨਾਂ ਦੀ ਰੂਟੀਨ। मतलब सबसे पहले सारे मेरा ख्याल अग्री करेंगे कि जो जब मतलब अगर हम अब पीछे जाके देखें तो वो सबसे पहला साइन था रूटीन सबकी खराब होनी शुरू होती है। मतलब अगर आप देखो अब मार धाड़ ये सारी चीज़ें, पैसा खर्चना या तोड़ फोड़ करना, ये बहुत लेटर स्टेजेस में आया होगा। पर अगर आप अब सोचो, हमें इतना हम देखते नहीं, ध्यान नहीं देते, पर अगर अब हम सोचे कि ये कब से शुरू हुआ था, तो सबसे पहला जो रेड फ्लैग है मेरा ख्याल हर किसी का ये होगा कि जो एक रूटीन चल रही थी उसमें डिस्टर्बेंस आनी शुरू हो गई। सो ये सारिया चीज़ां सीगियां जितने की तानू कन्विंस किया कि हाँ भी नहीं कुछ ਇਹੋ ਜਿਹੀ चीज़ है, ही नीड्स ट्रीटमेंट। हाँ मतलब क्वांटिटी बढ़ गई, रिस्क टेकिंग बिहेवियर्स हो गए, स्विच करना शुरू कर दिया, अल्कोहल से दूसरे भी लाने शुरू कर दिए। बेड वेटिंग, ये दो चीजें जो है ये काफी बेड वेटिंग और स्कूटर चला के हेयर लाइन फ्रैक्चर होने के बाद होने के बाद भी मतलब तुम घर में बैठ के पी रहे हो, उसके बाद तुम पीने के बाद फिर दोबारा स्कूटर चला के जा रहे हो। अगर नॉर्मल आदमी पी रहा है तो आदमी क्या करेगा, एक पर्टिकुलर अमाउंट लेके आ जाएगा। आप एक हाफ ले रहे हो और उसके बाद एक वो ले रहे हो, तो उसके बाद भी वो जो है अपना उसमें से नॉर्मल आदमी तो हेयर लाइन फ्रैक्चर में आराम ही करेगा। और ये रूटीन है, ये रूटीन हर बार का कि मैं जा रहा हूँ। हाँ जी मतलब एक कॉमन पैटर्न ये भी दिख रहा है कि रूटीन खराब हुई, नींद सबसे पहले खराब होनी शुरू हुई, टिका नहीं, ठीक है, टिका नहीं है। चाहे मेरे को फ्रैक्चर है, चाहे मैं वैसे घर पे काम करके आ गया हूँ, मेरे अंदर मतलब वो मतलब इतनी रेस्टलेसनेस है कि इंस्पाइट ऑफ दैट कि कुछ भी है मेजर मतलब प्लास्टर लगा, मैं आ रहा हूँ, मैं जा रहा हूँ, मतलब आप टिक के नहीं देख सकते कि ये बैठ गया हमारे साथ, दो शब्द बात कर पा रहा ਨਾਰਮਲੀ ਵੀ ਇੱਕ ਸੀਟ ਤੇ ਉਹ 5 ਮਿੰਟ ਜਾਂ 5 ਮਿੰਟ ਨਹੀਂ ਬੈਠ ਸਕਦਾ। नहीं बैठ सकते। हाँ जी, रमन के के 3 मिनट बाद उठ गया, ਉੱਥੇ ਜਾ ਕੇ तो फिर ਇਹ ਸੇਮ ਸਿੰਪਟਮਸ ਹੈਗੇ ਆ। बीमारी सेम है ना, सिम्टम्स भी अभी देखना सबके सेम ही ऑलमोस्ट, कम ज़्यादा सिमिलर ही होंगे। हाँ जी सर। ਬਾਕੀ ਸਭ ਤਾਂ ਸੇਮ ਹੀ ਆ ਜੀ। ਅੱਜ ਵੈਸੇ ਰਮਨ ਆਇਆ ਨਹੀਂ ਹੈਗਾ, ਤੇ ਉਹ ਕਹਿੰਦਾ ਮੈਂ जिम करना, ਜਿਮ ਕਰਨ ਲੱਗ ਗਿਆ, ਦਵਾਈ ਬੰਦ ਕਰ ਦਿੱਤੀ ਹੈ, ਕਹਿੰਦਾ ਦਵਾਈ ਲੈਣੀ ਨਹੀਂ, ਮੈਂ ਠੀਕ ਹਾਂ। सो एक ही है, ये सिम्टम है। ਸਾਨੂੰ ਤਾਂ ਸਿੰਪਟਮ ਲੱਗਦਾ। ਤੇ ਹੁਣ ਤੁਸੀਂ ਦੱਸੋ ਕਿ ਤੁਸੀਂ ਦੱਸਣਾ ਵੀ ਤੁਸੀਂ ਕੀ ਕਰ ਸਕਦੇ ਆ, ਅਸੀਂ ਕੀ ਕਰੀਏ ਉਸ ਤੋਂ ਬਾਅਦ। देखो हर एक फेज़ ਦੇ ਆਪਣੇ ਸਿੰਪਟਮਸ ਹੈਗੇ ਆ ਨਾ, ਹੈ ਨਾ। ਹੁਣ ਅਸੀਂ ਇਹ ਬਿਕੋਜ਼ ਅਸੀਂ ਹਰ ਵਾਰੀ ਇਹ ਗੱਲ ਕਹਿੰਦੇ ਆ ਕਿ ਟ੍ਰੀਟਮੈਂਟ ਕਿੰਨੀ ਦੇਰ ਚੱਲਣਾ, ਹਰ ਵਾਰੀ ਅਸੀਂ ਇਹ ਸੈਟਰਡੇ ਮੀਟਿੰਗ 'ਚ ਰਿਵਾਈਜ਼ ਕਰਦੇ ਆ ਇਹ ਚੀਜ਼ ਫੈਮਲੀਜ਼ ਨਾਲ। ਟ੍ਰੀਟਮੈਂਟ ਕਿੰਨੀ ਦੇਰ ਚੱਲਣਾ, ਲਾਈਫ ਟਾਈਮ, ਠੀਕ ਹੈ। ਕਨੈਕਸ਼ਨ ਕਿੰਨੀ ਦੇਰ ਲਈ ਬਣਾ ਕੇ ਰੱਖਣਾ ਪੈਣਾ ਸਾਨੂੰ, ਲਾਈਫ ਟਾਈਮ, ਠੀਕ ਹੈ। ਮੈਡੀਸਿਨਸ ਘੱਟ ਹੋਣਗੀਆਂ, ਵੱਧ ਹੋਣਗੀਆਂ, ਕਿੰਨੀਆਂ ਚੱਲਣਗੀਆਂ, ਇਟ ਆਲ ਡਿਪੈਂਡਸ ਕਿ ਹੁਣ ਜਿਵੇਂ ਇਹਨਾਂ ਦੇ ਕੇਸ 'ਚ ਹੈ ਫੋਲੋਅਪਸ ਵੀ ਹੋਇਆ, ਸਭ ਕੁਝ ਹੋਇਆ, ਬਟ ਹੁਣ ਇੱਕ ਸਿੰਪਟਮ ਕੀ ਆ ਰਿਹਾ ਸਭ ਤੋਂ ਜ਼ਿਆਦਾ ਕਿ ਉਹਨੂੰ ਲੱਗ ਗਿਆ ਮੈਂ ਠੀਕ ਹੋ ਰਿਹਾ, ਹੁਣ ਮੈਨੂੰ ਮੈਡੀਸਨ ਦੀ ਇੰਨੀ ਲੋੜ ਨਹੀਂ ਹੈ। ਸੋ ਦਿਸ ਇਜ਼ ਅ ਰੈੱਡ ਫਲੈਗ। ਸੋ ਹਰ ਇੱਕ ਫੇਜ਼ ਦੇ ਆਪਣੇ ਆਪਣੇ ਰੈੱਡ ਫਲੈਗਸ ਹੈਗੇ, ਠੀਕ ਹੈ। ਅਸੀਂ ਇਸ ਬਾਰੇ ਗੱਲ ਕਰਾਂਗੇ, ਵਿਚਾਰ ਕਰਾਂਗੇ, ਸਾਰੀ ਟੀਮ ਬੈਠ ਕੇ ਅਸੀਂ ਡਿਸਕਸ ਕਰਾਂਗੇ ਮੀਟਿੰਗ ਤੋਂ ਬਾਅਦ, ਠੀਕ ਹੈ, ਕਿ ਅਸੀਂ ਕਿੱਦਾਂ ਤੁਹਾਡੀ ਹੈਲਪ ਕਰ ਸਕਦੇ ਹਾਂ, ਠੀਕ ਹੈ। ਹਾਂਜੀ ਤੁਸੀਂ ਕਿਹਦੇ ਨਾਲ ਹੋ ਮੈਮ? ਸੇਮ ਸਿੰਪਟਮ ਜਾਏ ਸਾਰੇ। आप किनके साथ हो मैम? ਹਰ ਕਮਲ ਹਰ ਕਮਲ, ਓਕੇ। ਸੇਮ ਇਸੇ ਤਰ੍ਹਾਂ ਹੀ ਸੀ, ਰੂਟੀਨ ਟੁੱਟਿਆ, ਸਾਰੀ ਰਾਤ ਜਾਗਣਾ, ਸਵੇਰ ਨਾ ਉੱਠਣਾ, ਘਰ ਦੀ ਰੋਟੀ ਨਾ ਖਾਣੀ, ਬਣੀ ਹੋਈ ਸਬਜ਼ੀ ਰੋਟੀ ਛੱਡ ਕੇ ਬਾਹਰੋਂ ਮੰਗਵਾਉਣੀ, ਹੋਟਲ ਤੋਂ ਮੰਗਵਾਉਣੀ, ਸ਼ੁਰੂਆਤ ਇੱਦਾਂ ਹੋਈ, ਫਿਰ ਉਹ ਵੀ ਨਾ ਖਾਣੀ, ਉਹ ਵੀ ਮੰਗਵਾ ਲਈ, ਉਹ ਵੀ ਪਈ ਹੈ, ਜਿਹੜੀ ਅਸੀਂ ਬਣਾਈ ਹੈ ਉਹ ਵੀ ਪਈ ਆ, ਬਸ ਆਈ ਕੁਛ। बस अपने ਹਾਂ, उस ਵਿੱਚ ਹੁਣ ਤਾਂ ਮੈਂ 2 ਸਾਲ ਤੋਂ ਮੈਂ ਰੀਹੈਬ ਦੇ ਪਤਾ ਨਹੀਂ 10 ਸੈਂਟਰ ਦੇਖ ਚੁੱਕੀ ਸੀਗੀ, ਬਟ ਮੈਂ ਜਾ ਕੇ ਦੇਖਦੀ ਸੀ, ਉਹਨਾਂ ਨੂੰ ਪੁੱਛਦੀ ਸੀ ਕੋਈ ਡਾਕਟਰ ਹੈ ਤੁਹਾਡੇ ਕੋਲ, ਉਹ ਕਹਿੰਦੇ ਸੀ ਨਹੀਂ ਡਾਕਟਰ ਨਹੀਂ ਆ ਸਾਡੇ ਕੋਲ। ਮੈਨੂੰ ਤਾਂ ਬੜੀ ਮੁਸ਼ਕਲ ਨਾਲ ਮਤਲਬ ਕਿ ਤੁਹਾਡਾ ਪਤਾ ਲੱਗਿਆ ਭਾਟੀਆ ਸਾਹਿਬ ਦੇ ਹਸਪਤਾਲ ਦਾ, ਤੇ ਫਿਰ ਅਸੀਂ ਇੱਥੇ ਆਏ। और क्या बिहेवियर आप उनके चेंजेस देख पा रहे थे? लेके आन तो पहले वाले, इमीडिएट पहले वाले जो खाना नहीं खा रहे थे, ठीक है, ਬਹੁਤ ਘਰ ਦਾ ਮਾਹੌਲ ਹੀ ਖਰਾਬ ਹੋ ਗਿਆ की ਸੀ, खराब सी, मतलब ਬਿਲਕੁਲ ਲੜਾਈ ਕਰਨਾ ਸ਼ੁਰੂ ਕਰ ਦਿੱਤੀ लड़ाई करनी शुरू कर ਕਿਉਂਕਿ ਹੁਣ 6 ਮਹੀਨੇ ਤੋਂ ਮੈਂ ਇੱਕ ਸਾਈਕੈਟਰਿਸਟ ਨੂੰ ਮਿਲ ਰਹੀ ਸੀ, ਉਹਨਾਂ ਨੂੰ ਦਿਖਾਇਆ ਸੀ, ਪਿਛਲੇ 1 ਸਾਲ ਤੋਂ ਮੈਂ ਦਵਾਈ ਦਵਾ ਰਹੀ ਸੀ, ਬਟ ਉਹ ਦਾਖਲ ਨਹੀਂ ਕਰ ਸਕਦੇ ਸੀ। ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਸੀਂ ਕੋਈ ਇਹੋ ਜਿਹੀ ਜਗ੍ਹਾ 'ਤੇ ਲੈ ਕੇ ਜਾਓ ਜਿੱਥੇ 2-3 ਮਹੀਨੇ ਇਹਨਾਂ ਨੂੰ ਰੱਖਣ।
ਮੈਨੂੰ ਉਹ ਪੰਜਾਬ 'ਚ ਜਗ੍ਹਾ ਨਹੀਂ ਸੀ ਮਿਲ ਰਹੀ ਵੀ ਕਿੱਥੇ 2-3 ਮਹੀਨੇ ਅਸੀਂ ਕਿੱਥੇ ਰੱਖੀਏ। ਲੱਭਦੇ ਫਿਰ ਜਦੋਂ ਬਹੁਤ ਬੰਦਾ ਕਰਦਾ ਖੋਜ, ਫਿਰ ਪਤਾ ਲੱਗਿਆ ਡਾਕਟਰ ਭਾਟੀਆ ਗੁੱਸੇ ਸਾਹਿਬ ਨਾਲ ਦਾ। ਸ਼ੱਕ ਵਹਿਮ ਵੀ ਆ ਰਿਹਾ ਸੀ ਬਹੁਤ ਜ਼ਿਆਦਾ ਆਪਣੀ ਵਾਈਫ ਤੇ। ਆਪਣੀ ਵਾਈਫ ਤੇ ਸ਼ੱਕ ਆਉਣਾ ਸ਼ੁਰੂ ਹੋ ਹਾਂਜੀ ਗਿਆ ਸੀ। ਹਾਂ ਬਹੁਤ। ਉਹ ਫਿਰ ਉਹ ਇਸੇ ਚੀਜ਼ ਦੀ ਨਿਸ਼ਾਨੀ ਸੀ ਨਾ, ਪਤਾ ਲੱਗ ਰਿਹਾ ਸੀਗਾ। ਹਾਂਜੀ ਮਤਲਬ ਸਾਡੀ ਬਿਮਾਰੀ ਵਿੱਚ ਮਤਲਬ ਜਿਹੜੇ ਮੇਰੇ ਆਪਣੇ ਹੈਗੇ ਮੈਂ ਉਹਨਾਂ ਤੇ ਹੀ ਮੇਰੇ ਹਾਂਜੀ ਸ਼ੱਕ ਆਉਣਾ ਸ਼ੁਰੂ ਹੋ ਬਿਲਕੁਲ ਜਾਂਦਾ। ਬਿਲਕੁਲ। ਗੁੱਸਾ ਤੇ ਚਲੋ ਮਿਸਬਿਹੇਵ ਕਰਨਾ, ਰੂਡ ਹੋਣਾ, ਬਲੰਟ ਹੋਣਾ, ਇਹ ਤੇ ਵੱਖਰੀ ਗੱਲ ਹੈ। ਇੱਕ ਮੈਮ ਇਹ ਜਿਹੜੇ ਮਰੀਜ਼ ਆ ਨਾ ਜੀ, ਹਰ ਟਾਈਮ ਪਰਿਵਾਰ ਨੂੰ ਕਹੋਗੇ ਆਹ ਮੈਨੂੰ ਕਰਕੇ ਦਿਓ, ਆਹ ਮੈਨੂੰ ਕਰਕੇ ਦਿਓ, ਇਹ ਮੈਨੂੰ ਕਰਾਓ ਕੰਮ, ਆਹ ਮੈਨੂੰ ਕਰਾਓ ਕੰਮ। ਉਹਦਾ ਪਿੱਛੇ ਰੀਜ਼ਨ ਹੈ। ਉਹ ਜਦੋਂ ਥੋੜਾ ਬਹੁਤਾ ਸ਼ੁਰੂ ਹੋ ਜਾਊਗਾ, ਫਿਰ ਉਹ ਕੈਸ਼ ਵਿੱਚੋਂ ਆਉਣਾ ਸ਼ੁਰੂ ਹੋ ਜਾਊਗਾ ਤੇ ਆਪਣੀ ਥੋੜੀ ਮਤਲਬ ਉਹਨਾਂ ਨੂੰ ਮਲਟੀਪਲ ਕੰਮ ਦਾ ਨਹੀਂ ਮਤਲਬ ਹੈਗਾ। ਉਹ ਆਪਣੀ ਕੁੰਡੀ ਉਹਨਾਂ ਨੂੰ ਉਡਾਣੀ ਹੈ। ਆਪਣੇ ਹੀ ਮਤਲਬ ਵੀ ਮੇਰੀ ਜੇਬ ਵਿੱਚ ਕਿੱਦਾਂ, ਜੇ ਕੁਝ ਕਰਾਂਗੇ ਤਾਂ ਜੇਬ 'ਚ ਆਊਗਾ। ਹਰ ਟਾਈਮ ਹੀ ਕਹਿਣਾ ਆਹ ਬਦਲ ਦੋ, ਹੁਣ ਮੈਨੂੰ ਆਹ ਕਰ ਦੋ, ਮੈਨੂੰ ਆਹ ਈਜ਼ੀ ਹੈ ਨਾ। ਪਰਿਵਾਰ ਨੂੰ ਗਿਲਟ ਇੰਡਿਊਸ ਕੀਤਾ ਤੇ ਫਿਰ ਫੈਮਿਲੀ ਕਿੱਥੇ ਸ਼ੁਰੂ ਹੋਏਗੀ, ਸ਼ਿਫਟ ਕਰੇਗੀ ਇਨੇਬਲਿੰਗ ਵਿੱਚ। ਠੀਕ ਹੈ, ਆਸਾਨ ਤਰੀਕਾ ਹੈ। ਠੀਕ ਹੈ ਕਿ ਮੈਂ ਤੁਹਾਨੂੰ ਕਿ ਤੁਸੀਂ ਮੈਨੂੰ ਕੰਮ ਨਹੀਂ ਕਰਾਇਆ, ਤੁਹਾਡੇ ਕਾਰਨ ਮੈਂ ਸੈੱਟ ਨਹੀਂ ਹੋਇਆ। ਮਾਮੇ ਦਾ ਮੁੰਡਾ ਦੇਖੋ, ਉਹਨਾਂ ਨੇ 50 ਲੱਖ ਰੁਪਇਆ ਲਾਤਾ, ਤੁਸੀਂ ਨਹੀਂ ਕੀਤਾ। ਹੁਣ ਤੁਹਾਨੂੰ ਗਿਲਟ ਇੰਡਿਊਸ ਆਏਗਾ, ਤੁਸੀਂ ਵੀ ਕੀ ਕਰੋਗੇ? ਨਹੀਂ ਵੀ ਹੋਣਗੇ, ਫੜ ਕੇ ਕਹੋਗੇ ਕਿ ਲੈ ਤੇਰੇ ਕੰਮ ਨੂੰ ਹੁਣ ਅਸੀਂ ਇਨੇਬਲ ਕਰ। ਉਹਦਾ ਮੇਰਾ ਪ੍ਰੋਬਲਮ ਘਰ 'ਚ ਬਣਾ ਕੇ ਰੱਖਣੀ ਵੀ ਮੈਨੂੰ ਦੱਸੋ ਮੈਂ ਕੀ ਕਰਾਂ। ਮੇਰਾ ਵੀਜ਼ਾ ਰਿਜੈਕਟ ਹੋ ਗਿਆ, ਆਹ ਕਰਾ ਦਿਓ, ਹਾਂ ਮੇਰਾ ਵੀਜ਼ਾ ਰਿਜੈਕਟ ਹੋ ਗਿਆ, ਮੈਂ ਕੀ ਕਰਨਾ ਕਰਾਂ? ਆਪ ਆ, ਤੁਸੀਂ ਮੇਰਾ ਲਾਇਸੈਂਸ ਚਲਾ ਗਿਆ। ਸੋ ਅਸੀਂ ਕੀ ਹੈ, ਪਹਿਲਾਂ ਮੈਨੂੰ ਨਾ ਤੰਗੀ ਆਈ ਜਦੋਂ ਮੈਂ ਲੈ ਗਈ ਨਾ ਭਾਟੀਆ ਹਸਪਤਾਲ। ਤੁਹਾਨੂੰ ਮੈਂ ਸੱਚੀ ਗੱਲ ਦੱਸਾਂ, ਮੈਨੂੰ ਨਹੀਂ ਪਤਾ ਕਿ ਤੁਹਾਡੇ ਉੱਧਰ ਦਾ ਸਟਾਫ ਜਿਹੜਾ ਵੀ ਉਹ ਮਰੀਜ਼ ਦਾ ਇੰਨੀ ਹੈਲਪ ਕਰਦੇ ਆ। ਇਹਨੇ ਉੱਥੇ ਉਹਨਾਂ ਨੂੰ ਕਹਿ ਦੇਣਾ ਜਿਹੜੇ ਜੇ ਭਾਟੀਆ ਸਾਹਿਬ ਦੇਖਣ ਗਏ ਨਾ, ਮੈਂ 11 ਦਿਨ ਉੱਥੇ ਰਹੀ ਹਸਪੀਟਲ 'ਚ। ਜਿਹੜੇ ਮੈਂ 11 ਦਿਨ ਕੱਟੇ ਆ ਨਾ, ਮੈਨੂੰ ਤਾਂ ਲੱਗਦਾ ਵੀ ਮੇਰੀ ਸਾਰੀ ਜ਼ਿੰਦਗੀ ਦੇ 11 ਦਿਨ ਮੈਨੂੰ ਔਖੇ ਲੱਗਣਗੇ, ਯਾਦ ਰਹਿਣਗੇ ਸਾਰਿਆਂ ਨਾਲ ਹੀ ਹੋਇਆ। ਨਹੀਂ ਤੁਸੀਂ ਸੁਣੋ, ਮੇਰੀ ਵੀ ਸਟੋਰੀ ਸੁਣ ਲਓ ਨਾ ਪਹਿਲਾਂ। 11 ਦਿਨ ਮੈਂ ਸਾਰੀ ਦਿਹਾੜੀ ਕੁਰਸੀ ਤੇ ਬਾਹਰ ਬੈਠੀ ਰਹਿਣਾ ਜਿੱਥੇ ਮੀਟਿੰਗ ਹੁੰਦੀ ਹੈ। ਜੇ ਇਹਨੇ ਉੱਥੋਂ ਹੱਥ ਇਹਦੇ 'ਤੇ ਪੱਟੀ, ਇੱਕ ਦਿਨ ਉੱਥੇ ਕਪਲ ਸਰ ਨੇ ਡਾਕਟਰ ਮੰਗਾਇਆ, ਉਹ ਪੱਟੀ ਕਰੇ ਅੰਦਰ। 3 ਵਾਰ ਉੱਠ ਕੇ ਆਇਆ ਵੇਖਣ ਵੀ ਮੇਰੀ ਮੰਮਾ ਕਿਸੇ ਨਾਲ ਗੱਲ ਤਾਂ ਨਹੀਂ ਕਰਨ ਡਈ, ਪੱਟੀ ਵਿੱਚੇ ਛੱਡ ਕੇ। ਅੱਛਾ, ਫਿਰ ਕਮੀਜ਼ ਲਾਇਆ, ਮੀਟਿੰਗ ਹੋਣ ਡਈ ਤੇ ਮੈਂ ਮੀਟਿੰਗ 'ਚ ਬੈਠੀ, ਫਿਰ ਕਮੀਜ਼ ਪਾਇਆ ਹੀ ਨਹੀਂ। ਕਮੀਜ਼ ਦੀ ਕੋਈ ਪਰਵਾਹ ਨਹੀਂ ਵੀ ਨਹੀਂ ਪਾਏ, ਟੀ-ਸ਼ਰਟ ਮੈਨੂੰ ਕੋਈ ਆਖ, ਉੱਦਾਂ ਹੀ ਆ ਗਿਆ ਵੇਖਣ। 3 ਵਾਰ ਵੇਖਣਾ। 11 ਦਿਨ ਤੁਸੀਂ ਹਿਸਾਬ ਲਾ ਲਓ ਵੀ ਮੈਂ ਰੋ ਕੱਟੇ। ਸਾਰੀ ਦਿਹਾੜੀ ਮੈਂ ਕੁਰਸੀ 'ਤੇ ਰਹਿਣਾ, ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨ ਦੇਣੀ। ਜੇ ਕਮਰੇ 'ਚ ਜਾਣਾ ਇਹਨੇ ਲੜਨ ਲੱਗ ਪੈਣਾ। ਉੱਥੇ ਕਹਿਣਾ ਵੀ ਮੇਰੇ ਮੰਮੀ ਪਾਪਾ ਦਾ ਦਿਮਾਗ ਖਰਾਬ ਹੋਇਆ ਵਾ। ਸਾਰੇ ਸਟਾਫ ਨੂੰ ਕਿਹਾ ਇਹਨਾਂ ਦਾ ਤੁਸੀਂ ਇਲਾਜ ਕਰੋ। ਕਹਿ ਨਾ ਕਿ ਸ਼ੱਕ ਸ਼ੁਰੂ ਹੋ ਜਾਂਦਾ ਹੈ। ਹੁਣ ਮਾਂ ਨੂੰ ਉੱਥੇ ਸ਼ੱਕ ਹੈ ਕਿ ਇਹ ਹੁਣ ਦੇਖੋ ਕਿ ਇਹ ਪਤਾ ਨਹੀਂ ਮੇਰੇ ਅਗੇਂਸਟ ਕੋਈ ਸਾਜ਼ਿਸ਼ ਤੇ ਨਹੀਂ, ਕੋਈ ਪਲਾਨਿੰਗ ਤੇ ਨਹੀਂ ਕਰਨ ਲੱਗ ਪਏ। ਤੇ ਹੁਣ ਮੈਂ ਬਾਰ-ਬਾਰ ਜਾ ਕੇ ਚੈੱਕ ਕਰਨ ਜਾਵਾਂਗਾ। ਠੀਕ ਹੈ। ਅੱਛਾ, ਫਿਰ ਤੁਸੀਂ ਹਿਸਾਬ ਲਾ ਲਓ ਵੀ 2 ਦਿਨ ਸਟਾਫ ਨੇ ਮੈਨੂੰ ਇਹ ਤੋਂ ਚੋਰੀ ਦੂਜੇ ਰੂਮ 'ਚ ਰਾਤ 2-2 ਵਜੇ ਠਾਲ ਕੇ ਤੇ ਸਵਾਲਦੀਆਂ ਰਹੀਆਂ। ਪਰ ਮੈਨੂੰ ਕਿੱਥੇ ਨੀਂਦ ਆਉਣੀ ਦੂਜੇ ਕਮਰੇ ਦੇ ਵਿੱਚ ਵੀ। ਜਦੋਂ ਬੱਚਾ ਇੱਦਾਂ ਕਰੇ, ਪਰੇਸ਼ਾਨ ਹੋਵੇ, ਤੇ ਮੈਂ ਉੱਥੇ ਜਾਗਦੀ ਰਹਿਣਾ। ਇਹਦੇ ਲਾਗੇ 3 ਸਿਕਿਉਰਿਟੀ ਗਾਰਡ ਰਾਤ ਸੌਂਦੇ ਰਹੇ। ਪਿਛਲੀ ਵਾਰ ਦੇਖਿਆ ਸੀ ਨਾ ਕਿ ਮਤਲਬ ਸਾਡਾ ਚਿੰਬਰੇਨ ਹੁਣ ਨਸ਼ਾ ਕਰਕੇ ਹੁਣ ਇਹ ਤੇ ਚੱਲਦਾ ਨਹੀਂ ਪਿਆ। ਹੁਣ ਸਾਡਾ ਇਹ ਵਾਲਾ ਜਿਹੜਾ ਚਿੰਬਰੇਨ ਹੈਗਾ ਉਹ ਸੁਪਰ ਐਕਟਿਵ ਹੋਇਆ ਤੇ ਪਰ ਸੁਪਰ ਐਕਟਿਵ ਹੁਣ ਉਹ ਵੱਢਣ ਨੂੰ ਪੈਂਦਾ ਪਿਆ। ਤੁਹਾਡਾ ਸਟਾਫ ਜਿਹੜਾ ਮੈਨੂੰ ਉਦੋਂ ਨੌਲੇਜ ਨਹੀਂ ਉਹਨਾਂ ਬਾਰੇ, ਤੇ ਉਹ ਮੈਨੂੰ ਬਹੁਤ ਫੀਲ ਹੋਇਆ ਉੱਥੇ। ਮੈਂ ਕਹਿਣਾ ਵੀ ਮੈਂ ਤਾਂ ਬੇਇੱਜ਼ਤੀ, ਵੇਖੋ ਇੱਥੇ ਆਈ ਇਹਦਾ ਇਲਾਜ ਕਰਾਉਣ। ਮੈਂ ਘਰ ਵੀ ਫੋਨ ਕੀਤਾ, ਮੈਂ ਕਿਹਾ ਵੇਖੋ ਸਰਦਾਰ ਜੀ, ਮੈਂ ਤਾਂ ਪੈਸੇ ਦੇ ਕੇ ਇੱਥੇ ਇਹਨਾਂ ਕੋਲ ਬੇਇੱਜ਼ਤੀ ਕਰਾਉਣ ਡਈ। ਅਸਲ ਤੁਹਾਨੂੰ ਮੈਂ ਗੱਲ ਦੱਸਾਂ, ਉਹਨਾਂ ਮੈਨੂੰ ਗੱਲ ਹੀ ਨਾ ਕੋਈ ਕਰਨ ਦੇਣੀ ਵੀ ਇਹਨੇ ਜੇ ਜਿਹੜੀ ਕੋਈ ਗੱਲ ਕਰ ਦੇਣੀ, ਸਾਰੇ ਸਟਾਫ ਨੇ ਮੇਰੇ ਗਾਲ ਹੀ ਪੈਣਾ ਵੀ ਤੁਸੀਂ ਗਲਤ ਜੇ। ਤੇ ਮੈਂ ਇਹ ਆਂਦੀ ਵੀ ਇਹ ਵੀ ਬਰੇਵ ਜਿਹੜਾ ਨਾ ਉੱਧਰ ਦੇ ਸਟਾਫ ਦਾ ਨਹੀਂ ਇੱਦਾਂ ਕਰਨਾ ਚਾਹੀਦਾ। ਕਿਉਂਕਿ ਗੱਲ ਪਤਾ ਕੀ ਹੁੰਦੀ ਹੈ, ਉਸ ਟਾਈਮ ਸਾਨੂੰ ਅਸੀਂ ਕਿਉਂ ਪੇਸ਼ੈਂਟ ਤੋਂ ਵੱਖਰਾ ਕਰ ਦਿੰਦੇ ਹਾਂ? ਕਿਉਂਕਿ ਫੈਮਿਲੀ ਨੂੰ ਨਹੀਂ ਪਤਾ ਹੁੰਦਾ ਇਹੋ ਜਿਹੀ ਸਿਚੁਏਸ਼ਨ 'ਚ ਪੇਸ਼ੈਂਟ ਨਾਲ ਕਿਵੇਂ ਡੀਲ ਕਰਨਾ। ਕਿਉਂਕਿ ਹੁਣ ਇੱਕ ਪੇਸ਼ੈਂਟ ਜਿਹੜਾ ਪਹਿਲੇ ਹੀ ਸ਼ੱਕ ਕਰ ਰਿਹਾ, ਅਸੀਂ ਕੋਈ ਉਹਦੇ ਨਾਲ ਗੱਲ ਇਹੋ ਜਿਹੀ ਕਰ ਦਾਂਗੇ, ਅਸੀਂ ਪ੍ਰੋਵੋਕਿੰਗ ਤੇ ਇਨੇਬਲਿੰਗ ਤੇ ਸਾਡੇ ਹੱਡਾਂ 'ਚ ਵੜੀ ਹੋਈ ਹੈ ਫੈਮਿਲੀ ਦੇ, ਹੈ ਨਾ। ਅਸੀਂ ਜਾਣੇ ਅਣਜਾਣੇ ਦੇ ਵਿੱਚ ਕੋਈ ਇਹੋ ਜਿਹੀ ਗੱਲ ਕਰ ਦਾਂਗੇ, ਉਹ ਪੇਸ਼ੈਂਟ ਹੋਰ ਹਾਈਪਰ ਹੋ ਜਾਏਗਾ। ਫਿਰ ਸਾਡੇ ਲਈ ਪੇਸ਼ੈਂਟ ਨੂੰ ਸਾਹਮਣਾ, ਅਸੀਂ ਪੇਸ਼ੈਂਟ ਨੂੰ ਸਾਂਭਾਂਗੇ ਕਿ ਅਸੀਂ ਫੈਮਿਲੀ ਨੂੰ? ਐਕਸਟ੍ਰੀਮ ਤੁਸੀਂ ਦੇਖਦੇ ਪਏ ਹੋ। ਇੱਕ ਪਾਸੇ ਲੱਗਦਾ ਕਿ ਮੇਰੇ ਤੋਂ ਵਧੀਆ ਤੇ ਮਤਲਬ ਮੇਰੇ ਤੋਂ ਖੁਸ਼ ਤੇ ਕੋਈ ਹੈਗਾ ਹੀ ਨਹੀਂ ਹੈ। ਬੇਵਜ੍ਹਾ ਅਸੀਂ ਉਡਾਰੀ ਮਾਰਦੇ ਪਏ ਹਾਂ। ਤੇ ਇੱਕ ਪਾਸੇ ਬਿਲਕੁਲ ਹੋਪਲੈਸਨੈਸ ਵਾਲੀ ਸੋਚ ਕਿ ਸਭ ਕੁਝ ਖਤਮ ਹੈ, ਮੈਂ ਜੀ ਨਹੀਂ ਸਕਦਾ, ਕੁਝ ਵੀ ਨਹੀਂ ਬਚਿਆ, ਮੈਂ ਵਿਚਾਰਾ, ਠੀਕ ਹੈ, ਮੈਨੂੰ ਕੁਝ ਹੋ ਜਾਵੇ। ਜੀ ਮੈਡਮ, ਹਾਂਜੀ ਸਰ, ਇਨੀਸ਼ੀਅਲ ਸਟੇਜ ਤੇ ਨਾ ਰਿਸਪੌਂਸਿਬਿਲਟੀ ਨਹੀਂ ਇਹ ਲੈ ਸਕਦੇ। ਅੱਛਾ ਜੀ। ਕੋਈ ਵੀ ਤੁਸੀਂ ਇਹਨਾਂ ਨੂੰ ਰੂਟੀਨ 'ਚ ਕੰਮ ਦਿਓਗੇ, ਰਿਸਪੌਂਸਿਬਿਲਟੀ ਨਾ ਨਹੀਂ ਕਰੋਗੇ, ਰੋਜ਼ ਡੇਲੀ ਕਹੋਗੇ ਤਾਂ ਕਰਨਗੇ। ਉਹ ਜਿਹੜੀ ਮਤਲਬ ਇੱਕ ਪ੍ਰੈਡਿਕਟੇਬਲ ਰੂਟੀਨ ਸਾਡੀ ਹੁੰਦੀ ਹੈ, ਜੈਸੇ ਹਾਂ ਰੂਟੀਨ ਬਣੀ ਵਿਆ ਕਰਨਾ ਹੀ ਆ। ਜਾਂ ਬੱਚੇ ਸਕੂਲ ਛੱਡਣੇ ਆ, ਜਾਂ ਬੱਚਿਆਂ ਨੂੰ ਹੋਮਵਰਕ ਕਰਾਉਣਾ, ਜਾਂ
ਕੁਝ ਵੀ ਬੱਚਿਆਂ ਦਾ ਦੇਖਭਾਲ ਕਰਨੀ ਜਾਂ ਘਰ ਦੀ ਜਿਹੜਾ ਇੱਕ ਨਾਰਮਲ ਦਿਨ ਦੀ ਚਰਿਆ ਹੁੰਦੀ ਹੈ ਮਤਲਬ ਉਹ ਵੀ ਇਹਨਾਂ ਕੋਲੋਂ ਨਹੀਂ ਰਿਸਪੌਂਸਿਬਿਲਟੀ ਲੈਣਗੇ ਹੀ ਨਹੀਂ। ਉਹ ਨਾਰਮਲ ਦੀ ਮਤਲਬ ਡੇਲੀ ਜਿਹੜੇ ਰੂਟੀਨ ਦੇ ਟਾਸਕ ਹੈਗੇ ਉਹ ਵੀ ਨਹੀਂ ਇਹਨਾਂ ਕੋਲੋਂ ਹੋ ਪਾਉਂਦੇ। हाँ जी, अमन के मदर। हाँ जी मैम, व्हाट कन्विंस्ड यू ट्रीटमेंट के लिए यहाँ पे आना, अमन का ट्रीटमेंट शुरू कराना? जब आप हमारे पास आए थे उस टाइम पे क्या आप देख पा रहे थे? हाँ जी बताइए मैम। कोई खास आपका सिम्टम बिहेवियर जो आपने नोटिस किया था उसके लिए, क्योंकि हम बात कर रहे हैं यहाँ पे बिहेवियर्स की कि पहले बिहेवियर आता है तो हमें समझ आता है कि देयर इज नीड ऑफ ट्रीटमेंट। पहले वही रूटीन ही ख़राब होती है मैम जी, सुबह 4-4 दिन घर से गायब रहना। हाँ जी, फिर और मैम बिहेवियर में बहुत फ़र्क आया उसके। कोई ऐसा बिहेवियर जब आप लेके आए थे तो आपको लगा कि नहीं ये बहुत ज़्यादा हो गया, अब तो देयर इज़ 100% नीड, इसको लेके जाना चाहिए हॉस्पिटल में? हाँ जी मैम, वो सारा दिन सोया रहता था। हाँ, और 3-4 दिन घर से गायब रहता था, पता ही नहीं कहाँ जाता था, कहाँ रहता था, कहाँ खाता पीता था, हमें कुछ नहीं पता होता। हम इसको ढूंढते ही रहते थे। कभी है फैमिली से कट गया था, आपके पास नहीं बैठता था? हाँ जी, बहुत ज़्यादा जी। और इसके अलावा फिर मुझे तो इतनी नॉलेज थी नहीं भी, ये साइको वाली जो ये डिजीज़ आपने बताई हैं जो मुझे यहाँ पे आके पता चली हैं, मेरे को नहीं पता था ये सब। और उसमें मतलब अंदर होता था मुझे भी इसका कि कोई प्रॉब्लम है इसके, जैसे माइंड में कुछ चलता है, कुछ इसको कंट्रोल नहीं कर पाता किसी चीज़ को। और ये जो अभी बात हो रही थी कि कुछ ज़िद्दें करनी या खर्चा ज़्यादा करना या अपनी शर्तें रखनी, अपनी शर्तें मनवानी, ऐसा कुछ चल रहा था तब? हाँ जी, ऐसे ही। क्या था एग्जैक्टली, क्या चीज़ें थी? मैम इसके जैसे पैसे घर से गायब होने लगे तो पैसे देते थे, पता नहीं कहाँ भी खर्च करता था, तो फिर इसमें हमने इसको पैसे देने भी बंद किए, इसको गाड़ी चलाना भी हमने बंद करवा दिया, फिर इसको फ़ोन भी ले लिया, मतलब फिर भी ये घर से गायब रहता था ये घर से। तो आपका मतलब पता नहीं कहाँ उसको सेल्फ मैनेजमेंट करनी नहीं आ रही थी बिल्कुल भी। फिर आपने हेल्प मांगी, हेल्प ली। अब आपको कितनी देर हो गई है आप हमारे साथ जुड़े हुए हैं? आप कितनी देर से हमारे साथ जुड़े हुए हैं मैम, जब से ट्रीटमेंट शुरू हुआ है? ये पिछले साल से 12 मार्च को यहाँ पे आए थे। 1 साल से हम जुड़े हुए हैं और हम लगातार फॉलोअप्स में आ रहे हैं। हाँ जी, फॉलोअप से लगातार। ठीक है, थैंक यू मैम, थैंक यू। ਪਹਿਲੀ ਗੱਲ ਤੇ ਇਹ ਇੱਕ ਪ੍ਰਾਇਮਰੀ ਬਿਮਾਰੀ ਹੈ। ਪ੍ਰਾਇਮਰੀ ਬਿਮਾਰੀ ਹੈ ਕਿ ਕਿਤੇ ਨਾ ਕਿਤੇ ਸਾਡੇ ਜੀਨਸ ਵਿੱਚ ਆਈ ਹੋਈ ਹੈ, ਐਂਸੈਸਟਰਲ ਹੈ, ਉੱਪਰੋਂ ਤੁਰਦੀ ਆਂਦੀ ਹੈ। ਤੇ ਇਸ ਵੇਲੇ ਤੁਸੀਂ ਧਿਆਨ ਨਾ ਇਸ ਬਿਮਾਰੀ ਦੇ ਵਿੱਚ ਨਸ਼ੇ ਤੇ ਨਾ ਰੱਖੋ। ਇਸ ਵੇਲੇ ਇਸ ਧਿਆਨ ਰੱਖੋ ਕਿ ਇਹ ਇੱਕ ਬਿਮਾਰੀ ਹੈ ਜਿਹੜੀ ਸਾਡੇ ਅੰਦਰ ਪਲਪ ਲਈ ਹੈ, ਮਤਲਬ ਕੋਈ ਨਾ ਕੋਈ ਇਹਦਾ ਜਿਹੜਾ ਅਸਰ ਹੈ ਉਹ ਸਾਡੇ ਮੂਡ ਦੇ ਨਾਲ ਕੰਮ ਕਰਦਾ ਕਿ ਜੇ ਸਾਡਾ ਮੂਡ ਠੀਕ ਨਹੀਂ ਰਹਿੰਦਾ ਤੇ ਜੇ ਉਹ ਬੱਚੇ ਕੋਈ ਨਸ਼ਾ ਕਰਦੇ ਆ ਤੇ ਉਹਨਾਂ ਵਾਸਤੇ ਇੰਝ ਲੱਗਦਾ ਕਿ ਬਈ ਉਹਨਾਂ ਦਾ ਮੂਡ ਠੀਕ ਹੋ ਗਿਆ, ਥੋੜ੍ਹੀ ਸ਼ਾਂਤੀ ਮਿਲ ਗਈ, ਸਕੂਨ ਮਿਲ ਗਿਆ। ਪਰ ਦੂਸਰਾ ਐਕਸੀਡੈਂਟ ਇਹ ਹੁੰਦਾ ਕਿ ਜਿਹੜੀ ਚੀਜ਼ ਨਾਲ ਸਕੂਨ ਮਿਲਿਆ ਉਹ ਸਾਨੂੰ ਅੱਜ ਦੇ ਦਿਨ 'ਚ ਪਚਦੀ ਨਹੀਂ ਪਈ। ਬਿਮਾਰੀ ਉੱਥੋਂ ਸ਼ੁਰੂ ਹੁੰਦੀ ਹੈ। ਪਹਿਲੀ ਗੱਲ ਤੇ ਅਸੀਂ ਕੋਈ ਚੀਜ਼ ਵਰਤਦੇ ਹਾਂ ਤੇ ਸਾਨੂੰ ਸਕੂਨ ਮਿਲ ਜੇ ਤੇ ਇਹਦਾ ਮਤਲਬ ਉਹ ਤੇ ਕੰਮ ਚੰਗਾ ਹੋ ਗਿਆ। ਪਰ ਇਹ ਹੈ ਕਿ ਵੀ ਅੱਜ ਜਿਹੜੀ ਜਿੰਨੀ ਡੋਜ਼ ਦੇ ਨਾਲ ਸਕੂਨ ਮਿਲਿਆ ਕੱਲ੍ਹ ਨੂੰ ਉਸ ਤੋਂ ਡਬਲ ਡੋਜ਼ ਕਰਨੀ ਪੈਂਦੀ ਹੈ, ਪਰਸੋਂ ਉਸ ਤੋਂ 4 ਗੁਣਾ ਕਰਨੀ ਪੈਂਦੀ ਹੈ। ਤੇ ਇਹ ਜਿਹੜਾ ਸਕੂਨ ਮਿਲਦਾ ਹੈ ਉਹਦੇ ਕਰਕੇ ਬੰਦੇ ਨੂੰ ਆਪਣੇ ਅੰਦਰ ਜਿਹੜੀ ਸ਼ਕਤੀ ਹੁੰਦੀ ਹੈ ਸਕੂਨ ਲੈਣ ਦੀ ਉਹ ਖਤਮ ਹੋ ਜਾਂਦੀ ਹੈ। ਇਹਦਾ ਮਤਲਬ ਜਿਹੜੀ ਆਪਣੇ ਅੰਦਰੋਂ ਖੁਸ਼ੀ ਪੈਦਾ ਕਰਨੀ ਹੁੰਦੀ ਹੈ ਉਹਦੀ ਮਤਲਬ ਮਸਲਸ ਕਮਜ਼ੋਰ ਹੋ ਜਾਂਦੇ ਹੈ। ਫਿਰ ਬੰਦੇ ਨੂੰ ਇਹੀ ਲੱਗਦਾ ਹੈ ਕਿ ਸਿਰਫ ਉਹ ਚੀਜ਼ ਜ਼ਿੰਦਗੀ 'ਚ ਰਹੇਗੀ ਅਤੇ ਮੈਨੂੰ ਖੁਸ਼ੀ ਮਿਲੇਗੀ, ਜੇ ਉਹ ਚੀਜ਼ ਮੇਰੀ ਜ਼ਿੰਦਗੀ 'ਚ ਨਾ ਰਹੀ ਤਾਂ ਬਸ ਮੇਰੀ ਮੌਤ ਹੈ। ਜਿਸ ਬੰਦੇ ਦਾ ਮੂਡ ਖਰਾਬ ਹੁੰਦਾ ਨਾ, ਮੂਡ ਖਰਾਬ ਹੋਣਾ ਅਤੇ ਮੌਤ ਦੇ ਵਿਚਕਾਰ ਕੋਈ ਬਹੁਤਾ ਡਿਫਰੈਂਸ ਨਹੀਂ ਹੁੰਦਾ। ਜਿਸ ਬੰਦੇ ਨੂੰ ਆਪਣਾ ਮੂਡ ਸੰਭਾਲਣਾ ਨਹੀਂ ਨਾ ਆਉਂਦਾ ਉਹਦੀ ਜ਼ਿੰਦਗੀ ਜੀਣ ਦਾ ਚਾਅ ਖਤਮ ਹੋ ਜਾਂਦਾ ਹੈ। ਅਤੇ ਸਾਡੀ ਸਾਰਿਆਂ ਦੇ ਵਿੱਚ ਜੇ ਮੈਂਟਲ ਹੈਲਥ ਦੇਖਣੀ ਹੋਏ ਨਾ ਕਿਸੇ ਬੰਦੇ ਦੀ, ਅਤੇ ਜਿਹੜੇ ਬੰਦੇ ਨੂੰ ਆਪਣੀ ਜ਼ਿੰਦਗੀ ਨਾਲੋਂ ਆਪਣੀ ਮੌਤ ਚੰਗੀ ਲੱਗ ਰਹੀ ਹੈ ਇਹਦਾ ਮਤਲਬ ਉਹਦਾ ਮੈਂਟਲ ਹੈਲਥ ਠੀਕ ਨਹੀਂ ਹੈਗਾ। ਵੱਡੀ ਜੀ ਨਿਸ਼ਾਨੀ ਹੈ, ਭਾਵੇਂ ਉਹ ਕੋਈ ਨਸ਼ਾ ਕਰਦਾ ਜਾਂ ਨਹੀਂ ਕਰਦਾ। ਜਦੋਂ ਬੰਦਾ ਨਸ਼ਾ ਕਰਨਾ ਸ਼ੁਰੂ ਕਰਤਾ ਉਹਨੂੰ ਸਕੂਨ ਮਿਲ ਜਾਂਦਾ 100% ਅਤੇ ਉਹਦੀ ਟੈਨਸ਼ਨ ਜਿਹੜੀ ਹੈ 0 ਹੁੰਦੀ ਹੈ। ਜਿਉਂ-ਜਿਉਂ ਅੱਗੇ ਵੱਧਦਾ ਜਾਂਦਾ ਨਸ਼ਾ ਫਿਰ ਉਸ ਤੋਂ ਬਾਅਦ 50% ਸਕੂਨ ਮਿਲਦਾ, 50% ਟੈਨਸ਼ਨ ਮਿਲਦੀ ਹੈ। ਫਿਰ ਇੱਕ ਟਾਈਮ ਹੁੰਦਾ ਕਿ 0% ਖੁਸ਼ੀ ਮਿਲਦੀ ਹੈ ਅਤੇ 100% ਟੈਨਸ਼ਨ ਮਿਲਦੀ ਹੈ।
ਜਿਹੜੇ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ ਉਹ ਆਪਣੇ ਮਜ਼ੇ ਵਾਸਤੇ ਜਾਂ ਸਕੂਨ ਵਾਸਤੇ ਨਹੀਂ ਕਰ ਰਹੇ, ਉਹ ਸਿਰਫ ਇਸ ਵਾਸਤੇ ਕਰ ਰਹੇ ਕਿ ਉਹਨਾਂ ਮਤਲਬ ਕਿ ਡੰਗ ਟਪਾਉਣ ਵਾਸਤੇ ਕਿ ਉਹ ਟਾਈਮ ਨਿਕਲ ਜੇ। ਉਹਨਾਂ ਦੀਆਂ ਟੈਨਸ਼ਨਾਂ ਇੰਨੀਆਂ ਵੱਧ ਜਾਂਦੀਆਂ ਅਤੇ ਸਕੂਨ ਕਿਸੇ ਕਿਸਮ ਦਾ ਵੀ ਨਹੀਂ ਮਿਲਦਾ। ਸੋ ਆਪਣੇ ਆਪ ਤੋਂ ਤੰਗ ਆ ਜਾਂਦੇ ਆ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਆਸ ਹੁੰਦੀ ਹੈ ਵੀ ਕੋਈ ਨਾ ਕੋਈ ਡੋਜ਼ ਇਹੋ ਜਿਹੀ ਹੋਏਗੀ, ਕੋਈ ਨਾ ਕੋਈ ਨਸ਼ਾ ਇਹੋ ਜਿਹਾ ਹੋਏਗਾ ਜਿਹਦੇ ਨਾਲ ਇਹਨਾਂ ਨੂੰ ਸਕੂਨ ਮਿਲ ਜਾਏਗਾ। ਸੋ ਇਸ ਕਰਕੇ ਉਹ ਕੋਸ਼ਿਸ਼ ਕਰਦੇ ਰਹਿੰਦੇ ਆ। ਹੁਣ ਜਿਹੜੀ ਵੱਡੀ ਗੱਲ ਦੇਖਣ ਵਾਲੀ ਹੈ ਕਿ ਪ੍ਰਾਇਮਰੀ ਬਿਮਾਰੀ ਹੈ। ਪ੍ਰਾਇਮਰੀ ਮਤਲਬ ਇਹ ਅੰਦਰ ਪਈ ਹੈ ਸਾਡੇ, ਜਦੋਂ ਬੱਚਾ ਜੰਮਿਆ ਉਦੋਂ ਦੀ ਹੈਗੀ ਹੈ। ਜਦੋਂ ਬੱਚਾ ਜਿਸ ਦਿਨ ਜੰਮਿਆ ਨਾ, ਇਹ ਬਿਮਾਰੀ ਉਸ ਦੇ ਵਿੱਚ ਪਹਿਲਾਂ ਹੀ ਹੈਗੀ ਹੈ, ਬਲਕਿ ਮਾਂ ਦੀ ਕੋਖ ਦੇ ਵਿੱਚ ਹੀ ਹੈਗੀ ਹੈ ਬਿਮਾਰੀ। ਇਹ ਨਾ ਤੁਸੀਂ ਸੋਚੋ ਕਿ ਇਹ ਮਾੜੀ ਸੰਗਤ ਤੋਂ ਲੱਗ ਗਈ ਜਾਂ ਕਿਸੇ ਚੀਜ਼ ਤੋਂ ਲੱਗ ਗਈ। ਇਸ ਬਿਮਾਰੀ ਦੇ ਨਾਲ ਇਹ ਬੱਚਾ ਜੰਮਿਆ। ਜਿਵੇਂ ਕਿਤੇ ਹੁੰਦੀ ਨਾ ਸ਼ੂਗਰ ਦੀ ਬਿਮਾਰੀ, ਜਦੋਂ ਬੱਚਾ ਜੰਮਦਾ ਹੈ ਤਾਂ ਉਦੋਂ ਹੀ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਸ਼ੂਗਰ ਦੀ ਬਿਮਾਰੀ ਹੈ। ਪਤਾ ਲੱਗੇ ਜਾਂ ਨਾ ਲੱਗੇ, ਭਾਵੇਂ ਸ਼ੂਗਰ ਦੀ ਬਿਮਾਰੀ 10 ਸਾਲ ਦੀ ਉਮਰ 'ਚ ਹੋਏ, 15 ਸਾਲ ਦੀ ਉਮਰ 'ਚ ਹੋਏ, 30 ਸਾਲ ਦੀ ਉਮਰ 'ਚ ਹੋਏ, ਉਹਦੇ ਜੀਨਸ ਅੰਦਰ ਪਏ ਹੋਏ ਆ। ਇਸ ਬਿਮਾਰੀ ਦੇ ਵੀ ਜੀਨਸ ਅੰਦਰ ਪਏ ਹੋਏ ਆ। ਕਰੋਨਿਕ ਹੈ ਕਿ ਇਹਨੇ ਸਾਰੀ ਉਮਰ ਰਹਿਣਾ ਜੇ। ਹੁਣ ਇਹ ਗੱਲ ਸੁਣਨੀ ਬੜੀ ਔਖੀ ਹੈ, ਪਰ ਅਸੀਂ ਸੱਚ ਕਹਿਣਾ ਹੀ ਕਹਿਣਾ ਹੈ ਕਿ ਕਰੋਨਿਕ ਹੈ, ਇਹਨੇ ਸਾਰੀ ਉਮਰ ਰਹਿਣਾ। ਈਵਨ ਬੰਦਾ ਨਸ਼ਾ ਕਰਦਾ ਪਿਆ ਤਾਂ ਵੀ ਰਹਿਣੀ ਹੈ, ਜੇ ਨਸ਼ਾ ਨਹੀਂ ਕਰਦਾ ਪਿਆ ਤਾਂ ਵੀ ਰਹਿਣੀ। ਹੁਣ ਇਹ ਗੱਲ ਨੂੰ ਸਮਝ ਲਓ, ਜੇ ਨਸ਼ਾ ਨਹੀਂ ਕਰਦਾ ਪਿਆ ਤਾਂ ਵੀ ਇਹ ਬਿਮਾਰੀ ਵੱਧਦੀ ਰਹਿਣੀ ਹੈ, ਜੇ ਨਸ਼ਾ ਕਰਦਾ ਪਿਆ ਤਾਂ ਵੀ ਇਹ ਬਿਮਾਰੀ ਵੱਧਦੀ ਰਹਿਣੀ ਹੈ। ਬਿਮਾਰੀ ਇਹ ਵੱਧਦੀ ਰਹਿਣੀ ਹੈ। ਕਰੋਨਿਕ ਹੈ, ਇਹਨੇ ਸਾਰੀ ਉਮਰ ਰਹਿਣਾ। ਜਦੋਂ ਤੱਕ ਸਾਡੀ ਡੈਥ ਨਹੀਂ ਹੁੰਦੀ ਇਹ ਬਿਮਾਰੀ ਅੰਦਰ ਰਹਿਣੀ ਹੈ। ਜੇ ਇਹ ਸੁਣ ਕੇ ਫਿਰ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਕਰਾਓ। ਕਰੋਨਿਕ ਹੈ, ਸਾਰੀ ਉਮਰ ਰਹਿਣੀ ਹੈ, ਜਿੰਨੀ ਉਮਰ ਲਾਈਫ ਹੈ। ਜੇ ਇੱਕ ਬੰਦੇ ਨੂੰ ਸ਼ੂਗਰ ਹੋ ਗਈ ਉਹਨੂੰ ਸਾਰੀ ਉਮਰ ਰਹਿਣੀ ਹੈ, ਜੇ ਕਿਸੇ ਨੂੰ ਥਾਇਰਾਇਡ ਹੋ ਗਈ ਉਹਨੂੰ ਸਾਰੀ ਉਮਰ ਰਹਿਣੀ ਹੈ, ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਉਹਨੂੰ ਸਾਰੀ ਉਮਰ ਰਹਿਣਾ, ਜੇ ਕਿਸੇ ਉਹਦੇ ਹਾਰਟ ਦੀ ਪ੍ਰੋਬਲਮ ਹੈ ਉਹ ਸਾਰੀ ਉਮਰ ਰਹਿਣੀ ਹੈ। ਸਾਰੀ ਉਮਰ ਰਹਿਣ ਦਾ ਮਤਲਬ ਹੈ ਉਹਨੇ ਅੰਦਰ ਅੰਦਰ ਵਧੀ ਜਾਣਾ। ਪ੍ਰੋਗਰੈਸਿਵ ਕਰੋਨਿਕ ਦਾ ਮਤਲਬ ਸਾਰੀ ਉਮਰ ਰਹਿਣੀ ਹੈ, ਪ੍ਰੋਗਰੈਸਿਵ ਮਤਲਬ ਇਹਨੇ ਉਮਰ ਨਾਲ ਵਧੀ ਜਾਣਾ। 30 ਸਾਲ ਦੀ ਉਮਰ 'ਚ ਜਿੰਨੀ ਹੈਗੀ ਆ ਉਸ ਤੋਂ 35 ਸਾਲ ਦੀ ਉਮਰ 'ਚ ਵੱਧ ਜਾਣੀ ਹੈ, 35 'ਚ ਜਿੰਨੀ ਹੈਗੀ ਹੈ 40 'ਚ ਉਸ ਤੋਂ ਵੱਧ ਜਾਣੀ ਹੈ, 40 'ਚ ਜਿੰਨੀ ਹੈਗੀ ਹੈ 45 'ਚ ਉਸ ਤੋਂ ਵੱਧ ਜਾਣੀ ਹੈ, 45 ਜਿੰਨੀ ਹੈਗੀ ਹੈ 50 'ਚ ਉਸ ਤੋਂ ਵੱਧ ਜਾਣੀ ਹੈ। ਬਿਮਾਰੀ ਨੇ ਉੱਪਰ ਆਪਣੇ ਜਾਈ ਜਾਣਾ। ਹੁਣ ਕਰ ਕੀ ਸਕਦੇ ਹਾਂ? ਇਹ 'ਚ ਫਿਰ ਲਾਸਟ ਵਰਡ ਲਿਖਿਆ ਜਿਹੜਾ ਕਿ ਸੁਣਨਾ ਬੜਾ ਔਖਾ ਹੈ ਕਿ ਫੇਟਲ ਇਫ ਅਨਟ੍ਰੀਟਡ। ਇਹਦਾ ਮਤਲਬ ਹੈ ਜਿਵੇਂ ਬਾਕੀ ਬਿਮਾਰੀਆਂ ਵੀ ਡੈਥ ਕਾਜ਼ ਕਰ ਸਕਦੀਆਂ, ਇਸ ਬਿਮਾਰੀ 'ਚ ਵੀ ਡੈਥ ਹੋ ਸਕਦੀ ਹੈ ਜੇ ਇਹਦਾ ਟ੍ਰੀਟਮੈਂਟ ਨਾ ਹੋਏ। ਹੁਣ ਤੁਸੀਂ ਇਹ ਸੋਚ ਲਓ ਕਿ ਇਹ ਸਾਰੀਆਂ ਗੱਲਾਂ 5 ਸੁਣ ਕੇ ਉਸ ਤੋਂ ਬਾਅਦ ਇਲਾਜ ਕਰਾਉਣਾ ਚਾਹੁੰਦੇ ਹੋ ਕਿ ਉਹਨੂੰ ਉਹਦੇ ਹਾਲ 'ਤੇ ਛੱਡ ਦਿਓਗੇ ਵੀ ਖਤਮ ਹੋ ਜਾਏ। ਜੇ ਤੁਸੀਂ ਇਲਾਜ ਨਹੀਂ ਕਰਾਉਣਾ ਚਾਹੁੰਦੇ ਤਾਂ ਵੀ ਤੁਹਾਡੇ ਹੱਥ 'ਚ ਹੈ। ਜੇ ਤੁਸੀਂ ਸੋਚਦੇ ਹੋ ਕਿ ਵੀ ਸਾਡਾ ਜਿਹੜਾ ਬੰਦਾ ਹੈ ਉਹ ਮਤਲਬ ਇਹ ਇਨਵੈਸਟਮੈਂਟ ਠੀਕ ਹੈਗੀ ਹੈ ਤਾਂ ਠੀਕ ਹੈ, ਜੇ ਇਨਵੈਸਟਮੈਂਟ ਨਹੀਂ ਠੀਕ ਹੈਗੀ, ਜੇ ਹਾਲੇ ਵੀ ਤੁਹਾਨੂੰ ਲੱਗਦਾ ਘਾਟੇ ਦਾ ਸੌਦਾ ਤਾਂ ਜ਼ਰੂਰ ਫਿਰ ਨਾ ਕਰੋ। ਇਹਦੇ 'ਚ ਤੁਹਾਨੂੰ ਆਪਣੇ 'ਤੇ ਕੰਮ ਕਰਨਾ ਪੈਣਾ ਬਸ, ਹੋਰ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਇੱਥੇ ਠੀਕ ਨਾ ਹੋ ਸਕੋ। ਜਿੰਨੇ ਵੀ ਪੇਸ਼ੈਂਟਸ ਦੇ ਵਿੱਚ ਇਸ ਬਿਮਾਰੀ ਕਰਕੇ ਲਾਸਟ ਕਾਜ਼ ਆਉਂਦਾ ਹੈ ਨਾ, ਉਹ ਇਸ ਕਰਕੇ ਆਉਂਦਾ ਹੈ ਕਿ ਫੇਟਲ ਇਫ ਅਨਟ੍ਰੀਟਡ, ਵੀ ਇਹਦੇ ਵਿੱਚ ਜਾਨਲੇਵਾ ਹੈ ਜੇ ਇਹਦਾ ਇਲਾਜ ਨਹੀਂ ਕਰਾਵਾਂਗੇ। ਹੁਣ ਮੈਨੂੰ ਦੱਸੋ ਇਹ 'ਚ ਆਪਸ਼ਨ ਕੀ ਹੈ ਸਾਡੇ 'ਤੇ? ਹੁਣ ਇਸ ਆਪਸ਼ਨ ਨੂੰ ਜਦੋਂ ਸੁਣਦੇ ਹੋ ਨਾ ਤੁਸੀਂ, ਪ੍ਰਾਇਮਰੀ, ਕਰੋਨਿਕ, ਪ੍ਰੋਗਰੈਸਿਵ, ਫੇਟਲ ਇਫ ਅਨਟ੍ਰੀਟਡ, ਇਸ ਤੋਂ ਬਾਅਦ ਸਾਡੇ ਬੱਚਿਆਂ ਨੇ ਕੁਛ ਨਹੀਂ ਕਰਨਾ। ਹੁਣ ਇਹ ਤੁਸੀਂ ਦੇਖੋ ਕਿ ਤੁਸੀਂ ਕਦੋਂ ਸਾਥ ਛੱਡਣਾ ਅਤੇ ਕਦੋਂ ਸਾਥ ਦੇਣਾ। ਜੇ ਤਾਂ ਸਾਥ ਦੇਣਾ ਤਾਂ ਫਿਰ ਜਿੰਨੀ ਦੇਰ ਤੁਹਾਡੀ ਜ਼ਿੰਦਗੀ ਹੈ ਉਨੀ ਦੇਰ ਸਾਥ ਦਿਓ। ਜੇ ਨਹੀਂ ਸਾਥ ਦੇਣਾ ਫਿਰ ਅੱਜ ਛੱਡੋ, ਕੱਲ੍ਹ ਛੱਡੋ। ਹੁਣ ਜੇ ਤੁਹਾਨੂੰ ਇਹ ਚੀਜ਼ ਭਾਰੂ ਲੱਗ ਰਹੀ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਐਡੀ ਵੀ ਨਹੀਂ ਮੇਰੀ ਜ਼ਿੰਦਗੀ ਕਿ ਮੈਂ ਸਾਰੀ ਉਮਰ ਇੱਥੇ ਲਾ ਦਿਆਂ, ਫਿਰ ਤੁਸੀਂ ਹੁਣੇ ਹੀ ਟ੍ਰੀਟਮੈਂਟ ਬੰਦ ਕਰ ਸਕਦੇ ਹੋ, ਹੁਣੇ ਹੀ ਇੱਥੇ ਪੈਸੇ ਖਰਚਣੇ ਬੰਦ ਕਰ ਸਕਦੇ ਹੋ ਕਿ ਫਿਰ ਤੁਹਾਡੀ ਟ੍ਰੀਟਮੈਂਟ ਜਿਹੜਾ ਉਹ ਜੇ ਜਾਨ ਕਿਸੇ ਦੀ ਜਾਣੀ ਹੈ ਇੱਕ ਗੱਲ। ਦੂਜੀ ਗੱਲ ਹੈ ਕਿ ਪ੍ਰੀ ਮੈਚੋਰ ਜਾਣੀ ਹੈ, ਉਮਰ ਘਟਦੀ ਜਾਣੀ ਹੈ। ਜਿਉਂ ਇਹਦੀ ਉਮਰ ਵਧਣੀ ਹੈ ਨਾ, ਉੱਧਰੋਂ ਬਿਮਾਰੀ ਤਕੜੀ ਹੋਈ ਜਾਣੀ, ਉੱਪਰੋਂ ਉਮਰ ਘਟੀ ਜਾਣੀ ਹੈ। ਸੋ ਐਡਿਕਸ਼ਨ ਦੇ ਵਿੱਚ ਕੋਈ ਖਾਸ ਉਮਰ 30-35 ਸਾਲ ਤੋਂ ਵੱਧ ਐਵਰੇਜ ਏਜ ਨਹੀਂ ਹੁੰਦੀ। ਕੋਈ 10 ਸਾਲ ਦਾ ਚੱਲ ਜਾਂਦਾ, ਕੋਈ 15 ਸਾਲ ਦਾ, ਕੋਈ 50 ਸਾਲ ਦਾ। ਸੋ ਐਵਰੇਜ ਏਜ ਬਹੁਤ ਜ਼ਿਆਦਾ ਨਹੀਂ ਹੁੰਦੀ। ਜਿਵੇਂ ਬਾਕੀ ਬਿਮਾਰੀਆਂ 'ਚ ਏਜ ਘੱਟ ਜਾਂਦੀ ਹੈ,
ਇਸ ਤਰ੍ਹਾਂ ਹੀ ਇਸ ਦੇ ਵਿੱਚ ਵੀ ਏਜ ਘਟ ਜਾਂਦੀ ਹੈ। ਹੁਣ ਇਸ ਤੋਂ ਬਾਅਦ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਵੀ ਤੁਸੀਂ ਇਸ ਬਿਮਾਰੀ ਦਾ ਪਹਿਲੀ ਗੱਲ ਜਿਹੜੀ ਸਟੇਜ ਰਹਿੰਦੀ ਹੈ ਨਾ ਕਿ ਇਹ ਬਿਮਾਰੀ ਨਜ਼ਰ ਨਹੀਂ ਆਉਂਦੀ। ਜਦੋਂ ਤੱਕ ਇਹ ਬਿਮਾਰੀ ਨਜ਼ਰ ਆਉਂਦੀ ਹੈ ਉਦੋਂ ਤੱਕ ਇਹ ਬਿਮਾਰੀ ਦੀ ਉਮਰ 10 ਸਾਲ ਪੁਰਾਣੀ ਹੋ ਚੁੱਕੀ ਹੁੰਦੀ ਹੈ। ਕਿਸੇ ਵੀ ਪੇਸ਼ੈਂਟ ਨੂੰ, ਕਿਸੇ ਵੀ ਘਰ ਦੇ ਨੂੰ ਇਸ ਬਿਮਾਰੀ ਦੀ ਜਦੋਂ ਤੱਕ ਪਤਾ ਲੱਗਦਾ ਹੈ ਕਿ ਇਹ ਬਿਮਾਰੀ ਕਿੰਨੀ ਪੁਰਾਣੀ ਹੋਏਗੀ, ਤੁਸੀਂ ਮੇਰੇ ਕੋਲ ਪੁੱਛੋਗੇ ਨਾ ਕਿ ਕਿੰਨੀ ਪੁਰਾਣੀ ਹੋਏਗੀ, ਜਦੋਂ ਤੁਸੀਂ ਮੇਰੇ ਕੋਲ ਪਹਿਲੀ ਵਾਰੀ ਆਏ ਨਾ ਐਵਰੇਜ ਲਾ ਲਓ ਕਿ ਉਸ ਤੋਂ 10 ਸਾਲ ਪੁਰਾਣੀ ਹੋਏਗੀ। ਕੋਈ 15 ਸਾਲ ਹੋਏਗਾ, ਕੋਈ 5 ਸਾਲ ਹੋਏਗਾ, ਕੋਈ 7 ਸਾਲ ਹੋਏਗਾ, ਕੋਈ 12 ਸਾਲ ਹੋਏਗਾ। ਐਵਰੇਜ ਲਾ ਲਓ ਕਿ 10 ਸਾਲ ਤੋਂ ਪਹਿਲਾਂ ਕੋਈ ਪੇਸ਼ੈਂਟ ਹੌਸਪੀਟਲ ਤੱਕ ਨਹੀਂ ਪਹੁੰਚਦਾ। ਇਹਦਾ ਮਤਲਬ ਤੁਸੀਂ ਉਸ ਚੀਜ਼ ਦੀ ਰਿਪੇਅਰ ਕਰਾ ਰਹੇ ਹੋ, ਉਸ ਚੀਜ਼ ਦਾ ਇਲਾਜ ਕਰਾ ਰਹੇ ਹੋ ਜਿਹੜੀ 10 ਸਾਲ ਤੋਂ ਚੱਲ ਰਹੀ ਹੈ। ਠੀਕ ਹੈ, ਆਪਾਂ ਪਹਿਲਾਂ ਹੀ ਪਿਛੜੇ ਹੋਏ ਹਾਂ। ਬਿਮਾਰੀ 10 ਸਾਲ ਅੱਗੇ ਲੰਘ ਗਈ ਹੈ, ਹਾਲੇ ਇਲਾਜ ਸ਼ੁਰੂਆਤ ਹੀ ਨਹੀਂ ਹੋਈ। ਹੁਣ ਤੁਸੀਂ ਇਸ ਤੋਂ ਅਗਲੀ ਗੱਲ 'ਤੇ ਆ ਜਾਓ ਕਿ 10 ਸਾਲ ਪੁਰਾਣੀ ਬਿਮਾਰੀ ਹੈ, ਸਾਡੇ ਉਸ ਬੱਚੇ ਨੂੰ ਹੈ ਜਿਹਨੂੰ ਅਸੀਂ ਸਭ ਤੋਂ ਜ਼ਿਆਦਾ ਜ਼ਿੰਦਗੀ 'ਚ ਪਿਆਰ ਕਰਦੇ ਹਾਂ, ਅਤੇ ਕੋਈ ਬਹੁਤ ਵਧੀਆ ਡਾਕਟਰ ਸਾਹਿਬ ਨੇ ਗੱਲਾਂ ਨਹੀਂ ਇਹਦੇ ਬਾਰੇ ਦੱਸੀਆਂ। ਕੋਈ ਇਹ ਨਹੀਂ ਹੈ ਕਿ ਵੀ ਇਹ ਫਰਿਸ਼ਤਾ ਬਣ ਜਾਏਗਾ, ਇਹ ਮਹਾਨ ਇਨਸਾਨ ਬਣ ਜਾਏਗਾ, ਇਹ ਕੋਈ ਦੁਨੀਆ ਦਾ ਇਹ 'ਤੇ ਇਨਵੈਸਟ ਕਰਾਂਗੇ ਅਤੇ ਇਹ ਕੱਲ੍ਹ ਨੂੰ ਸਾਡਾ ਨਾਂ ਰੋਸ਼ਨ ਕਰੇਗਾ। ਇਹੋ ਜਿਹਾ ਕੁਛ ਨਹੀਂ ਕਰ ਸਕਦਾ ਸਾਡਾ ਪੇਸ਼ੈਂਟ। ਸਾਡਾ ਪੇਸ਼ੈਂਟ ਸਿਰਫ ਇਹ ਹੈ ਕਿ ਜੇ ਤੁਸੀਂ ਦਿਲ ਲਾ ਕੇ ਸਾਰੀ ਉਮਰ ਵਾਸਤੇ ਇੱਕ ਡੈਡੀਕੇਟ ਕਰੋਗੇ ਕਿ ਜਿੰਨੀ ਦੇਰ ਮੈਂ ਜੀਣਾ ਉਨੀ ਦੇਰ ਮੈਂ ਇਲਾਜ ਨਹੀਂ ਖੁੱਝਣ ਦੇਣਾ, ਬਸ ਜੇ ਇੰਨਾ ਕਰੋਗੇ ਤਾਂ ਆਸ ਕਰ ਸਕਦੇ ਹਾਂ ਕਿ ਤੁਹਾਡੇ ਹੁੰਦਿਆਂ ਬੱਚੇ ਨੂੰ ਇਹ ਗੱਲ ਆਪਣੇ ਅੰਦਰ ਅਹਿਸਾਸ ਹੋ ਜਾਏ ਕਿ ਮੇਰੇ ਅੰਦਰ ਇੱਕ ਬਿਮਾਰੀ ਹੈ ਜਿਹਦਾ ਕਿ ਮੈਂ ਸਾਰੀ ਉਮਰ ਵਾਸਤੇ ਕੇਅਰ ਕਰਨੀ ਹੈ, ਅਤੇ ਇਹ ਅੱਗੋਂ ਮੇਰੇ ਬੱਚਿਆਂ 'ਚ ਵੀ ਆਉਣੀ ਹੈ, ਅਤੇ ਜੇ ਮੈਂ ਅੱਜ ਇਸ ਦੀ ਕੇਅਰ ਨਹੀਂ ਕਰੂੰਗਾ ਤਾਂ ਮੇਰੀ ਆਉਣ ਵਾਲੀ ਜਨਰੇਸ਼ਨ ਵੀ ਖਤਮ ਹੋ ਜਾਏਗੀ। ਜੇ ਤੁਸੀਂ ਇਹ ਸੋਚ ਕੇ ਕਰਦੇ ਹੋ, ਡਾਕਟਰ ਸਾਹਿਬ ਆ ਜਾਓ, ਅੱਗੇ ਆ ਜਾਓ, ਸੀਟਾਂ ਹੈਗੀਆਂ 2 ਖਾਲੀ ਹੈਗੀਆਂ, 2 ਸੀਟਾਂ ਖਾਲੀ ਹੈਗੀਆਂ। ਜੇ ਤੁਸੀਂ ਇਹ ਸੋਚ ਕੇ ਇਲਾਜ ਕਰਾ ਰਹੇ ਹੋ, ਹੁਣ ਤੁਸੀਂ ਦੇਖੋ ਜਿਹੜਾ ਵੀ ਤੁਸੀਂ ਬਿਜ਼ਨਸ ਕਰ ਰਹੇ ਹੋ ਉਹ ਤੁਸੀਂ ਘਾਟੇ ਦਾ ਕਰ ਰਹੇ ਹੋ ਕਿ ਵਾਧੇ ਦਾ ਕਰ ਰਹੇ ਹੋ, ਤੁਸੀਂ ਪਹਿਲਾਂ ਸੋਚ ਲਓ। ਮੈਂ ਤਾਂ ਸਾਰੀ ਦੀ ਸਾਰੀ ਤੁਹਾਡੇ 'ਤੇ ਗੱਲ ਸੁੱਟੀ ਹੈ, ਚੋਇਸ ਤੁਹਾਡੀ ਹੈ, ਇਨਵੈਸਟਮੈਂਟ ਤੁਹਾਡੀ ਹੈ। ਜੇ ਤੁਹਾਡੇ ਕੋਲ ਲੱਗਦਾ ਹੈ ਕਿ ਵੀ ਟਾਈਮ ਹੈਗਾ, ਅਤੇ ਦੁਨੀਆ 'ਚ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਅਮੀਰ ਇਨਸਾਨ ਉਹੀ ਹੁੰਦਾ ਕਿ ਜਿਹਨੂੰ ਟਾਈਮ ਦੀ ਕਦਰ ਆ ਜਾਏ। ਉਹ ਨਹੀਂ ਹੁੰਦਾ ਅਮੀਰ ਜਿਹਦੇ ਕੋਲ ਪੈਸਾ ਜ਼ਿਆਦਾ ਹੋਏ, ਜਿਹਦੀ ਸ਼ੋਹਰਤ ਜ਼ਿਆਦਾ ਹੋਏ। ਜਿਸ ਬੰਦੇ ਕੋਲ ਟਾਈਮ ਦੀ ਵੈਲਿਊ ਹੈਗੀ ਹੈ ਨਾ, ਜਿਹੜਾ ਇਨਸਾਨ ਟਾਈਮ ਦੀ ਵੈਲਿਊ ਕਰਦਾ ਨਾ, ਉਹ ਸਭ ਤੋਂ ਅਮੀਰ ਹੈ। ਅਤੇ ਜਿਹੜਾ ਬੰਦੇ ਨੂੰ ਟਾਈਮ ਦੀ ਕੋਈ ਕੰਸਨਟ੍ਰੇਸ਼ਨ ਨਹੀਂ ਨਾ ਹੈਗੀ ਵੀ ਕੋਈ ਨਹੀਂ ਕਰਾ ਲਾਂਗੇ ਅਗਲੀ ਵਾਰੀ ਸਹੀ, ਇਹਦਾ ਮਤਲਬ ਹੈ ਕਿ ਉਹ ਬੰਦਾ ਵੀ ਬਿਮਾਰ ਹੈ। ਕਿਉਂਕਿ ਠੀਕ ਇਨਸਾਨ ਜਿਹੜਾ ਉਹ ਟਾਈਮ ਦੀ ਵੈਲਿਊ ਕਰਦਾ, ਹਰ ਵੇਲੇ ਟਾਈਮ ਬਾਰੇ ਸੋਚ ਕੇ ਕੰਮ ਕਰਦਾ। ਟਾਈਮ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਲੰਘ ਜਾਂਦੀ ਹੈ ਅਤੇ ਫਿਰ ਲੰਘ ਜਾਂਦੀ ਹੈ, ਦੁਬਾਰਾ ਨਹੀਂ ਆਉਂਦੀ। ਇਹਦਾ ਮਤਲਬ ਸਭ ਤੋਂ ਕੀਮਤੀ ਚੀਜ਼ ਕੀ ਹੈ? ਟਾਈਮ। ਜੇ ਤੁਸੀਂ ਆਪਣੇ ਬੱਚੇ ਵਾਸਤੇ, ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੇ ਹੋ, ਅਤੇ ਤੁਸੀਂ ਪਹਿਲਾਂ ਦੇਖ ਲਓ ਕਿ ਸਾਡੀ ਅਣਗਹਿਲੀ ਕਰਕੇ ਕਹਿ ਲਓ ਜਾਂ ਸਾਡੀ ਅਨਪੜ੍ਹਤਾ ਕਰਕੇ ਕਹਿ ਲਓ, ਅਸੀਂ ਅੱਗੇ ਹੀ 10 ਸਾਲ ਆਪਣੇ ਜ਼ਿੰਦਗੀ ਦੇ ਵੇਸਟ ਕਰ ਚੁੱਕੇ ਹਾਂ, ਜਿਹੜੇ ਕਿ 10 ਸਾਲ ਸਾਨੂੰ ਬੱਚੇ ਦਾ ਪਹਿਲਾਂ ਇਲਾਜ ਕਰਾਉਣਾ ਚਾਹੀਦਾ ਸੀ। ਅਸੀਂ 10 ਸਾਲ ਲੇਟ ਹਾਂ। ਠੀਕ ਹੈ, ਕਿਉਂਕਿ ਮੈਡੀਕਲ ਸਾਇੰਸ ਵੀ ਇੰਨੀ ਐਡਵਾਂਸ ਨਹੀਂ ਹੈ, ਟੈਸਟ ਵੀ ਕੋਈ ਐਡੇ ਐਡਵਾਂਸ ਨਹੀਂ ਹੈਗੇ ਕਿ ਅਸੀਂ ਜਾਂਦਿਆਂ ਸਾਰ ਹੀ ਸਾਨੂੰ ਆਪਣੇ ਟੈਸਟਾਂ ਤੋਂ ਪਤਾ ਲੱਗ ਜੇ ਜੀ ਆਹ ਕੈਮੀਕਲ ਇੰਨਾ ਆਇਆ ਅਤੇ ਸਾਨੂੰ ਇਹ ਪਤਾ ਲੱਗ ਜੇ ਕਿ ਅਸੀਂ ਜੀ ਇਹਦਾ ਇਲਾਜ ਕਰਾ ਲਈਏ। ਕਿਉਂਕਿ ਇਹ ਸਾਈਨ ਸਿੰਪਟਮਸ ਆਉਂਦੇ ਆ, ਫਿਰ ਸਾਡੀ ਡਿਨਾਈਲ ਆਉਂਦੇ ਆ, ਫਿਰ ਸਾਡਾ ਪਿਆਰ ਆ ਜਾਂਦਾ ਵਿੱਚ, ਇਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਬਿਮਾਰੀ ਅੰਦਰ ਪਲਪ ਰਹੀ ਹੈ। ਫਿਰ ਦੂਸਰੀ ਗੱਲ ਜਦੋਂ ਆਉਂਦੀ ਸੁਣਦੇ ਹਾਂ ਕਿ ਇਹਦੇ ਬਹੁਤ ਜ਼ਿਆਦਾ ਚਾਂਸਿਸ ਹੈ ਨੇ ਕਿ ਇਹਨੇ ਅਗਲੀ ਜਨਰੇਸ਼ਨ 'ਚ ਵੀ ਚੱਲ ਜਾਣਾ, ਕਿ ਸਾਡੇ ਪੇਸ਼ੈਂਟ ਦੇ ਜਿਹੜੇ ਬੱਚੇ ਹੋਣੇ ਆ ਉਹਨਾਂ ਨੂੰ ਵੀ ਉਸ ਤਰੀਕੇ ਨਾਲ ਹੀ ਪਾਲਣਾ ਪੈਣਾ ਜਿਹੜੀ ਰਿਸਰਚ ਕਹਿੰਦੀ ਹੈ ਕਿ ਕਿਸ ਤਰੀਕੇ ਨਾਲ ਘਰ ਦਾ ਐਟਮੋਸਫੀਅਰ ਹੋਏ। ਸੋ ਜੇ ਤੁਸੀਂ ਕੋਈ ਇੱਥੇ ਟਾਈਮ ਲਾ ਰਹੇ ਹੋ ਜਾਂ ਪੈਸਾ ਇਨਵੈਸਟ ਕਰ ਰਹੇ ਹੋ ਜਾਂ ਕੋਈ ਵੀ ਕਰ ਰਹੇ ਹੋ, ਇਹ ਤੁਸੀਂ ਦੇਖ ਲਓ ਕਿ ਤੁਸੀਂ ਆਉਣ ਵਾਲੀਆਂ ਜਨਰੇਸ਼ਨਾਂ, ਤੁਹਾਡੀਆਂ ਜਿਹੜੀਆਂ ਅੱਗੋਂ ਆਉਣ ਵਾਲੀਆਂ 2-3 ਜਨਰੇਸ਼ਨਾਂ ਹੈ, ਉਹਦੇ 'ਤੇ ਇਨਵੈਸਟ ਕਰ ਰਹੇ ਹੋ। ਠੀਕ ਹੈ, ਅੱਛਾ ਹੁਣ ਇਹ ਤੁਸੀਂ ਦੇਖੋ ਕਿ 10 ਸਾਲ ਪਹਿਲਾਂ ਸਾਨੂੰ ਲੱਗ ਗਏ, ਹਾਲੇ ਵੀ ਸਾਡਾ ਮੰਨਣ ਨੂੰ ਦਿਲ ਨਹੀਂ ਕਰਦਾ ਕਿ ਸਾਡੇ ਬੰਦੇ ਨੂੰ ਇਹ ਬਿਮਾਰੀ ਲੱਗੀ ਹੋਈ ਹੈ। ਹੁਣ ਤੁਹਾਡੇ ਕੋਲ ਚੋਇਸਿਸ ਸਿਰਫ 2 ਹੀ ਰਹਿ ਗਈਆਂ। ਇੱਕ ਤਾਂ ਹੈ ਕਿ ਇਸ ਬੱਚੇ ਦਾ ਇਲਾਜ ਕਰਾਉਂਦੇ ਰਹੀਏ ਰੋ ਪਿੱਟ ਕੇ, ਅਤੇ ਦੂਜਾ ਹੈਗਾ ਕਿ ਇਸ ਬੱਚੇ ਦਾ ਇਲਾਜ ਕਰਾਈਏ ਖੁਸ਼ ਹੋ ਕੇ ਅਤੇ ਗ੍ਰੇਸਫੁਲੀ
ਕਿ ਪਰਮਾਤਮਾ ਦਾ ਭਾਣਾ ਮੰਨ ਕੇ ਤੇ ਉਹ ਵੀ ਖੁਸ਼ੀ ਨਾਲ ਮੰਨ ਕੇ। ਜੇ ਤੁਸੀਂ ਆਪਣੇ ਆਪ ਨਾਲ ਚਿੜ ਕੇ ਜਾਂ ਕਿਸੇ ਤੇ ਅਹਿਸਾਨ ਕਰਕੇ ਕਰਦੇ ਪਏ ਹੋ ਜਾਂ ਆਪਣੇ ਬੱਚੇ ਤੇ ਅਹਿਸਾਨ ਕਰਦੇ ਪਏ ਹੋ, ਅਸਲ 'ਚ ਤੁਸੀਂ ਬੱਚੇ ਤੇ ਅਹਿਸਾਨ ਨਹੀਂ ਕਰ ਰਹੇ, ਅਸਲ 'ਚ ਤੁਸੀਂ ਆਪਣੇ ਤੇ ਅਹਿਸਾਨ ਕਰਨਾ ਕਿ ਜੇ ਤੁਸੀਂ ਆਪਣੇ ਆਪ ਨੂੰ ਚੇਂਜ ਨਾ ਕੀਤਾ ਤੇ ਭਾਵੇਂ ਅਗਲੇ 10 ਸਾਲ ਤੁਸੀਂ ਇਸੇ ਗਮ ਦੇ ਵਿੱਚ ਹੀ ਰਹੋ। ਇਸੇ ਗਮ ਕਰਕੇ ਤੁਹਾਨੂੰ ਹੋਰ ਕਈ ਬਿਮਾਰੀਆਂ ਲੱਗ ਜਾਣਗੀਆਂ, ਪਰ ਤੁਹਾਡਾ ਬੱਚੇ ਨੂੰ ਕੋਈ ਫਾਇਦਾ ਨਹੀਂ ਹੋਏਗਾ ਉਹਦਾ। ਤੁਸੀਂ ਤਰਸ ਖਵਾਓਗੇ, ਤੁਸੀਂ ਗੁੱਸੇ 'ਚ ਆਓਗੇ, ਕਦੀ ਰੋਵੋਗੇ, ਪਿੱਟੋਗੇ, ਕਦੀ ਗੁੱਸੇ 'ਚ ਆ ਕੇ, ਕਦੀ ਉਹਦੀਆਂ ਗੱਲਾਂ ਮੰਨੋਗੇ, ਕਦੀ ਉਹਨੂੰ ਖੁਸ਼ ਕਰਨ ਦੀ ਸੋਚੋਗੇ, ਕਦੀ ਉਹਨੂੰ ਕਿਸੇ ਪਾਸਿਓਂ। ਅਸਲ 'ਚ ਮਾਂ ਪਿਓ ਨੂੰ ਨਾ ਇੱਕ ਬੜਾ ਵੱਡਾ ਭਰਮ ਹੁੰਦਾ ਛੋਟੇ ਹੁੰਦਿਆਂ ਤੋਂ ਕਿ ਬੱਚੇ ਨੂੰ ਕਦੀ ਵੀ ਕੋਈ ਤਕਲੀਫ ਨਹੀਂ ਆਉਣ ਦੇਣੀ, ਬੱਚੇ ਨੂੰ ਕਦੀ ਵੀ ਕੋਈ ਪੀੜਾ ਆਏਗੀ ਤੇ ਅਸੀਂ ਉਹਨੂੰ ਸੰਭਾਲ ਲਾਂਗੇ। ਇਹ ਸਾਡਾ ਕਨਸੈਪਟ ਨਾ ਚੱਲਦਾ ਰਹਿੰਦਾ। ਅਸੀਂ ਇਹਨੂੰ ਪਿਆਰ ਗਿਣਦੇ ਹਾਂ। ਪਿਆਰ ਅਸੀਂ ਇਹਨੂੰ ਗਿਣਦੇ ਹਾਂ ਕਿ ਬੱਚੇ ਨੂੰ ਕਦੀ ਵੀ ਕੋਈ ਤਕਲੀਫ ਆਏ, ਕੋਈ ਪੇਨ ਆਏ ਤੇ ਹੱਲ ਅਸੀਂ ਕਰਨਾ ਉਹਦਾ। ਹਾਲੇ ਕਿ ਜੇ ਸਾਰੀਆਂ ਦੀਆਂ ਸਾਰੀਆਂ ਤਕਲੀਫਾਂ ਦਾ ਹੱਲ ਅਸੀਂ ਕਰੀ ਜਾਵਾਂਗੇ ਤੇ ਫਿਰ ਬੱਚੇ ਨੂੰ ਕਦੀ ਕੋਈ ਤਕਲੀਫ ਆਏਗੀ ਨਹੀਂ। ਫਿਰ ਇੱਕ ਦਿਨ ਕੀ ਹੋਏਗਾ ਕਿ ਬਾਹਰ ਜਦੋਂ ਬੱਚਾ ਘਰ ਤੋਂ ਬਾਹਰ ਨਿਕਲੇਗਾ, ਬੱਚੇ ਨੂੰ ਇਹ ਹੱਲ ਹੀ ਨਹੀਂ ਕਰਨਾ ਆਉਂਦਾ ਹੋਏਗਾ, ਸੋਲਿਊਸ਼ਨ ਹੀ ਨਹੀਂ ਹੋਏਗਾ ਕਿ ਜੇ ਮੈਨੂੰ ਕੋਈ ਬਾਹਰੋਂ ਤਕਲੀਫ ਆਉਂਦੀ ਪਈ ਹੈ ਤੇ ਮੈਂ ਉਹਦਾ ਹੱਲ ਕਿਸ ਤਰ੍ਹਾਂ ਕਰਨਾ ਹੈ। ਜਦੋਂ ਬੱਚੇ ਨੂੰ ਆਪਣੀ ਤਕਲੀਫ, ਆਪਣੀ ਪੇਨ, ਆਪਣੀ ਬੇਚੈਨੀ, ਆਪਣੀ ਉਦਾਸੀ ਦਾ ਹੱਲ ਨਹੀਂ ਆਉਂਦਾ ਹੋਏਗਾ, ਬੱਚਾ ਫਿਰ ਬਾਹਰੋਂ ਹੱਲ ਲੱਭੇਗਾ। ਜਿਹੜਾ ਬਾਹਰੋਂ ਹੱਲ ਲੱਭੇਗਾ ਉਹ ਥਰਡ ਕਲਾਸ ਹੱਲ ਹੋਏਗਾ। ਜੇ ਤੁਸੀਂ ਹੱਲ ਕਰਨ ਦਿੰਦੇ ਬੱਚੇ ਨੂੰ ਜਾਂ ਜ਼ਿੰਮੇਵਾਰੀਆਂ ਦਿੰਦੇ ਰਹਿੰਦੇ ਤੇ ਬੱਚੇ ਨੂੰ ਫਸਟ ਕਲਾਸ ਹੱਲ ਕਰਨਾ ਆ ਜਾਂਦਾ। ਜਿਹੜਾ ਤੁਸੀਂ ਕਰਨਾ ਸੀਗਾ ਉਹ ਫਸਟ ਕਲਾਸ ਹੱਲ ਸੀਗਾ, ਪਰ ਤੁਸੀਂ ਸੋਚਿਆ ਕਿ ਇੱਕ ਮੈਂ ਜਿੰਨੀ ਦੇਰ ਮੈਂ ਹੈਗਾ, ਮੈਂ ਬੱਚੇ ਨੂੰ ਕੋਈ ਤਕਲੀਫ ਨਹੀਂ ਹੋਣ ਦੇਣੀ। ਜਿੰਨੀ ਅਸੀਂ ਡਿਲੇ ਕਰ ਰਹੇ ਹਾਂ ਨਾ, ਓਨਾ ਹੀ ਅਸੀਂ ਮਤਲਬ ਆਪਣੇ ਆਪ ਨੂੰ ਹੁਣ ਸਮਝ ਲਓ। ਪਰ ਇਹਦੇ 'ਚ ਜ਼ਿੰਮੇਵਾਰੀ ਨਹੀਂ ਹੈ, ਕਿਉਂਕਿ ਸਾਨੂੰ ਨਹੀਂ ਪਤਾ ਸੀਗਾ ਕਿ ਇਹ ਜ਼ਿੰਮੇਵਾਰੀਆਂ ਕਿੰਨੀਆਂ ਦੇਣੀਆਂ ਇੰਪੋਰਟੈਂਟ ਹੈ। ਅਸੀਂ ਸੋਚਿਆ ਸੀ ਕਿ ਜ਼ਿੰਮੇਵਾਰੀਆਂ ਅਸੀਂ ਲੈ ਲਾਂਗੇ ਤੇ ਬੱਚਾ ਸਾਡਾ ਐਸ਼ ਕਰੇਗਾ, ਬੱਚਾ ਸਾਡਾ ਆਰਾਮ ਕਰੇਗਾ। ਹੁਣ ਉਹ ਬੱਚੇ ਨੂੰ ਜ਼ਿੰਮੇਵਾਰੀਆਂ ਲੈਣੀਆਂ ਹੀ ਨਹੀਂ ਆਈਆਂ। ਜਦੋਂ ਜ਼ਿੰਮੇਵਾਰੀ ਨਹੀਂ ਲੈਣੀ ਆਈ, ਬੱਚੇ ਨੂੰ ਆਪਣੀ ਜ਼ਿੰਮੇਵਾਰੀ ਵੀ ਨਹੀਂ ਲੈਣੀ ਆਈ, ਆਪਣੇ ਮੂਡ ਦੀ ਜ਼ਿੰਮੇਵਾਰੀ ਵੀ ਨਹੀਂ ਲੈਣੀ ਆਈ, ਆਪਣੇ ਟਾਈਮ ਦੀ ਜ਼ਿੰਮੇਵਾਰੀ ਵੀ ਨਹੀਂ ਲੈਣੀ ਆਈ। ਹੁਣ ਬੱਚੇ ਨੂੰ ਜਦੋਂ ਆਉਂਦਾ ਨਹੀਂ ਹੈ, ਫਿਰ ਬੱਚਾ ਕਿਸੇ ਨਾ ਕਿਸੇ ਚੀਜ਼ 'ਚ ਫਸ ਜਾਂਦਾ। ਕੋਈ ਬੰਦਾ ਨਸ਼ੇ 'ਚ ਫਸ ਗਿਆ, ਕੋਈ ਬੰਦਾ ਸਪਿਰਚੁਅਲਿਟੀ 'ਚ ਫਸ ਗਿਆ, ਕੋਈ ਕਿਸੇ ਫਰੈਂਡਸ਼ਿਪ 'ਚ ਫਸ ਗਿਆ, ਕੋਈ ਰਿਲੇਸ਼ਨਸ਼ਿਪ 'ਚ ਫਸ ਗਿਆ, ਕੋਈ ਕੰਮ 'ਚ ਫਸ ਗਿਆ, ਕੋਈ ਪੈਸੇ 'ਚ ਫਸ ਗਿਆ। ਉਹ ਬੰਦਾ ਕਿਤੇ ਨਾ ਕਿਤੇ ਹਮੇਸ਼ਾ ਫਸਿਆ ਹੀ ਰਹੇਗਾ। ਐਂਡ ਜਦੋਂ ਉਹ ਚਾਹੇਗਾ ਕਿ ਉੱਥੋਂ ਆਪਣਾ ਧਿਆਨ ਹਟਾ ਸਕੇ, ਉਹ ਆਪਣਾ ਧਿਆਨ ਨਹੀਂ ਹਟਾ ਸਕੇਗਾ। ਇਹ ਬਿਮਾਰੀ ਸਾਰੀ ਦੀ ਸਾਰੀ ਆਪਣੇ ਧਿਆਨ ਦੀ ਹੈ। ਉਹਦਾ ਮੂਡ ਤਾਂ ਖਰਾਬ ਰਹਿੰਦਾ ਹੈ ਕਿਉਂਕਿ ਉਹ ਇੱਕ ਚੀਜ਼ ਤੋਂ ਧਿਆਨ ਆਫ ਕਰਕੇ ਦੂਜੀ ਚੀਜ਼ 'ਚ ਨਹੀਂ ਲਾ ਸਕਦਾ। ਇਹਦੀ ਸਾਰੀ ਦੀ ਸਾਰੀ ਟ੍ਰੇਨਿੰਗ ਇਸ ਚੀਜ਼ ਦੀ ਹੈ ਕਿ ਜਿਉਂ-ਜਿਉਂ ਲਾਈਫ ਦੇ ਵਿੱਚ ਸਿਚੁਏਸ਼ਨ ਆਉਣ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਜੇ 10 ਸਿਚੁਏਸ਼ਨ ਆਉਣ ਤਾਂ ਮੈਂ 10 ਵਾਰੀ ਆਪਣੇ ਦਿਮਾਗ ਨੂੰ ਆਫ ਕਰਕੇ ਅਗਲੀ ਸਿਚੁਏਸ਼ਨ 'ਚ ਪਾ ਸਕਾਂ। ਫਿਰ ਮੈਂ ਅਗਲੀ ਸਿਚੁਏਸ਼ਨ ਆਏ, ਫਿਰ ਮੈਂ ਆਫ ਕਰ ਲਾਂ, ਫਿਰ ਮੈਂ ਔਨ ਕਰ ਲਾਂ, ਫਿਰ ਔਨ ਕਰ ਲਾਂ, ਫਿਰ ਆਫ ਕਰ ਲਾਂ। ਬਸ ਜਿਸ ਇਨਸਾਨ ਨੂੰ ਇਹ ਔਨ ਅਤੇ ਆਫ ਦਾ ਪਤਾ ਲੱਗ ਗਿਆ ਨਾ ਕਿ ਜਦੋਂ ਮਰਜ਼ੀ ਉਹ ਆਪਣੇ ਆਪ ਨੂੰ ਆਫ ਕਰ ਸਕਦਾ ਹੈ, ਜਦੋਂ ਮਰਜ਼ੀ ਉਹਨੂੰ ਔਨ ਕਰ ਸਕਦਾ ਹੈ, ਇਹਦਾ ਮਤਲਬ ਹੈ ਕਿ ਉਹ ਗੱਡੀ ਠੀਕ ਚੱਲੇਗੀ ਉਹਦੀ ਜ਼ਿੰਦਗੀ 'ਚ। ਜਦੋਂ ਚਾਹੇਗਾ ਬ੍ਰੇਕ ਲਾ ਲੇਗਾ, ਜਦੋਂ ਚਾਹੇਗਾ ਐਕਸਲੇਟਰ ਦੇ ਦੇਗਾ। ਹੁਣ ਸਾਡੇ ਜਿਹੜੇ ਬੱਚੇ ਆ ਜੈਨੇਟਿਕਲੀ ਉਹਨਾਂ 'ਚ ਜੀਨਸ ਹੀ ਨਹੀਂ ਹੈਗੇ ਕਿ ਉਹ ਆਪਣੇ ਆਪ ਨੂੰ ਸਟਾਪ ਲਾ ਸਕਣ। ਇਹ ਤੇ ਹੋਰ ਬਾਕੀ ਦੁਨੀਆ ਦੇ ਵਿੱਚ ਇਹਨਾਂ 'ਚ ਤੇ ਦੁਨੀਆ 'ਚ ਹੋਰ ਕੋਈ ਫਰਕ ਨਹੀਂ ਹੈਗਾ। ਸਿਰਫ ਇੱਕ ਵਾਹਿਦ ਫਰਕ ਹੈਗਾ ਕਿ ਇਹਨਾਂ ਜ਼ਿੰਦਗੀ ਦੇ ਵਿੱਚ ਔਨ ਅਤੇ ਸਟਾਪ ਦਾ ਬਟਨ ਖਰਾਬ ਹੈਗਾ। ਇਹਨਾਂ ਦੇ ਅੰਦਰ ਰੈਗੂਲੇਟਰ ਨਹੀਂ ਹੈਗਾ। ਜਦੋਂ ਇਹ ਚਾਹਣ ਸਪੀਡ ਘਟਾ ਲੈਣ, ਜਦੋਂ ਇਹ ਚਾਹਣ ਸਪੀਡ ਵਧਾ ਲੈਣ, ਜਾਂ ਜਦੋਂ ਇਹ ਚਾਹਣ ਆਫ ਕਰ ਲੈਣ, ਜਦੋਂ ਇਹ ਚਾਹਣ ਔਨ ਕਰ ਲੈਣ। ਆਹ ਚੀਜ਼ ਅਸੀਂ ਸਿਖਾਉਂਦੇ ਪਏ ਹਾਂ, ਲੈ ਦੇ ਕੇ ਸਾਰੀ ਇਹ ਚੀਜ਼ ਸਿਖਾਉਂਦੇ ਪਏ ਹਾਂ। ਕਿਉਂਕਿ ਅਡਿਕਟਿਵ ਰਵੱਈਆਂ ਦੇ ਵਿੱਚ ਸਭ ਤੋਂ ਵੱਡਾ ਅਡਿਕਟਿਵ ਰਵੱਈਆ ਹੈ ਕਿ ਜਦੋਂ ਤੁਸੀਂ ਆਪਣੇ ਇੱਕ ਚੀਜ਼ ਨੂੰ ਕਰੋ ਅਤੇ ਫਿਰ ਉਸ ਤੋਂ ਬਾਅਦ ਦੂਜੀ ਚੀਜ਼ ਨਵੀਂ ਨਾ ਸ਼ੁਰੂ ਕਰ ਸਕੋ, ਕਿਉਂਕਿ ਪਹਿਲੀ ਚੀਜ਼ ਨੂੰ ਤੁਸੀਂ ਛੱਡ ਹੀ ਨਹੀਂ ਪਾ ਰਹੇ। ਜੇ ਕੋਈ ਬੰਦਾ ਸਫਾਈ ਕਰਨ ਲੱਗਦਾ ਹੈ ਤਾਂ ਉਹ ਸਫਾਈ ਕਰੀ ਜਾ ਰਿਹਾ 12 ਘੰਟੇ। ਜੇ ਕੋਈ ਬੰਦਾ ਚੀਜ਼ਾਂ ਨੂੰ ਜੋੜਨ ਲੱਗਾ ਤਾਂ ਉਹ 7-7 ਘੰਟੇ ਚੀਜ਼ਾਂ ਨੂੰ ਜੋੜੀ ਜਾਂਦਾ। ਜੇ ਕੋਈ ਬੰਦਾ ਪੜ੍ਹਾਈ ਕਰਨ ਲੱਗਾ ਤਾਂ ਉਹ 12-12, 16-16, 20-20 ਘੰਟੇ ਪੜ੍ਹਾਈ ਕਰੀ ਜਾਂਦਾ, ਉਹ ਆਫ ਹੀ ਨਹੀਂ ਕਰ ਸਕਦਾ। ਜੇ ਕੋਈ ਬੰਦਾ ਖੇਡਾਂ ਖੇਡਣ ਲੱਗਾ ਤਾਂ ਉਹ 20 ਘੰਟੇ ਖੇਡਾਂ ਹੀ ਖੇਡੀ ਜਾ ਰਿਹਾ।
ਜੇ ਕੋਈ ਬੰਦਾ ਨਸ਼ਾ ਕਰਨ ਲੱਗਦਾ ਤੇ ਉਹ 20 ਘੰਟੇ 24 ਘੰਟੇ ਨਸ਼ਾ ਕਰੀ ਜਾ ਰਿਹਾ ਜਾਂ ਨਸ਼ੇ ਬਾਰੇ ਸੋਚ ਰਿਹਾ। ਨਸ਼ਾ ਕਰ ਕਰਕੇ ਬੇਹੋਸ਼ ਹੋ ਜਾਂਦਾ, ਉੱਠ ਕੇ ਫਿਰ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ। ਜਿੰਨੀ ਦੇਰ ਨਸ਼ਾ ਨਹੀਂ ਮਿਲਦਾ ਉਹ ਨਸ਼ੇ ਬਾਰੇ ਸੋਚੀ ਜਾਂਦਾ। ਇਹਦਾ ਮਤਲਬ ਹੈ ਕਿ ਦਿਮਾਗ ਦੇ ਵਿੱਚ ਇੱਕ ਖਰਾਬੀ ਆ ਗਈ ਕਿ ਇਸ ਦਿਮਾਗ ਦੇ ਵਿੱਚ ਬਾਕੀ ਸਭ ਕੁਝ ਟੌਪ ਕਲਾਸ ਹੈ, ਬਸ ਇੱਕ ਚੀਜ਼ ਨਹੀਂ ਹੈਗੀ ਕਿ ਔਨ ਤੇ ਆਫ ਦਾ ਬਸ ਬਟਨ ਨਹੀਂ ਹੈਗਾ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਔਨ ਹੋਇਆ ਤੇ ਇੱਥੇ ਆਫ ਹੋਇਆ। ਹੁਣ ਜਿਹੜੀ ਚੀਜ਼ ਆਫ ਨਹੀਂ ਹੋਏਗੀ ਔਨ ਕਿਸ ਤਰ੍ਹਾਂ ਕਰੇਗਾ? ਜੇ ਕੋਈ ਤੁਸੀਂ ਇੱਕ ਚੀਜ਼ ਆਫ ਨਹੀਂ ਕਰ ਸਕਦੇ। ਹੁਣ ਪ੍ਰੋਬਲਮ ਕੀ ਹੈ ਕਿ ਸਾਡੇ ਬੱਚੇ ਦੇ ਵਿੱਚ ਇਹ ਸੋਚ ਨਹੀਂ ਹੈਗਾ ਕਿ ਉਹ ਨਸ਼ੇ ਤੋਂ ਇਲਾਵਾ ਕਿਸੇ ਹੋਰ ਚੀਜ਼ ਬਾਰੇ ਧਿਆਨ ਦੇ ਸਕੇ। ਤੇ ਸਾਡੇ ਵਿੱਚ ਇਹ ਨੁਕਸ ਹੈ ਕਿ ਅਸੀਂ ਬੱਚੇ ਤੋਂ ਇਲਾਵਾ ਕਿਸੇ ਹੋਰ ਚੀਜ਼ 'ਤੇ ਧਿਆਨ ਨਹੀਂ ਦੇ ਸਕਦੇ। ਸਾਡਾ ਸਾਰਾ ਧਿਆਨ ਬੱਚੇ 'ਚ ਹੀ ਰਹਿੰਦਾ। ਸਾਡਾ ਸਾਰਾ ਧਿਆਨ 24 ਘੰਟੇ ਇੱਕੋ ਹੀ ਚੀਜ਼ ਸੋਚ ਆਉਂਦੀ ਰਹਿੰਦੀ, ਧਿਆਨ ਕਿੱਥੇ ਹੈ? ਬੱਚੇ ਤੋਂ। ਹੁਣ ਬੱਚੇ ਤੋਂ ਅਸੀਂ ਧਿਆਨ ਨਹੀਂ ਹਟਾ ਸਕਾਂਗੇ, ਆਪਣੀ ਲਾਈਫ ਨੂੰ ਨਹੀਂ ਜੀ ਸਕਾਂਗੇ। ਹੁਣ ਹੋਏਗਾ ਕੀ ਕਿ ਜੇ ਤੁਸੀਂ ਆਪਣੀ ਲਾਈਫ ਨਹੀਂ ਜੀਓਗੇ, ਤੁਸੀਂ ਉਹ ਅੱਜ ਵੀ ਉਹੀ ਕੰਮ ਕਰੋਗੇ ਜਿਹੜੀ ਸਾਲ 2 ਸਾਲ ਦੇ ਬੱਚੇ ਵਾਸਤੇ ਕਰ ਰਹੇ ਸੀਗੇ, ਤੇ ਬੱਚੇ ਨੂੰ ਅੱਗੇ ਵੀ ਕਦੀ ਜ਼ਿੰਦਗੀ ਦੇ ਵਿੱਚ ਸਿੱਖਣ ਦਾ ਮੌਕਾ ਨਹੀਂ ਮਿਲੇਗਾ। ਤੇ ਤੁਸੀਂ 24 ਘੰਟੇ ਬੱਚੇ ਦੇ ਸਿਰ 'ਤੇ ਨਹੀਂ ਬੈਠ ਸਕਦੇ। ਬੱਚੇ ਨੂੰ ਆਪਣੀਆਂ ਲੈਗਸ ਦੇ ਉੱਪਰ ਖੜਾ ਹੋਣਾ, ਆਪਣੀ ਜ਼ਿੰਦਗੀ ਜੀਣਾ, ਆਪਣੇ ਵਾਸਤੇ ਜ਼ਿੰਦਗੀ ਜੀਣੀ ਨਹੀਂ ਆਏਗੀ। ਆਪਾਂ ਬੱਚੇ ਨੂੰ ਕੀ ਸਿਖਾ ਰਹੇ ਹਾਂ ਕਿ ਤੇਰੇ ਵਾਸਤੇ ਅਸੀਂ ਜ਼ਿੰਦਗੀ ਜੀ ਰਹੇ ਹਾਂ, ਤੇ ਬੱਚਾ ਕਿਸ ਵਾਸਤੇ ਜੀ ਰਿਹਾ? ਬੱਚਾ ਹੋਰ ਕਿਸੇ ਚੀਜ਼ 'ਤੇ ਡਿਪੈਂਡੈਂਟ ਹੈ, ਅਸੀਂ ਬੱਚੇ 'ਤੇ ਡਿਪੈਂਡੈਂਟ ਹਾਂ। ਇਹ ਮੈਂ ਆਨਸਰ ਤਾਂ ਤੁਹਾਨੂੰ ਦੇਣਾ ਚਾਹੁੰਦਾ ਕਿਉਂਕਿ ਮੈਨੂੰ ਪੁੱਛਿਆ ਸੀਗਾ ਕਿ ਪੇਰੈਂਟਸ ਕਹਿੰਦੇ ਆ ਕਿ ਉਹਨਾਂ ਦਾ ਇੱਥੇ ਆਉਣਾ ਜ਼ਰੂਰੀ ਕਿਉਂ ਹੈ। ਅਸੀਂ ਤੁਹਾਨੂੰ ਇਹ ਸਿਖਾਉਂਦੇ ਪਏ ਹਾਂ ਔਨ ਅਤੇ ਆਫ ਕਿਵੇਂ ਕਰਨਾ। ਜਦੋਂ ਤੁਸੀਂ ਬੱਚਾ ਸਾਡੇ ਕੋਲ ਛੱਡਿਆ, ਤੁਸੀਂ ਆਪਣੇ ਆਪ ਨੂੰ ਆਫ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ, ਆਪਣੇ ਮੂਡ ਦਾ ਧਿਆਨ ਰੱਖੋ, ਆਪਣੇ ਫਿਕਰਾਂ ਦਾ ਧਿਆਨ ਰੱਖੋ, ਆਪਣੀਆਂ ਸੋਚਾਂ ਦਾ ਧਿਆਨ ਰੱਖੋ, ਤਾਂ ਕਿ ਤੁਹਾਨੂੰ ਇਹ ਟ੍ਰੇਨਿੰਗ ਹੋ ਜੇ, ਤੁਹਾਡੇ ਘਰ ਦੇ ਵਿੱਚ ਟ੍ਰੇਨਿੰਗ ਹੋ ਜੇ ਕਿ ਜਦੋਂ ਮਰਜ਼ੀ ਅਸੀਂ ਜਿਹੜੀ ਚੀਜ਼ ਚਾਹੀਏ ਆਫ ਕਰ ਸਕਦੇ ਹਾਂ, ਜਿਹੜੀ ਮਰਜ਼ੀ ਚੀਜ਼ ਚਾਹੀਏ ਔਨ ਕਰ ਸਕਦੇ ਹਾਂ। ਜੇ ਅਸੀਂ ਗੱਲ ਸ਼ੁਰੂ ਕੀਤੀ ਹੈ ਤਾਂ 5 ਮਿੰਟ ਬਾਅਦ ਗੱਲ ਬੰਦ ਕਰ ਸਕਦੇ ਹਾਂ। ਜੇ ਰੋਟੀ ਸ਼ੁਰੂ ਕੀਤੀ ਹੈ ਤਾਂ ਰੋਟੀ ਕਦੋਂ ਬੰਦ ਕਰਨੀ ਹੈ। ਜੇ ਪੈਸਾ ਕਮਾਉਣਾ ਸ਼ੁਰੂ ਕੀਤਾ ਤਾਂ ਉਹਨੂੰ ਬੰਦ ਕਦੋਂ ਕਰਨਾ ਹੈ। ਜੇ ਕੋਈ ਵੀ ਕੰਮ ਤੁਸੀਂ ਕਰਦੇ ਪਏ ਹੋ, ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਹ ਤੁਹਾਡੇ ਧਿਆਨ 'ਚੋਂ 24 ਘੰਟੇ ਨਿਕਲੇ ਹੀ ਨਾ। ਹਰ ਚੀਜ਼ ਨੂੰ ਬ੍ਰੇਕ ਕਰਨਾ ਜਿਹੜਾ ਹੈ ਨਾ, ਕਿ ਜਿਹੜੀ ਚੀਜ਼ ਸ਼ੁਰੂ ਕੀਤੀ ਇਹਦੀ ਐਕਸਪਾਇਰੀ ਟਾਈਮ ਕਦੋਂ ਹੈ, ਕਿਉਂਕਿ ਹਰ ਬੰਦੇ ਦੀ ਹਰ ਚੀਜ਼ ਦਾ ਇੱਕ ਐਕਸਪਾਇਰੀ ਟਾਈਮ ਹੈਗਾ, ਤੁਸੀਂ ਮੰਨੋ ਭਾਵੇਂ ਨਾ ਮੰਨੋ। ਹੁਣ ਇਹ ਤਰੀਕਾ ਇਹ ਹੈ ਕਿ ਮੰਨਦੇ ਅਸੀਂ ਸਾਰੇ ਹਾਂ, ਸਾਨੂੰ ਸਭ ਨੂੰ ਪਤਾ ਵੀ ਅਸੀਂ ਇੱਥੇ ਨਹੀਂ ਰਹਿਣਾ, ਸਾਡੀ ਮੌਤ ਆ ਜਾਣੀ, ਅਸੀਂ ਡੈਥ ਹੋ ਜਾਣੀ, ਅਸੀਂ ਚਲੇ ਜਾਣਾ, ਪਰ ਅਸੀਂ ਇਸ ਚੀਜ਼ ਨੂੰ ਮੰਨਦੇ ਨਹੀਂ ਪਏ। ਤੇ ਜੇ ਮੰਨਦੇ ਵੀ ਪਏ ਹਾਂ ਤੇ ਰੋ ਪਿੱਟ ਕੇ ਮੰਨਦੇ ਪਏ ਹਾਂ, ਗ੍ਰੇਸਫੁਲੀ ਨਹੀਂ ਮੰਨ ਰਹੇ। ਹੁਣ ਗ੍ਰੇਸਫੁਲੀ ਵੀ ਜਿੰਨੀ ਦੇਰ ਜੀਂਦੇ ਹਾਂ ਉਨੀ ਦੇਰ ਜ਼ਿੰਦਗੀ ਜੀ ਸਕੀਏ, ਵਧੀਆ ਜੀ ਸਕੀਏ, ਐਂਡ ਜਦੋਂ ਉਹ ਆਏਗੀ ਫਿਰ ਉਹਦਾ ਵੀ ਪ੍ਰਬੰਧ ਹੋ ਜਾਏਗਾ। ਇਹਦਾ ਮਤਲਬ ਹੈ ਕਿ ਜਦੋਂ ਅਸੀਂ ਜ਼ਿੰਦਗੀ ਜੀਂਦੇ ਹਾਂ ਉਦੋਂ ਮੌਤ ਬਾਰੇ ਨਾ ਸੋਚੋ, ਜਦੋਂ ਮੌਤ ਆਉਣੀ ਹੈ ਉਦੋਂ ਆਪਾਂ ਵੈਸੇ ਹੀ ਨਹੀਂ ਸੋਚ ਸਕਣਾ। ਸੋ ਸਾਡੀ ਪੇਸ਼ੈਂਟਸ ਦੇ ਵਿੱਚ ਸਟਾਪ ਟਾਈਮ ਨਹੀਂ। ਹੁਣ ਜੇ ਕੋਈ ਬੰਦਾ ਨਸ਼ਾ ਕਰਦਾ ਪਰ ਉਹ ਆਪਣੇ ਇੱਕੋ ਚੀਜ਼ ਦੇ ਉੱਪਰ ਧਿਆਨ ਲਾਉਂਦਾ, ਜੇ ਕੰਮ ਕਰਦਾ ਤਾਂ ਕੰਮ 'ਤੇ ਹੀ ਧਿਆਨ 24 ਘੰਟੇ ਰੱਖਦਾ, ਜੇ ਕਿਸੇ ਰਿਸ਼ਤੇ ਦੇ ਵਿੱਚ ਆ ਜਾਂਦਾ ਤਾਂ ਉਹ 24 ਘੰਟੇ ਇੱਕ ਰਿਸ਼ਤੇ ਬਾਰੇ ਸੋਚੀ ਜਾਂਦਾ, ਜਾਂ ਤੁਸੀਂ ਬਿਮਾਰੀ ਬਾਰੇ ਸੋਚਦੇ ਹੋ ਤਾਂ 24 ਘੰਟੇ ਬਿਮਾਰੀ ਬਾਰੇ ਸੋਚੀ ਜਾ ਰਹੇ ਹੋ। ਹੁਣ ਤੁਸੀਂ ਇਹ ਦੇਖੋ ਕਿ ਤੁਹਾਨੂੰ ਇਹ ਚੀਜ਼ ਜ਼ਿੰਦਗੀ 'ਚ ਸਿੱਖੀ ਜਾਣੀ ਹੈ ਕਿ ਇਹਦੇ ਤੁਸੀਂ ਮੰਨੋ ਜਾਂ ਨਾ ਮੰਨੋ, ਇਹ ਮੰਨਣੀ ਪੈਣੀ ਹੈ। ਹੁਣ ਇੱਕ ਚੀਜ਼ ਬਿਮਾਰੀ ਆ ਗਈ ਹੈ, ਉਹ ਮੋਰ ਦੈਨ 100% ਆ ਗਈ ਹੈ, 10 ਸਾਲ ਤੋਂ ਪੁਰਾਣੀ ਬਿਮਾਰੀ ਹੈ, ਇਹਨੂੰ ਟਾਈਮ ਲੱਗਣਾ ਹੈ। ਇਹ ਹੁਣ ਸਿਰਫ ਸਾਡੇ ਬੱਚੇ ਦੇ ਵਿੱਚ ਨਹੀਂ ਹੈ, ਜੀਨਸ ਵਿੱਚ ਨਹੀਂ ਹੈ, ਸਾਡੇ ਘਰ ਦੇ ਐਟਮੋਸਫੀਅਰ ਦੇ ਵਿੱਚ ਵੀ ਆ ਚੁੱਕੀ ਹੈ। ਨਾ ਚਾਹੁੰਦੇ ਹੋਏ, ਸਾਨੂੰ ਨਹੀਂ ਪਤਾ ਸੀਗਾ। ਹੁਣ ਸਾਡੇ ਘਰ ਦੇ ਵਿੱਚ ਐਟਮੋਸਫੀਅਰ ਜਿਹੜਾ ਰਿਲੇਸ਼ਨਸ਼ਿਪ ਹੈ, ਸਾਡੀ ਗੱਲਬਾਤ ਦਾ ਤਰੀਕਾ, ਸਾਡੇ ਸੋਚਾਂ ਦਾ ਤਰੀਕਾ, ਸਾਡੇ ਮੂਡਸ, ਸਾਡੇ ਉੱਠਣ ਬੈਠਣ ਦਾ ਤਰੀਕਾ, ਸਾਡੇ ਸੌਣ ਦਾ ਤਰੀਕਾ, ਸਾਡੀਆਂ ਖਾਣੇ ਦਾ ਤਰੀਕਾ, ਸਾਰੀਆਂ ਚੀਜ਼ਾਂ ਦੇ ਵਿੱਚ ਇਹ ਬਿਮਾਰੀ ਦਿਸਦੀ ਹੈ। ਸਾਡੇ ਘਰ ਗੁੱਸੇ ਦਾ ਐਟਮੋਸਫੀਅਰ ਇੰਨਾ ਜ਼ਬਰਦਸਤ ਹੈ ਕਿ ਸਾਨੂੰ ਲੱਗਦਾ ਹੈ ਕਿ ਜੇ ਚੁੱਭਵੀਂ ਗੱਲ ਨਾ ਕੀਤੀ ਜਾਂ ਗੁੱਸਾ ਨਹੀਂ ਕੀਤਾ ਤਾਂ ਸ਼ਾਇਦ ਤਸੱਲੀ ਨਹੀਂ ਹੁੰਦੀ। ਹੁਣ ਗੁੱਸਾ ਸਭ ਤੋਂ ਖਤਰਨਾਕ ਹੈ। ਗੁੱਸਾ ਅਤੇ ਗਮ ਸਾਡੇ ਘਰਾਂ ਦੇ ਵਿੱਚ ਜਾਂ ਤਾਂ ਗੁੱਸਾ ਰਹਿੰਦਾ ਜਾਂ ਗਮ ਰਹਿੰਦਾ। ਹੁਣ ਜਿੰਨੀ ਦੇਰ ਗੁੱਸੇ ਅਤੇ ਗਮ ਦੇ ਉੱਪਰ ਅਸੀਂ ਆਪ ਨਹੀਂ ਮੈਨੇਜ ਕਰਾਂਗੇ, ਉਨੀ ਦੇਰ ਤੱਕ ਸਾਡੇ ਪੇਸ਼ੈਂਟ ਦੀ ਤੁਸੀਂ ਠੀਕ ਕੇਅਰ ਨਹੀਂ ਕਰ ਸਕੋਗੇ। ਅਸੀਂ ਤੁਹਾਨੂੰ ਪੇਸ਼ੈਂਟ ਦੇ ਦਿਆਂਗੇ ਨਾ,
ਤੁਸੀਂ ਉਸ ਪੇਸ਼ੈਂਟ ਨੂੰ ਫਿਰ ਉਹਦੀ ਬਿਮਾਰੀ ਨੂੰ ਉਜਾਗਰ ਕਰ ਲਓਗੇ ਜੇ ਤੁਸੀਂ ਆਪਣੇ ਗੁੱਸੇ ਅਤੇ ਗਮ ਦੇ ਉੱਪਰ ਕੰਮ ਨਾ ਕਰ ਸਕੇ। ਸਾਡੇ ਪੇਸ਼ੈਂਟ ਦੀ ਪ੍ਰੋਬਲਮ ਇਸ ਚੀਜ਼ 'ਚ ਨਹੀਂ ਹੈ ਕਿ ਉਹਦੀ ਇੰਟੈਲੀਜੈਂਸ ਘੱਟ ਹੈ। ਸਾਡੇ ਪੇਸ਼ੈਂਟ ਦੀ ਇੰਟੈਲੀਜੈਂਸ ਬਹੁਤ ਜ਼ਿਆਦਾ ਹੈ, ਆਮ ਲੋਕਾਂ ਨਾਲੋਂ ਵੀ ਜ਼ਿਆਦਾ ਹੈਗੀ। ਪਰ ਸਾਡੇ ਪੇਸ਼ੈਂਟ ਦੇ ਵਿੱਚ ਜਿਹੜੀ ਚੀਜ਼ ਨਹੀਂ ਉਹਨੂੰ ਮੈਨੇਜ ਕਰਨੀ ਆਉਂਦੀ, ਉਹ ਆਪਣੇ ਇਮੋਸ਼ਨਸ ਅਤੇ ਆਪਣਾ ਗੁੱਸਾ ਨਹੀਂ ਠੀਕ ਕਰਨਾ ਆਉਂਦਾ। ਅਸੀਂ ਹਰ ਉਹ ਚੀਜ਼ ਦੇ ਉੱਪਰ ਸਾਨੂੰ ਗੁੱਸਾ ਆ ਰਿਹਾ ਅਤੇ ਸਾਨੂੰ ਨਾ ਤਾਂ ਗੁੱਸਾ ਕੱਢਣਾ ਆਉਂਦਾ, ਜਾਂ ਤਾਂ ਅਸੀਂ ਫੱਟ ਪੈਂਦੇ ਹਾਂ ਅਤੇ ਜਾਂ ਅਸੀਂ ਅੰਦਰੋਂ ਪੀ ਲੈਂਦੇ ਹਾਂ ਜਿਹੜਾ ਸਾਨੂੰ ਅੰਦਰੋਂ ਖਾਂਦਾ ਰਹਿੰਦਾ। ਹੁਣ ਉਹ ਗੁੱਸਾ ਸਾਡੇ ਦੋ ਸੂਰਤਾਂ ਦੇ ਵਿੱਚ ਨਿਕਲਦਾ, ਇੱਕ ਤਾਂ ਪੇਸ਼ੈਂਟ ਦੇ ਉੱਪਰ ਨਿਕਲੇਗਾ, ਇੱਕ ਆਪਣੇ ਆਪ ਉੱਤੇ ਨਿਕਲੇਗਾ। ਇਹਦਾ ਮਤਲਬ ਜਿਹੜਾ ਬੰਦਾ ਗੁੱਸੇ 'ਚ ਹੈ ਉਹ ਬਾਹਰ ਰੇਡੀਏਟ ਕੀ ਕਰੇਗਾ? ਗੁੱਸਾ, ਜਿਹੜਾ ਕਿ ਸਾਡੇ ਪੇਸ਼ੈਂਟ ਵਾਸਤੇ ਬਹੁਤ ਹੀ ਖਤਰਨਾਕ ਹੈ। ਹੁਣ ਸਾਡੇ ਪੇਸ਼ੈਂਟ ਨੂੰ ਗੁੱਸੇ ਦੀ ਲੋੜ ਨਹੀਂ ਹੈ। ਸਾਡਾ ਪੇਸ਼ੈਂਟ ਹੈ, ਪੇਸ਼ੈਂਟ ਤੁਹਾਡਾ ਪਿਆਰਾ ਇਨਸਾਨ ਹੈ ਜਿਹਨੂੰ ਇੱਕ ਬਿਮਾਰੀ ਲੱਗ ਗਈ ਹੈ। ਇਹਦੇ ਵਾਸਤੇ ਗੁੱਸਾ ਸਭ ਤੋਂ ਨੁਕਸਾਨਦੇਹ ਚੀਜ਼ ਹੈ। ਪਰ ਸਾਡੇ ਕੋਲ ਦੋ ਹੀ ਚੀਜ਼ਾਂ, ਜੇ ਆਪਾਂ ਗੁੱਸਾ ਕਰਦੇ ਹਾਂ ਜਾਂ ਅਸੀਂ ਗਮ ਕਰਦੇ ਹਾਂ। ਗਮ ਖਤਮ ਹੁੰਦਾ ਤਾਂ ਗੁੱਸਾ ਸ਼ੁਰੂ ਹੋ ਜਾਂਦਾ, ਗੁੱਸਾ ਸ਼ੁਰੂ ਹੁੰਦਾ ਤਾਂ ਗਮ। ਕਿਉਂਕਿ ਅਸੀਂ ਪੇਸ਼ੈਂਟ ਨੂੰ ਇਹ ਨਹੀਂ ਸੋਚਦੇ ਕਿ ਇਹਦੇ ਵੱਸ ਦੀ ਗੱਲ ਨਹੀਂ ਸੀਗੀ, ਇਹਨੇ ਆਪ ਜਾਣ ਕੇ ਨਹੀਂ ਛੇੜੀ, ਇਹਦੇ ਅੰਦਰ ਆਈ ਜੀਨਸ, ਇਹਦੇ ਅੰਦਰ ਪਈ ਹੈ ਬਿਮਾਰੀ। ਅੱਜ ਕਿਸੇ ਨੂੰ ਸ਼ੂਗਰ ਹੁੰਦੀ ਹੈ, ਉਹ ਜਾਣ ਕੇ ਨਹੀਂ ਸ਼ੂਗਰ ਕਰਾਉਂਦਾ। ਹਾਂ, ਇਹ ਗੱਲ ਜ਼ਰੂਰੀ ਹੈ ਕਿ ਜੇ ਅਸੀਂ ਕੁਝ ਆਦਤਾਂ ਆਪਣੀਆਂ ਚੇਂਜ ਕਰ ਲਈਏ, ਲਾਈਫ ਸਟਾਈਲ ਚੇਂਜ ਕਰ ਲਈਏ, ਘਰ ਦਾ ਐਟਮੋਸਫੀਅਰ ਚੇਂਜ ਕਰ ਲਈਏ, ਇਸ ਬਿਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ। ਇਸ ਬਿਮਾਰੀ ਨੂੰ ਕਿਉਰ ਨਹੀਂ ਕੀਤਾ ਜਾ ਸਕਦਾ, ਇਸ ਬਿਮਾਰੀ ਨੂੰ ਮੈਨੇਜ ਕੀਤਾ ਜਾ ਸਕਦਾ ਹੈ। ਅਸੀਂ ਸਾਰੇ ਆਪਣੀ ਲਾਈਫ ਦੀ ਮੈਨੇਜਮੈਂਟ ਕਰ ਸਕਦੇ ਹਾਂ, ਕਿਉਰ ਨਹੀਂ ਕਰ ਸਕਦੇ। ਜੇ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਨਾ, ਉਹ ਆਪਣੀ ਸ਼ੂਗਰ ਦੀ ਬਿਮਾਰੀ ਅੰਦਰੋਂ ਕੱਢ ਨਹੀਂ ਸਕਦਾ, ਉਸ ਸ਼ੂਗਰ ਦੀ ਬਿਮਾਰੀ ਦੇ ਨਾਲ ਰਹਿਣਾ ਸਿੱਖ ਸਕਦਾ ਹੈ। ਹੁਣ ਸਾਡੀ ਇੱਕ ਰਫ਼ਤਾਰ ਜ਼ਿੰਦਗੀ ਦੀ ਇਸ ਤਰ੍ਹਾਂ ਦੀ ਹੈ, ਜਿੱਥੇ ਅਸੀਂ ਚੱਲਦੇ ਪਏ ਹਾਂ ਅਤੇ ਇੱਕਦਮ ਅੱਗੇ ਇੱਕ ਪਹਾੜ ਆ ਗਿਆ। ਹੁਣ ਅਸੀਂ ਪਹਾੜ ਦੇ ਨਾਲ ਟਕਰਾਉਣਾ ਹੈ ਕਿ ਸਾਈਡ ਤੋਂ ਲੰਘ ਜਾਣਾ। ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਦੋ ਚੋਇਸਿਸ ਹੈਗੀਆਂ। ਜਾਂ ਤਾਂ ਇਸ ਚੀਜ਼ ਨੂੰ ਨਾ ਮੰਨੋ ਅਤੇ ਸਾਰੀ ਉਮਰ ਪਹਾੜ ਨਾਲ ਟਕਰਾਉਂਦੇ ਰਹੋ। ਅਸੀਂ ਜ਼ਖਮੀ ਹੋ ਜਾਵਾਂਗੇ, ਅਸੀਂ ਖਤਮ ਹੋ ਜਾਵਾਂਗੇ, ਪਹਾੜ ਨਹੀਂ ਹਿੱਲੇਗਾ। ਅਤੇ ਜਾਂ ਫਿਰ ਆਪਣੇ ਆਪ ਨੂੰ ਇਹੋ ਜਿਹੀ ਟ੍ਰੇਨਿੰਗ ਪਾਓ ਕਿ ਸਾਈਡ ਤੋਂ ਲੰਘ ਜਾਓ, ਫਿਰ ਜੇ ਅੱਗੋਂ ਪਹਾੜ ਆਏਗਾ ਫਿਰ ਸਾਈਡ ਤੋਂ ਲੰਘ ਜਾਓ, ਕਦੀ ਸੱਜਿਓਂ ਲੰਘ ਜਾਓ, ਕਦੀ ਖੱਬਿਓਂ ਲੰਘ ਜਾਓ। ਆਪਣੇ ਆਪ ਨੂੰ ਇਹੋ ਜਿਹੀ ਟ੍ਰੇਨਿੰਗ ਦੇ ਦਿਓ ਕਿ ਤੁਸੀਂ ਅੱਗੇ ਪਹਾੜ ਆਉਂਦੇ ਰਹਿਣੇ ਆ ਅਤੇ ਅਸੀਂ ਆਪਣੇ ਰਸਤੇ ਉਹਦੇ ਹਿਸਾਬ ਨਾਲ ਬਦਲਦੇ ਰਹਿਣਾ। ਅਤੇ ਸਾਰੀ ਉਮਰ ਦਾ ਲਰਨਿੰਗ ਪ੍ਰੋਸੈਸ ਹੈ। ਜੇ ਤੁਸੀਂ ਕਹੋ ਕਿ ਮੈਂ 2 ਮਹੀਨੇ ਕਰਕੇ ਛੱਡ ਦਿਆਂ, 3 ਮਹੀਨੇ ਕਰਕੇ, ਕਿਉਂਕਿ ਬਿਮਾਰੀ ਜਿਹੜੀ ਹੈ ਉਹ ਅਗਲੇ ਚਰਨ 'ਚ ਪਹੁੰਚ ਜਾਣੀ ਹੈ। ਅਤੇ ਜੇ ਤੁਸੀਂ ਪਹਿਲਾਂ ਤੋਂ ਤਿਆਰੀ ਕਰਕੇ ਰੱਖੋਗੇ ਹਰ ਚੀਜ਼ ਦੀ, ਵੀ ਮੈਨੂੰ ਕਿਹੜੀਆਂ ਚੀਜ਼ਾਂ ਤੋਂ ਗੁੱਸਾ ਆਉਂਦਾ, ਮੈਂ ਇਹਨਾਂ ਚੀਜ਼ਾਂ 'ਤੇ ਨਹੀਂ ਆਉਣ ਦੇਣਾ, ਮੈਨੂੰ ਆਪਣੇ ਪੇਸ਼ੈਂਟ ਦੀ ਕਿਹੜੀਆਂ ਹਰਕਤਾਂ ਦੇਖ ਕੇ ਗੁੱਸਾ ਆਉਂਦਾ, ਮੈਂ ਉਸ ਵੇਲੇ ਆਪਣੇ ਨਾਲ ਕੀ ਗੱਲ ਕਰਨੀ ਹੈ, ਮੈਨੂੰ ਆਪਣੇ ਪੇਸ਼ੈਂਟ ਦੀਆਂ ਕਿਹੜੀਆਂ ਚੀਜ਼ਾਂ ਨਹੀਂ ਚੰਗੀਆਂ ਲੱਗ ਰਹੀਆਂ, ਨਹੀਂ ਸਵੀਕਾਰ। ਹੁਣ ਕਈ ਅਸੀਂ ਆਪਾਂ ਰਿਲੀਜੀਅਨ ਇਸ਼ੂ ਕਰ ਲੈਂਦੇ ਹਾਂ, ਜਿਵੇਂ ਮੇਰੇ ਪਿਛਲੇ ਪੇਸ਼ੈਂਟ ਨੇ ਸਿਗਰਟ ਨੂੰ ਹੱਥ ਕਿਉਂ ਲਾ ਲਿਆ, ਮੇਰੇ ਪੇਸ਼ੈਂਟ ਨੇ ਤੰਬਾਕੂ ਕਿਉਂ ਕਰ ਲਿਆ। ਸਾਡੇ ਤਾਂ ਧਰਮ 'ਚ ਨਹੀਂ ਹੈ। ਮੈਂ ਕਦੀ ਜ਼ਿੰਦਗੀ 'ਚ ਘਰ 'ਚੋਂ ਨਹੀਂ ਵਾੜਿਆ। ਇਹ ਜਿਹੜਾ ਮੈਂ ਆ ਗਿਆ ਨਾ, ਮੈਂ ਆਪਣੀ ਜ਼ਿੰਦਗੀ 'ਚ ਇਹ ਨਹੀਂ ਕੀਤਾ, ਮੈਂ ਆਪਣੀ ਜ਼ਿੰਦਗੀ 'ਚ ਇਹ ਨਹੀਂ ਕੀਤਾ। ਇਹ ਕਾਫੀ ਹੈ ਵੱਡੀ ਬਿਮਾਰੀ ਹੈ। ਇਹਦਾ ਮਤਲਬ ਬਿਮਾਰ ਅਸੀਂ ਵੀ ਹਾਂ ਜਦੋਂ ਅਸੀਂ ਮੈਂ ਕਰਦੇ ਹਾਂ ਨਾ। ਕਿਉਂਕਿ ਇਨਸਾਨ ਦਾ ਜਿਹੜਾ ਗੁਰੂਰ ਹੈ, ਪ੍ਰਾਈਡ ਹੈ, ਹੰਕਾਰ ਹੈ ਨਾ, ਇਹ ਇਸ ਘਰ ਦੇ ਵਿੱਚ, ਜਿੱਥੇ ਇੱਕ ਘਰ ਦੇ ਵਿੱਚ ਜਾਂ ਹੰਕਾਰ ਰਹੇਗਾ ਜਾਂ ਸਕੂਨ ਰਹੇਗਾ, ਜਾਂ ਸ਼ਾਂਤੀ ਰਹੇਗੀ, ਖੁਸ਼ੀ ਰਹੇਗੀ, ਜਾਂ ਹੰਕਾਰ ਰਹੇਗਾ। ਹੁਣ ਜਿਸ ਘਰ ਦੇ ਵਿੱਚ ਹੰਕਾਰ ਹੈਗਾ ਨਾ, ਇਹਦਾ ਮਤਲਬ ਹੈ ਕਿ ਉਸ ਘਰ ਦੇ ਵਿੱਚ ਬਿਮਾਰੀ ਜਿਹੜੀ ਹੈ ਉਹ ਵਧੀ ਫੁੱਲੇਗੀ। ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਕਿ ਭਈ ਸਾਡੇ ਪੇਸ਼ੈਂਟ ਨੇ ਇਹ ਪਤਾ ਨਹੀਂ ਕਿਹੜੀ ਕਰਤੂਤ ਕੀਤੀ, ਕਰਤੂਤ ਉਹਨੇ ਕੋਈ ਨਹੀਂ ਕੀਤੀ, ਉਹ ਬਿਮਾਰ ਸੀਗਾ। ਜੋ ਉਹਨੇ ਕੀਤਾ ਬਿਮਾਰੀ ਦੇ ਇਨਫਲੂਐਂਸ ਦੇ ਅੰਡਰ ਕੀਤਾ। ਜੇ ਉਹਨੇ ਗੁੱਸਾ ਕੀਤਾ, ਬਿਮਾਰੀ ਦੇ ਇਨਫਲੂਐਂਸ 'ਚ ਕੀਤਾ। ਜੇ ਉਹਨੇ ਗਾਲਾਂ ਕੱਢੀਆਂ, ਬਿਮਾਰੀ ਦੇ ਇਨਫਲੂਐਂਸ 'ਚ ਕੀਤਾ। ਜੇ ਉਹਨੇ ਤੋੜ ਫੋੜ ਕੀਤੀ, ਬਿਮਾਰੀ ਦੇ ਇਨਫਲੂਐਂਸ 'ਚ ਕੀਤਾ। ਹੁਣ ਉਹਨੇ ਜੋ ਕੁਛ ਕੀਤਾ, ਰਿਸ਼ਤੇ ਖਰਾਬ ਕੀਤੇ, ਬਿਮਾਰੀ ਦੇ ਇਨਫਲੂਐਂਸ 'ਚ ਕੀਤੇ। ਜੇ ਉਹਨੇ ਪੈਸਾ ਉਜਾੜਿਆ, ਬਿਮਾਰੀ ਦੇ ਇਨਫਲੂਐਂਸ 'ਚ ਕੀਤਾ। ਤੁਸੀਂ ਦੱਸੋ ਕਿੰਨਾ ਕਸੂਰਵਾਰ ਹੈ, ਕਿੰਨਾ ਕਸੂਰ ਹੈ। ਇੱਕ ਬੰਦਾ ਕਿੰਨਾ ਕਸੂਰਵਾਰ ਹੈ ਜੇ ਉਹਨੂੰ ਹਾਰਟ ਅਟੈਕ ਹੋ ਜਾਂਦਾ। ਇੱਕ ਬੰਦਾ ਹੈ ਜਿਹਨੂੰ ਕੈਂਸਰ ਹੋ ਜਾਂਦਾ, ਉਹ ਕਿੰਨਾ ਕਸੂਰਵਾਰ ਹੈ। ਇੱਕ ਬੰਦੇ ਨੂੰ ਕੋਈ ਕੈਂਸਰ ਹੋ ਜਾਂਦਾ, ਉਹਦਾ ਕਸੂਰ ਕੀ ਹੈ। ਅਤੇ ਇੱਕ ਬੰਦੇ ਨੂੰ ਇਹ ਵਾਲੀ ਬਿਮਾਰੀ ਲੱਗ ਗਈ ਹੈ, ਉਹਦਾ ਕਸੂਰ ਕੀ ਹੈ। ਜੇ ਤੁਸੀਂ ਔਖੇ ਹੋ ਤਾਂ ਉਹ ਵੀ ਔਖਾ ਹੈ। ਜੇ ਤੁਹਾਨੂੰ ਆਪਣੀ ਮਤਲਬ ਦੇਖ ਕੇ ਉਹਨੂੰ ਦੁੱਖ ਹੋ ਰਿਹਾ, ਉਹਨੂੰ ਵੀ ਆਪਣੀ ਬੇਵਸੀ ਨੂੰ ਦੇਖ ਕੇ ਦੁੱਖ ਹੋ ਰਿਹਾ ਕਿ ਮੈਂ ਤੁਹਾਨੂੰ ਦੁੱਖ ਦੇਣਾ ਨਹੀਂ ਚਾਹੁੰਦਾ, ਪਰ ਮੇਰੇ ਵੱਸ ਦੀ ਗੱਲ ਨਹੀਂ ਹੈਗੀ। ਮੈਂ ਕਹਿੰਦਾ ਕਿ ਮੈਂ ਤਾਂ ਆਪਣੇ ਪਿਓ ਨੂੰ ਦੁੱਖ ਨਾ ਕਰਾਂ,
ਮੈਂ ਕਹਿੰਦਾ ਕਿ ਮੈਂ ਆਪਣੀ ਮਦਰ ਨੂੰ ਦੁੱਖ ਨਾ ਦਿਆਂ, ਪਰ ਮੇਰੇ ਵੱਸ ਦੀ ਗੱਲ ਨਹੀਂ ਹੈ। ਤੁਸੀਂ ਦੱਸੋ ਇਹ ਕਿੰਨੀ ਵੱਡੀ ਬੇਵਸੀ ਹੈ। ਹਰ ਵੇਲੇ ਸਾਡਾ ਬੱਚਾ ਸੋਚਦਾ ਪਿਆ ਕਿ ਮੈਂ ਆਪਣੇ ਮਾਂ ਪਿਓ ਨੂੰ ਦੁਖੀ ਨਹੀਂ ਕਰਨਾ, ਮੈਨੂੰ ਦੇਖ ਕੇ ਮਾਂ ਪਿਓ ਨੂੰ ਤਕਲੀਫ ਨਾ ਹੋਏ, ਪਰ ਹਰ ਵਾਰੀ ਉਹਦੇ ਕੋਲੋਂ ਉਹ ਕੰਮ ਹੋ ਜਾਂਦਾ ਜਿਹਦੇ ਕਰਕੇ ਮਾਂ ਪਿਓ ਨੂੰ ਅੱਗੇ ਤੋਂ ਵੀ ਜ਼ਿਆਦਾ ਤਕਲੀਫ ਹੁੰਦੀ ਹੈ। ਤੁਸੀਂ ਦੱਸੋ ਉਹ ਕਿੱਡਾ ਬੇਵੱਸ ਹੈ। ਇਹ ਬਿਮਾਰੀ ਬੇਵਸੀ ਦੀ ਹੈ। ਹੁਣ ਜਿਹੜਾ ਸਾਨੂੰ ਇੱਕ ਚੀਜ਼ ਰਿਅਲਾਈਜੇਸ਼ਨ ਕਰਨੀ ਪਏਗੀ ਕਿ ਅਸੀਂ ਚਾਹ ਕੇ ਵੀ ਉਹਦੀ ਤਕਲੀਫ ਨੂੰ ਨਹੀਂ ਲੈ ਸਕਦੇ, ਅਸੀਂ ਉਹਦੀ ਤਕਲੀਫ ਨੂੰ ਹੰਢਾ ਨਹੀਂ ਸਕਦੇ। ਸਾਨੂੰ ਆਪਣੀ ਤਕਲੀਫ ਘਟਾਵਾਂਗੇ ਤੇ ਫਿਰ ਬੱਚੇ ਨੂੰ ਇੱਕ ਦਿਨ ਜਾਚ ਆਏਗੀ ਕਿ ਮੈਂ ਆਪਣੇ ਵੰਡੇ ਦੀ ਤਕਲੀਫ ਹੰਢਾਣੀ ਹੈ। ਸਾਡੇ ਬੱਚਿਆਂ ਨੂੰ ਆਪਣੇ ਵੰਡੇ ਦੀ ਤਕਲੀਫ ਆਪ ਹੰਢਾਣੀ ਪੈਣੀ ਹੈ। ਉਹ ਇਸ ਬਿਮਾਰੀ 'ਚੋਂ ਬਾਹਰ ਉਦੋਂ ਆਉਣਗੇ ਜਦੋਂ ਇਸ ਬਿਮਾਰੀ ਦੇ ਕਰਕੇ ਹੋਣ ਵਾਲੀਆਂ ਤਕਲੀਫਾਂ ਉਹ ਆਪਣੇ 'ਤੇ ਹੰਢਾਣਗੇ। ਜੇ ਹਾਲੇ ਵੀ ਬੱਚੇ ਜਿਹੜੀ ਆਪਣੀ ਤਕਲੀਫ ਹੰਢਾਉਣਾ ਚਾਹੁੰਦੇ ਆ, ਇਹਦੀ ਜ਼ਿੰਮੇਵਾਰੀ ਤੁਸੀਂ ਚੁੱਕ ਰਹੇ ਹੋ, ਤੇ ਫਿਰ ਤੁਸੀਂ ਬਿਮਾਰੀ ਨੂੰ ਨਹੀਂ ਕਦੀ ਠੀਕ ਕਰ ਪਾਓਗੇ, ਨਾ ਹੀ ਠੀਕ ਕਰਾ ਪਾਓਗੇ। ਫਿਰ ਤੇ ਸਮਝ ਲਓ ਕਿ ਬੱਚੇ ਦੀ ਬਿਮਾਰੀ ਵੱਧਦੀ ਰਹੇਗੀ, ਅਤੇ ਜਦੋਂ ਤੱਕ ਤੁਸੀਂ ਹੈਗੇ ਹੋ ਤੁਸੀਂ ਉਸ ਬਿਮਾਰੀ ਨੂੰ, ਉਹਦੀ ਪੀੜ ਨੂੰ ਚੁੱਕਦੇ ਰਹੋਗੇ। ਅਤੇ ਜਿਸ ਦਿਨ ਆਪਾਂ ਨਹੀਂ ਹੋਵਾਂਗੇ ਫਿਰ ਬੱਚੇ ਬਿਲਕੁਲ ਅਪਾਹਿਜ ਹੋਣਗੇ, ਉਹ ਦੁਨੀਆ ਦੇ ਵਿੱਚ ਇਕੱਲੇ ਰਹਿ ਜਾਣਗੇ। ਸਾਡੇ ਕੋਲ ਟਾਈਮ ਹੈ, ਸਾਡੇ ਕੋਲ ਮੌਕਾ ਹੈ ਕਿ ਆਪਣੇ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜਾ ਕਰ ਸਕੀਏ, ਅਤੇ ਆਪਣੇ ਪੈਰਾਂ 'ਤੇ ਉਹ ਇਸ ਬਿਮਾਰੀ ਦੇ ਹੁੰਦਿਆਂ ਖੜੇ ਹੋਣ ਵਾਸਤੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਬਚਪਨ 'ਚ ਨਹੀਂ ਸਿੱਖੀਆਂ, ਉਹ ਅੱਜ ਦੇ ਦਿਨ 'ਚ ਉਹਨਾਂ ਨੂੰ ਸਿੱਖਣ ਦਈਏ, ਉਹਨਾਂ ਨੂੰ ਮੌਕਾ ਦਈਏ। ਸਾਡਾ ਆਪਣਾ ਦਿਲ ਨਾ ਥੱਲੇ ਥੱਲੇ ਡਿੱਗੇ ਕਿ ਸਾਡੇ ਬੱਚੇ ਨੂੰ ਹੰਢਾਉਣਾ ਪੈ ਰਿਹਾ, ਹਾਏ ਸਾਡੇ ਬੱਚੇ ਨੂੰ ਇਹ ਕਰਨਾ ਪੈ ਰਿਹਾ, ਹਾਏ ਸਾਡੇ ਬੱਚੇ ਨੂੰ ਇਹ ਕਰਨਾ ਪੈ ਰਿਹਾ। ਉਹ ਬੱਚੇ ਦੇ ਹੋਣਾ ਹੀ ਜੇ ਬੱਚਾ ਇਸ ਬਿਮਾਰੀ 'ਚ ਫਸ ਗਿਆ, ਉਹਨੂੰ ਆਪਣੇ ਵੰਡੇ ਦੀ ਤਕਲੀਫ ਸਹਾਰਨੀ ਪੈਣੀ ਹੈ। ਤੁਸੀਂ ਉਹਦੀ ਤਕਲੀਫ ਨਹੀਂ ਸਹਾਰ ਸਕਦੇ। ਹਾਂ, ਤੁਸੀਂ ਉਹਦੇ ਵਾਸਤੇ ਕੀ ਕਰ ਸਕਦੇ ਹੋ, ਜੇ ਤੁਸੀਂ ਆਪਣੇ ਦਿਲ 'ਤੇ ਪੱਥਰ ਰੱਖ ਲਓ ਵੀ ਜਦੋਂ ਬੱਚਾ ਤੁਹਾਡੇ ਸਾਹਮਣੇ ਤਕਲੀਫ 'ਚ ਹੋਏ ਅਤੇ ਤੁਸੀਂ ਉਹਨੂੰ ਪਿਆਰ ਕਰ ਸਕੋ, ਉਹਨੂੰ ਤੁਸੀਂ ਰਿਸਪੈਕਟ ਕਰ ਸਕੋ, ਉਹਦੀ ਗੱਲ ਨਾ ਮੰਨੋ। ਇਹ ਤੁਸੀਂ ਆਰਟ ਸਿੱਖਣਾ, ਕਿਉਂਕਿ ਜਿਹੜੀ ਗੱਲ ਮੰਨੋਗੇ ਉਹਦੇ ਨਾਲ ਬਿਮਾਰੀ ਵਧੇਗੀ, ਜੇ ਬੇਇੱਜ਼ਤੀ ਕਰੋਗੇ ਉਹਦੇ ਨਾਲ ਬਿਮਾਰੀ ਵਧੇਗੀ, ਜੇ ਨੁਕਤਾਚੀਨੀ ਕਰੋਗੇ ਉਹਦੇ ਨਾਲ ਬਿਮਾਰੀ ਵਧੇਗੀ, ਜੇ ਉਹਦੀਆਂ ਸਾਰੀਆਂ ਗੱਲਾਂ ਮੰਨੋਗੇ ਤਾਂ ਉਹ ਤਾਂ ਫਿਰ ਖਤਮ ਹੀ ਹੋ ਜਾਏਗਾ। ਕਿਉਂਕਿ ਸਾਡੇ ਅੰਦਰ ਬੇਚੈਨੀ ਹੁੰਦੀ ਹੈ ਕਿ ਸਾਡੇ ਕੋਲ ਉਹ ਚੀਜ਼ ਪਈ ਹੈ, ਬੱਚੇ ਨੂੰ ਅੱਜ ਪੈਸੇ ਚਾਹੀਦੇ ਆ, ਅਸੀਂ ਉਹਨੂੰ ਕੱਢ ਕੇ ਦੇ ਦਿੰਦੇ ਹਾਂ ਵੀ ਬੱਚਾ ਖੁਸ਼ ਹੋ ਜਾਏਗਾ, ਇਹ ਖੁਸ਼ ਹੋ ਕੇ ਫਿਰ ਮੇਰੀਆਂ ਗੱਲਾਂ ਮੰਨਣ ਲੱਗ ਪਏਗਾ। ਸਾਡੇ ਬੱਚੇ ਦੇ ਵਾਸਤੇ ਨਹੀਂ ਹੈ ਕਿ ਖੁਸ਼ ਹੋ ਕੇ ਤੁਹਾਡੀਆਂ ਗੱਲਾਂ ਮੰਨਣੀਆਂ ਸ਼ੁਰੂ ਕਰ ਦੇ, ਕਿਉਂਕਿ ਉਹ ਗੱਲਾਂ ਤੁਹਾਡੀਆਂ ਤਾਂ ਨਹੀਂ ਮੰਨਣਾ ਚਾਹੁੰਦਾ, ਇਸ ਕਰਕੇ ਨਹੀਂ ਵੀ ਤੁਹਾਡੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ, ਇਸ ਕਰਕੇ ਨਹੀਂ ਗੱਲਾਂ ਮਨਾ ਪਾ ਰਿਹਾ ਕਿਉਂਕਿ ਉਹਦੀ ਮਰਜ਼ੀ ਆਪਣੇ 'ਤੇ ਨਹੀਂ ਚੱਲਦੀ ਪਈ। ਉਹ ਤੁਹਾਡੀ ਮਰਜ਼ੀ ਨਾਲ ਕਿਸ ਤਰ੍ਹਾਂ ਚੱਲੇਗਾ? ਉਹਦੀ ਮਰਜ਼ੀ ਬਿਮਾਰ ਹੈ, ਉਹਦੇ ਦਿਮਾਗ ਦੇ ਵਿੱਚੋਂ ਜਿਹੜੀ ਮਰਜ਼ੀ ਨਿਕਲਦੀ ਹੈ ਨਾ, ਉਹ ਬਿਮਾਰ ਹੈ। ਉਹ ਮਰਜ਼ੀ ਆਪਣੇ 'ਤੇ ਵੀ ਨਹੀਂ ਚਲਾ ਰਿਹਾ, ਉਹ ਤੁਹਾਡੇ 'ਤੇ ਫਿਰ ਥੋੜ੍ਹੀ ਬਹੁਤੀ ਚੱਲ ਜਾਂਦੀ ਹੈ, ਆਪਣੇ 'ਤੇ ਤਾਂ ਉਹ ਬਿਲਕੁਲ ਨਹੀਂ ਚਲਾ ਪਾ ਰਿਹਾ। ਜੇ ਉਹ ਚਾਹੁੰਦਾ ਉੱਠੇ ਤਾਂ ਉੱਠ ਨਹੀਂ ਸਕਦਾ, ਜੇ ਉਹ ਚਾਹੁੰਦਾ ਹੱਸਣਾ ਤਾਂ ਹੱਸ ਨਹੀਂ ਸਕਦਾ, ਜੇ ਉਹ ਚਾਹੁੰਦਾ ਰੋਣਾ ਤਾਂ ਉਹ ਰੋ ਨਹੀਂ ਸਕਦਾ, ਜੇ ਉਹ ਚਾਹੁੰਦਾ ਤੁਹਾਡੇ ਨਾਲ ਗੱਲ ਕਰਨੀ ਤਾਂ ਉਹ ਗੱਲ ਨਹੀਂ ਕਰ ਸਕਦਾ, ਜੋ ਉਹ ਚਾਹੁੰਦਾ ਕਰ ਹੀ ਨਹੀਂ ਸਕਦਾ ਪਿਆ। ਤੁਸੀਂ ਦੱਸੋ ਕਿੰਨਾ ਔਖਾ ਸਾਡਾ ਪੇਸ਼ੈਂਟ, ਕਿੰਨਾ ਪੇਨ 'ਚ ਹੈ। ਤੁਹਾਨੂੰ ਬਾਹਰਲੀ ਪੇਨ ਨਜ਼ਰ ਆਉਂਦੀ ਹੈ ਨਾ, ਜਿਹੜਾ ਤੁਹਾਨੂੰ ਬੱਚਾ ਕਹਿੰਦਾ ਨਾ ਮੇਰਾ ਦਿਲ ਨਹੀਂ ਲੱਗਦਾ, ਮੈਂ ਲੋਨਲੀ ਹਾਂ, ਇਹ ਬੱਚਾ ਡਿਪਰੈਸਡ ਹੈ। ਇਹਦੇ ਅੰਦਰ ਉਹ ਕੈਮੀਕਲ ਹੀ ਨਹੀਂ ਬਣਦਾ ਪਿਆ ਜਿਹੜਾ ਖੁਸ਼ੀ ਵਾਲਾ ਕੈਮੀਕਲ, ਇਹਦੇ ਅੰਦਰ ਸੋਕਾ ਪੈ ਗਿਆ ਕੈਮੀਕਲ ਦਾ, ਜਿਹਦੇ ਕਰਕੇ ਉਹਨੇ ਖੁਸ਼ੀ ਮਹਿਸੂਸ ਕਰਨੀ। ਹੁਣ ਤੁਸੀਂ ਦੱਸੋ ਇੱਕ ਬੱਚੇ ਦਾ ਜੀਵਨ ਜੀਣਾ ਜਿਹਦੇ ਵਿੱਚ ਉਹਦੇ ਖੁਸ਼ੀ ਦਾ ਕੈਮੀਕਲ ਦਾ ਸੋਕਾ ਪੈ ਗਿਆ, ਉਹ ਸੈੱਲ ਹੀ ਖਤਮ ਹੋ ਗਿਆ ਜਿਨ੍ਹਾਂ ਨੇ ਖੁਸ਼ੀ ਅੰਦਰੋਂ ਪੈਦਾ ਕਰਨੀ ਸੀ, ਉਹ ਬੱਚਾ ਆਪਣੀ ਪੀੜ ਹੰਢਾਏਗਾ ਹੀ ਹੰਢਾਏਗਾ। ਪਰ ਤੁਸੀਂ ਉਹਦੀ ਪੀੜ ਨੂੰ ਬਤਾ ਸਕਦੇ ਹੋ ਕਿ ਉਹਦੀਆਂ ਕੁਝ ਗੱਲਾਂ ਮੰਨ ਕੇ ਉਹਨੂੰ ਇਹ ਹੋ ਜਾਏਗਾ ਕਿ ਤੁਸੀਂ ਗੱਲ ਮੰਨ ਲਓਗੇ, ਉਹ ਗੱਲ ਜਿਹੜੀ ਮਨਾਏਗਾ ਉਹਦੀ ਬਿਮਾਰੀ ਨੂੰ ਵਧਾਏਗੀ, ਉਹਦਾ ਸੋਕਾ ਹੋਰ ਵਧੇਗਾ, ਉਹ ਆਪਣੇ ਡੈਥ ਟਰੈਪ ਦੇ ਵਿੱਚ ਫਸਦਾ ਜਾਏਗਾ, ਜਿਹਦੇ 'ਚ ਕਿ ਤੁਸੀਂ ਵੀ ਪਾਰਟਨਰ ਬਣ ਜਾਓਗੇ। ਫਿਰ ਪਾਰਟਨਰ ਇਨ ਕ੍ਰਾਈਮ ਹੁੰਦਾ ਨਾ, ਇੱਕ ਕ੍ਰਾਈਮ 'ਤੇ ਬਿਮਾਰੀ ਕਰ ਰਹੀ ਹੈ, ਫਿਰ ਦੂਜਾ ਕ੍ਰਾਈਮ ਪੇਰੈਂਟਸ ਕਰ ਰਹੇ ਆ ਉਹਦੀਆਂ ਗੱਲਾਂ ਮੰਨ ਕੇ। ਹੁਣ ਜੇ ਤੁਹਾਡਾ ਦਿਲ ਨਹੀਂ ਖਲੋਂਦਾ ਪਿਆ ਅਤੇ ਉਹਦੇ 'ਚ ਉਹਦਾ ਕੀ ਕਸੂਰ ਹੈ ਵੀ? ਹੀ ਡਜ਼ਨਟ ਵਾਂਟ ਕਿ ਤੁਸੀਂ ਉਹਦੀਆਂ ਗੱਲਾਂ ਮੰਨੋ, ਹੀ ਵਾਂਟਸ ਕਿ ਉਹਨੂੰ ਰਿਸਪੈਕਟ ਦਿਓ, ਉਹਨੂੰ ਰਿਗਾਰਡ ਦਿਓ, ਉਹਦੀ ਬੇਇੱਜ਼ਤੀ ਨਾ ਕਰੋ, ਉਹਦੀ ਨੁਕਤਾਚੀਨੀ ਨਾ ਕਰੋ, ਉਹਨੂੰ ਥੱਲੇ ਨਾ ਲਾਓ, ਉਹਨੂੰ ਨਿੱਕਾ ਨਾ ਸਮਝੋ, ਉਹਨੂੰ ਨਾਕਾਬਲ ਨਾ ਸਮਝੋ ਕਿ ਤੇਰੇ ਕੋਲ ਕੁਛ ਨਹੀਂ ਹੋਣਾ, ਤੂੰ ਕਿਸੇ ਜਗ੍ਹਾ ਨਹੀਂ ਹੈ, ਉਹਨੂੰ ਇਹੋ ਜਿਹੀਆਂ ਲਾਹਨਤਾਂ ਨਾ ਪਾਓ, ਉਹਦੇ ਨਾਲ ਸਰਕਾਜ਼ਮ ਵਾਲੀ ਗੱਲ ਨਾ ਕਰੋ, ਉਹਨੂੰ ਤਾਨੇ ਨਾ ਮਾਰੋ,
ਉਹਨੂੰ ਇਹੋ ਜਿਹਾ ਕੁਛ ਨਾ ਕਰੋ ਜਿਹਦੇ ਨਾਲ ਉਹਦੀ ਅੱਗੇ ਹੀ ਉਹਦੀ ਆਪਣੇ ਨਜ਼ਰਾਂ ਦੇ ਵਿੱਚ ਕੋਈ ਰਿਸਪੈਕਟ ਨਹੀਂ ਹੈਗੀ, ਕੋਈ ਵੈਲਿਊ ਨਹੀਂ ਹੈਗੀ, ਅੱਗੇ ਹੀ ਉਹ ਖੋ ਚੁੱਕਿਆ ਕਿਉਂਕਿ ਉਹਦੀ ਮਰਜ਼ੀ ਨਹੀਂ ਚੱਲਦੀ ਪਈ। ਉਹ ਲੋ ਸੈਲਫ ਐਸਟੀਮ ਦਾ ਮਾਰਿਆ ਹੈ, ਉਹ ਆਪਣੀ ਵੈਲਿਊ ਦੁੱਕੀ ਨਹੀਂ ਲਾਉਂਦਾ ਪਿਆ, ਹਰ ਦੁੱਕੀ ਦੀ ਚੀਜ਼ ਪਿੱਛੇ ਉਹਨੂੰ ਉਹ ਖਤਮ ਹੋ ਜਾਂਦਾ। ਤਾਂ ਤੁਸੀਂ ਉਹਦੀ ਵੈਲਿਊ ਹੋਰ ਘਟਾਉਂਦੇ ਪਏ ਹੋ। ਤੁਸੀਂ ਦੱਸੋ ਆਪਣੇ ਬੱਚੇ ਦੇ ਦੁੱਖ ਵਧਾਉਂਦੇ ਪਏ ਹੋ ਕਿ ਘਟਾਉਂਦੇ ਪਏ ਹੋ? ਤੁਸੀਂ ਆਪਣੀ ਮਰਜ਼ੀ ਨਾਲ ਆਪਣਾ ਇਲਾਜ ਕਰਾਉਂਦੇ ਪਏ ਉਹਦਾ। ਹੁਣ ਮੈਨੂੰ ਦੱਸੋ ਕਿ ਜੇ ਤੁਹਾਡੀ ਮਰਜ਼ੀ ਬਿਮਾਰ ਹੋਈ ਤੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਇੱਕ ਉਸ ਬੰਦੇ ਦਾ ਇਲਾਜ ਕਰਾ ਰਹੇ ਹੋ ਜਿਹਦੀ ਮਰਜ਼ੀ ਆਪਣੇ ਤੇ ਨਹੀਂ ਚੱਲਦੀ, ਤਾਂ ਤੁਸੀਂ ਦੱਸੋ ਕਿ ਤੁਸੀਂ ਪਾਰਟਨਰ ਇਨ ਕ੍ਰਾਈਮ ਨਹੀਂ ਹੋਏ? ਇਹਦਾ ਮਤਲਬ ਹੈ ਕਿ ਅਸੀਂ ਬਜਾਏ ਕਿ ਬੱਚੇ ਨੂੰ ਪੁਆਇਜ਼ਨ ਰਹਿਤ ਕਰੀਏ, ਅਸੀਂ ਆਪਣੇ ਆਪ ਹੀ ਬੱਚੇ ਨੂੰ ਪੁਆਇਜ਼ਨ ਕਰੀ ਜਾ ਰਹੇ ਹਾਂ। ਸਿਰਫ ਇੱਥੇ ਕਰਕੇ ਆਪਣੇ ਆਪ ਨੂੰ ਸ਼ਾਂਤ ਨਾ ਕਰ ਲਓ ਕਿ ਨਸ਼ਾ ਨਹੀਂ ਕਰ ਰਿਹਾ। ਜੇ ਨਸ਼ਾ ਨਹੀਂ ਕਰ ਰਿਹਾ, ਉਹ ਨਸ਼ੇ ਤੋਂ ਵੱਧ ਕੁਝ ਕਰ ਰਿਹਾ ਹੈ ਜਿਹਦੇ ਨਾਲ ਉਹ ਕਦੀ ਖੁਸ਼ ਨਹੀਂ ਹੋ ਸਕਦਾ। ਉਹ ਆਪਣੇ ਜ਼ਖਮ ਨੂੰ ਛੇੜੀ ਜਾ ਰਿਹਾ ਹੈ ਤੇ ਆਪਣਾ ਉਹਦਾ ਜ਼ਖਮ ਉਹਦਾ ਹਰਾ ਰਹੇਗਾ, ਤੇ ਜਿੰਨੀ ਦੇਰ ਤੱਕ ਉਹ ਰਹੇਗਾ ਉਨੀ ਦੇਰ ਤੱਕ ਆਪਣੇ ਜ਼ਖਮ ਨੂੰ ਵੱਧਦਾ ਦੇਖੇਗਾ ਤੇ ਨਾਲੇ ਆਪਣੇ ਤੇ ਤਰਸ ਖਾਏਗਾ ਤੇ ਨਾਲੇ ਉਹਦੀ ਇੱਕ ਦਿਨ ਹਿੰਮਤ ਖਤਮ ਹੋ ਜਾਏਗੀ ਜ਼ਿੰਦਗੀ ਜੀਣ ਦੀ, ਉਹਨੂੰ ਕੋਈ ਚਾਅ ਨਹੀਂ ਆਏਗਾ। ਉਹਦੇ ਵਾਸਤੇ ਹੁਣ ਮਾਂ ਵੀ ਨਸ਼ਾ, ਪਿਓ ਵੀ ਨਸ਼ਾ, ਦੁਨੀਆ ਵੀ ਨਸ਼ਾ, ਭਰਾ ਵੀ ਨਸ਼ਾ, ਵਾਈਫ ਵੀ ਨਸ਼ਾ, ਉਹਦੇ ਜੇਬ 'ਚ ਹੈਗਾ। ਉਹਨੂੰ ਹੁਣ ਜਦੋਂ ਮੌਕਾ ਮਿਲੇਗਾ ਸਭ ਤੋਂ ਪਹਿਲਾਂ ਉਹ ਕੰਮ ਕਰੇਗਾ ਕਿ ਆਪਣੀ ਬੇਚੈਨੀ ਘਟਾਏਗਾ। ਹੁਣ ਜੇ ਅਸੀਂ ਉਹਨੂੰ ਰੈਗੂਲੇਟਰ ਨਹੀਂ ਸਿਖਾਵਾਂਗੇ ਕਿ ਆਪਣੀ ਬੇਚੈਨੀ ਘਟਾਉਣ ਦਾ, ਜੇ ਬਾਹਰੋਂ ਕੋਈ ਪ੍ਰਬੰਧ ਨਹੀਂ ਹੁੰਦਾ ਤੇ ਫਿਰ ਆਪਣੇ ਆਪ ਕਿਵੇਂ ਘਟਾਏ? ਹੁਣ ਅਸੀਂ ਜਿਹੜੀ ਸਿਚੁਏਸ਼ਨ, ਜਿਹੜੀ ਅਸੀਂ ਇਲਾਜ ਨੂੰ ਮੰਨਦੇ ਹਾਂ, ਉਹਦੇ 'ਚ ਅਸੀਂ ਕਹਿੰਦੇ ਹਾਂ ਫੈਮਿਲੀ ਫਸਟ। ਫੈਮਿਲੀ ਫਸਟ ਦਾ ਮਤਲਬ ਕੀ ਹੈ ਕਿ ਜੇ ਫੈਮਿਲੀ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਠੀਕ ਨਹੀਂ ਕਰੇਗੀ ਤੇ ਉਹ ਆਸ ਨਾ ਕਰੇ ਕਿ ਆਪਣੇ ਬੱਚੇ ਨੂੰ ਇਸ ਦੁਖਦਾਈ ਸਭ ਤੋਂ ਖਤਰਨਾਕ ਬਿਮਾਰੀ ਦੇ ਵਿੱਚੋਂ ਕੱਢ ਸਕੇਗੀ। ਫੈਮਿਲੀ ਫਸਟ। ਜਿਹੜੀ ਫੈਮਿਲੀ ਨਹੀਂ ਠੀਕ ਹੋਏਗੀ ਨਾ, ਉਹ ਸਿਰਫ ਬਸ ਮਿਰੇਕਲ ਵਾਸਤੇ ਹੀ ਸੋਚ ਸਕਦੀ ਹੈ। ਫੈਮਿਲੀ ਫਸਟ ਦਾ ਮਤਲਬ ਇਹ ਹੈ ਕਿ ਬੱਚੇ ਵੱਲ ਧਿਆਨ ਬੰਦ ਕਰ ਦਿਓ। ਜਿਹੜਾ ਤੁਸੀਂ ਦੇਖਦੇ ਪਏ ਹੋ ਨਾ ਬੱਚਿਆਂ ਵੱਲ, ਆਪਣੇ ਬੱਚਿਆਂ ਵੱਲ, ਇਹ ਬਿਮਾਰੀ ਤੁਹਾਡੀ ਹੈ। ਤੇ ਜਿਹੜੇ ਬੱਚੇ ਨਹੀਂ ਇੱਕ ਆਪਣੇ ਕੰਮ ਨੂੰ ਛੱਡ, ਤੁਸੀਂ ਇਹ ਨਹੀਂ ਛੱਡ ਸਕਦੇ ਕਿ ਆਪਣੇ ਬੱਚੇ ਵੱਲ ਦੇਖਣਾ ਬੰਦ ਕਰ ਦਿਓ। ਤੁਸੀਂ ਬੱਚੇ ਨੂੰ ਆਪਣੀਆਂ ਸੋਚਾਂ 'ਚੋਂ ਕਿਵੇਂ ਕੱਢੋਗੇ? ਸੋਚਾਂ ਦਾ ਕੱਢਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਪਿਆਰ ਨਹੀਂ ਕਰਦੇ, ਪਰ ਉਹ ਜਿਹੜਾ ਧਿਆਨ ਹੈ ਤੁਸੀਂ ਆਪਣਾ ਰੱਖੋਗੇ ਨਾ ਤੇ ਬੱਚੇ ਨੂੰ ਵੀ ਆਪਣਾ ਧਿਆਨ ਰੱਖਣਾ ਆ ਜਾਏਗਾ। ਜੇ ਸਾਡੇ ਘਰ 'ਚ ਹੁੰਦਾ ਨਾ ਕਿ ਅਸੀਂ ਆਪਣਾ ਧਿਆਨ ਰੱਖੀਏ ਤੇ ਬੱਚੇ ਤੇ ਸਿਰਫ ਉਹਨੂੰ ਗਾਈਡੈਂਸ ਦਈਏ, ਉਹਨੂੰ ਆਪਣੀ ਮਰਜ਼ੀ ਨਾਲ ਨਾ ਚੱਲੀਏ। ਹੁਣ ਜਿਹੜਾ ਬੱਚਾ ਜਿਹੜੇ ਘਰ ਦੇ ਵਿੱਚ ਡਰ ਰਹੇਗਾ ਨਾ, ਇਹ ਡਰ ਜਿਹੜਾ ਹੈ ਇਹ ਸਭ ਤੋਂ ਵੱਡਾ ਕੰਟਰੋਲਿੰਗ ਮੈਕੈਨਿਜ਼ਮ ਹੈ। ਜੇ ਤੁਸੀਂ ਆਪਣੇ ਬੱਚੇ ਨੂੰ ਡਰ ਦੇ ਨਾਲ ਪਾਲ ਰਹੇ ਹੋ ਨਾ, ਇਹਦਾ ਮਤਲਬ ਹੈ ਕਿ ਤੁਸੀਂ ਉਸ ਬੱਚੇ ਨੂੰ ਕੰਟਰੋਲ ਕਰ ਰਹੇ ਹੋ। ਉਹ ਬੱਚਾ ਤੁਹਾਡੇ ਕੋਲ ਕਦੀ ਰਹਿਣਾ ਪਸੰਦ ਨਹੀਂ ਕਰੇਗਾ। ਇਹ ਗੱਲ ਥੋੜ੍ਹੀ ਜਿਹੀ ਧਿਆਨ ਨਾਲ ਸੁਣਨਾ ਕਿ ਜੇ ਤੁਸੀਂ ਬੱਚੇ ਦੀ ਪਾਲਣ ਪੋਸ਼ਣ ਡਰ ਦੇ ਅੰਦਰ ਕਰ ਰਹੇ ਹੋ, ਇਹਦਾ ਮਤਲਬ ਪਿਆਰ ਨਹੀਂ ਹੈਗਾ। ਪਿਆਰ ਤੇ ਡਰ ਦੋਵੇਂ ਇਕੱਠੇ ਨਹੀਂ ਆ ਸਕਦੇ। ਡਰ ਦਾ ਆਪੋਜ਼ਿਟ ਦਲੇਰੀ ਨਹੀਂ ਹੁੰਦਾ, ਡਰ ਦਾ ਆਪੋਜ਼ਿਟ ਪਿਆਰ ਹੁੰਦਾ। ਹੁਣ ਜਿਸ ਘਰ ਦੇ ਵਿੱਚ ਡਰ ਦੇ ਅੰਦਰ ਬੱਚੇ ਨੂੰ ਪਾਲਿਆ ਜਾ ਰਿਹਾ ਨਾ, ਕਿੱਥੇ ਚੱਲਿਆ, ਕਿੱਥੇ ਨਾ ਚੱਲੀ, ਸੜਕ ਨਾ ਕ੍ਰਾਸ ਕਰੀ, ਸਾਈਕਲ 'ਤੇ ਨਾ ਚੜੀ, ਇਹ ਨਾ ਕਰੀ, ਸੱਟ ਵੱਜ ਜਾਏਗੀ, ਆਹ ਨਹੀਂ ਕਰਨਾ, ਇੱਥੇ ਨਾ ਜਾਈ, ਇਹਦਾ ਮਤਲਬ ਹੈ ਉਹ ਬੱਚਾ ਤੁਹਾਨੂੰ ਡਿਸਲਾਈਕ ਕਰੇਗਾ ਕਿਉਂਕਿ ਬੱਚੇ ਨੂੰ ਇਹ ਨਹੀਂ ਪਤਾ। ਇਹਦਾ ਮਤਲਬ ਤੁਸੀਂ ਬੱਚੇ ਨੂੰ ਪਿਆਰ ਨਾਲ ਨਹੀਂ ਗੱਲ ਕਰ ਪਾਏ। ਹੁਣ ਬੱਚਾ ਜਿਹੜਾ ਹੈ ਉਸ ਜਗ੍ਹਾ 'ਤੇ ਝੁਕਾਓ ਕਰੇਗਾ ਜਿੱਥੇ ਉਹਨੂੰ ਪਿਆਰ ਮਿਲੇਗਾ, ਜਿੱਥੇ ਉਹਨੂੰ ਪਿਆਰ ਮਿਲੇਗਾ। ਜੇ ਉਹਨੂੰ ਬਾਹਰੋਂ ਕੋਈ ਅਪਰੂਵਲ ਮਿਲੇਗੀ, ਅਸੀਂ ਬੱਚੇ ਨੂੰ ਇੰਨਾ ਆਪਣੇ ਡਰ ਕਰਕੇ, ਹੈ ਸਾਡਾ ਸੈਲਫਿਸ਼ ਮੋਟਿਵ ਹੈ ਕਿ ਬੱਚੇ ਨੂੰ ਕਿਤੇ ਕੋਈ ਨੁਕਸਾਨ ਨਾ ਹੋ ਜੇ, ਐਂਡ ਜਿਹੜੇ ਡਰ ਤੋਂ ਅਸੀਂ ਡਰਦੇ ਹਾਂ ਉਹ ਜ਼ਰੂਰ ਹੁੰਦੀ ਚੀਜ਼। ਪਹੁੰਚ ਗਿਆ, ਚੱਲ ਪਿਆ, ਇੱਥੇ ਹੈ, ਸਾਡਾ ਧਿਆਨ ਹੀ ਸਾਰਾ ਦਿਨ ਬੱਚੇ ਦੇ ਵਿੱਚ ਰਹਿੰਦਾ। ਹੁਣ ਤੁਸੀਂ ਇਹ ਕਹਿੰਦੇ ਹੋ ਕਿ ਬੱਚਾ ਬੈਡ ਕੰਪਨੀ 'ਚ ਕਿਉਂ ਜਾਂਦਾ? ਬੈਡ ਕੰਪਨੀ 'ਚੋਂ ਇਸ ਕਰਕੇ ਜਾਂਦਾ ਕਿਉਂਕਿ ਉਹਨੂੰ ਘਰ ਦਾ ਐਟਮੋਸਫੀਅਰ ਜਿਹੜਾ ਉਹ ਸਫੋਕੇਟਿੰਗ ਲੱਗਦਾ, ਇੱਥੇ ਉਹਦਾ ਸਾਹ ਘੁੱਟਦਾ। ਉਹ ਫਿਰ ਜਦੋਂ ਘਰੋਂ ਬਾਹਰ ਜਾਂਦਾ ਤੇ ਉਹਨੂੰ ਲੱਗਦਾ ਹਾਂ ਸਾਹ ਆਇਆ, ਪਹਿਲੀ ਵਾਰੀ ਸਾਹ ਆਇਆ। ਫਿਰ ਜਦੋਂ ਉਹਨਾਂ ਬੱਚਿਆਂ ਕੋਲ ਜਾਂਦਾ ਜਿਹੜੇ ਕਿ ਘਰੋਂ ਨਿਕਲੇ ਹੋਏ ਆ, ਉਹਨਾਂ ਬੱਚਿਆਂ ਦੇ ਵਿੱਚ ਬੜੀ ਰਿਸਪੈਕਟ ਤੇ ਅਪਰੂਵਲ ਮਿਲਦੀ ਹੈ, ਉੱਥੇ ਹੱਲਾਸ਼ੇਰੀ ਮਿਲਦੀ ਹੈ। ਘਰ ਦੇ ਵਿੱਚ ਨੁਕਤਾਚੀਨੀ ਹੋ ਰਹੀ ਹੈ, ਉੱਥੇ ਹੱਲਾਸ਼ੇਰੀ ਮਿਲਦੀ ਹੈ। ਬੱਚਾ ਆਪਣੇ ਆਪ ਉੱਥੋਂ ਨਿਕਲ ਕੇ ਉਸ ਐਟਮੋਸਫੀਅਰ 'ਚ ਜਾਏਗਾ ਜਿੱਥੇ ਅਪਰੂਵਲ ਮਿਲੇਗੀ, ਭਾਵੇਂ ਉਹ ਗਲਤ ਕੰਮ ਕਰ ਰਿਹਾ, ਭਾਵੇਂ ਠੀਕ ਕਰ ਰਿਹਾ। ਹੁਣ ਬ੍ਰੇਨ ਵੀ ਇਹੋ ਜਿਹੀ ਚੀਜ਼ ਹੈ, ਬ੍ਰੇਨ ਨੂੰ ਨਹੀਂ ਪਤਾ ਗਲਤ ਕੀ ਹੈ ਠੀਕ ਕੀ ਹੈ, ਪਰ ਮਾਈਂਡ ਉਹਨੂੰ ਜਿਹੜਾ ਕੰਮ ਕਰਾਏਗਾ ਨਾ,
40 ਵਾਰੀ 50 ਵਾਰੀ ਜਿਹੜਾ ਕੰਮ ਕਰੇਗਾ ਬ੍ਰੇਨ ਨੇ ਕਹਿਣਾ ਓਕੇ ਹੈ, ਇਟਸ ਓਕੇ। ਬ੍ਰੇਨ ਕਹੇਗਾ ਹੁਣ ਤੂੰ ਬਾਕੀ ਕੋਈ ਨਵਾਂ ਕੰਮ ਕਰ, ਇਹ ਕੰਮ ਹੁਣ ਮੈਂ ਕਰ ਲੂੰਗਾ। ਹੁਣ ਸਾਡੇ ਪੇਸ਼ੈਂਟਸ ਦਾ ਬ੍ਰੇਨ ਇਸ ਤਰ੍ਹਾਂ ਦਾ ਬਣਿਆ ਹੋਇਆ ਜਿਹੜਾ ਉਹਨੇ ਆਟੋਮੈਟਿਕ ਮੋਡ 'ਤੇ ਲਾ ਦਿੱਤਾ। ਉਹਨੂੰ ਆਟੋਮੈਟਿਕ ਮੋਡ ਹੈਗਾ ਕਿ ਜਦੋਂ ਉਹਨੂੰ ਬੇਚੈਨੀ ਹੁੰਦੀ ਹੈ, ਜਦੋਂ ਉਹਨੂੰ ਉਦਾਸੀ ਹੁੰਦੀ ਹੈ, ਉਹਨੂੰ ਦੁਨੀਆ ਦੇ ਵਿੱਚ ਤੁਸੀਂ ਨਜ਼ਰ ਨਹੀਂ ਆਉਂਦੇ ਪਏ, ਉਹਨੂੰ ਸਿਰਫ ਨਸ਼ਾ ਨਜ਼ਰ ਆਉਂਦਾ ਪਿਆ। ਜੇ ਤੁਸੀਂ ਨਜ਼ਰ ਵੀ ਆਉਂਦੇ ਪਏ ਹੋ ਤਾਂ ਸਿਰਫ ਪੈਸੇ ਕਰਕੇ, ਪ੍ਰੋਟੈਕਸ਼ਨ ਕਰਕੇ, ਘਰ ਕਰਕੇ, ਬਾਕੀ ਉਹਨੂੰ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤਾਂ ਹੀ ਬੱਚੇ ਘਰੋਂ ਛੱਡ ਕੇ ਚਲ ਜਾਂਦੇ ਹੈ, ਰਨ ਅਵੇ ਹੋ ਜਾਂਦੇ ਅਤੇ ਕਿੰਨੇ ਦਿਨ ਘਰੋਂ ਬਾਹਰ ਰਹਿੰਦੇ ਹੈ। ਜਿੰਨੀ ਦੇਰ ਤੱਕ ਸਾਨੂੰ ਇਹ ਨੁਕਤਾਚੀਨੀ, ਬੇਇੱਜ਼ਤੀ, ਗੁੱਸੇ ਰਹਿਣਾ ਅਤੇ ਐਵੇਂ ਹੀ ਆਪਣੇ ਆਪ ਨੂੰ ਡਿਫੈਂਡ ਕਰਦੇ ਰਹਿਣਾ, ਤੇਰੇ ਵਾਸਤੇ ਮੈਂ ਕੀਤਾ ਸੀ, ਜੋ ਤੂੰ ਜੰਮਿਆ ਸੀ ਤੇਰੇ ਵਾਸਤੇ ਆਹ ਕੀਤਾ ਸੀ, ਤੇਰੀਆਂ ਫੀਸਾਂ ਭਰੀਆਂ, ਤੇਰਾ ਇਹ ਕੀਤਾ, ਇਹਦਾ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਸਭ ਕੁਝ ਅਸੀਂ ਆਪਣੇ ਵਾਸਤੇ ਕੀਤਾ, ਆਪਣੀ ਲੋੜ ਨੂੰ ਕੀਤਾ। ਅੱਜ ਹੁਣ ਜੇ ਤੁਸੀਂ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ, ਇਹ ਆਪਣੀ ਲੋੜ ਨੂੰ ਚੇਂਜ ਕਰਨਾ ਬੱਚੇ ਵਾਸਤੇ ਨਾ ਸੋਚੋ, ਕੋਈ ਆਸਾਨ ਨਹੀਂ ਕਰਦੇ ਪਏ। ਜੇ ਤੁਸੀਂ ਬਿਮਾਰ ਹੋਗੇ ਤੁਹਾਡੀ ਵੀ ਕੋਈ ਕੇਅਰ ਕਰ ਰਿਹਾ ਹੋਏਗਾ। ਜੇ ਕੱਲ੍ਹ ਨੂੰ ਕੋਈ ਤੁਹਾਨੂੰ ਪ੍ਰੋਬਲਮ ਆਏਗੀ ਜਾਂ ਮੈਨੂੰ ਪ੍ਰੋਬਲਮ ਆਏਗੀ, ਕੋਈ ਨਾ ਕੋਈ ਬੰਦਾ ਜ਼ਰੂਰ ਹੋਏਗਾ ਜਿਹੜਾ ਤੁਹਾਡੇ 'ਤੇ ਇਨਵੈਸਟ ਕਰ ਰਿਹਾ ਹੋਏਗਾ। ਸੋ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਚੀਜ਼ ਨੂੰ ਅਸੀਂ ਕਿਸ ਵੇਲੇ ਹੰਡਾਉਂਦੇ ਹਾਂ। ਹੁਣ ਸਾਡੇ ਕੋਲ ਉੱਥੇ ਇੱਕ ਬੱਚਾ ਹੈਗਾ ਜਿਹੜਾ ਹੈਡ ਇੰਜਰੀ ਨਾਲ ਸਾਡੇ ਕੋਲ ਆਇਆ ਸੀਗਾ। ਉਹਨੇ ਡਰੱਗਸ ਦੇ ਥੱਲੇ ਹੈਡ ਇੰਜਰੀ ਰਹੀ, ਉਹ ਇੱਥੇ ਸਾਡੇ ਕੋਲ 2-3 ਵਾਰੀ ਦਾਖਲ ਹੋਇਆ। ਸਾਨੂੰ ਆਸ ਨਹੀਂ ਸੀ ਵੀ ਉਹ ਠੀਕ ਹੋ ਜਾਏਗਾ। ਉਹ ਬੱਚਾ ਇੰਨਾ ਠੀਕ ਹੋ ਗਿਆ ਕਿ ਉਹਦੇ ਫਾਦਰ ਨੂੰ ਸ਼ਰਾਬ ਪੀ ਕੇ ਹੈਡ ਇੰਜਰੀ ਹੋਈ। ਉਹ ਉੱਥੋਂ ਗੰਗਾ ਨਗਰ ਤੋਂ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਹੈ ਹਾਂ ਲੋਕਲ ਬੱਸ 'ਚ ਇੱਥੇ ਲੈ ਕੇ ਆਏ ਹੈ। ਉਹ ਕਹਿੰਦੇ ਆ ਹੈਡ ਇੰਜਰੀ ਦਾ ਇਲਾਜ ਅਸੀਂ ਤੁਹਾਡੇ ਕੋਲੋਂ ਹੀ ਕਰਾਉਣਾ। ਹੁਣ ਬੱਚਾ ਆਪਣੇ ਫਾਦਰ ਦੀ ਕੇਅਰ ਕਰ ਰਿਹਾ, ਉਸ ਤਰ੍ਹਾਂ ਹੀ ਕੇਅਰ ਕਰ ਰਿਹਾ ਜਿਸ ਤਰ੍ਹਾਂ ਇੱਕ ਦਿਨ ਫਾਦਰ ਆਪਣੇ ਬੱਚੇ ਦੀ ਕਰ ਰਿਹਾ ਸੀ। ਉਹ ਦਿਨ ਰਾਤ ਬੱਚਾ ਸਾਰੇ ਬੋਲ ਰਹੇ ਆ ਕਿ ਬ੍ਰੇਨ ਕੰਮ ਨਹੀਂ ਕਰ ਰਿਹਾ ਸੀ, ਉਹਦਾ ਬ੍ਰੇਨ ਕੰਮ ਨਹੀਂ ਸੀ ਕਰ ਰਿਹਾ ਜਦੋਂ ਆਇਆ ਸੀ। ਬਿਲਕੁਲ ਜ਼ੀਰੋ ਸੀ। ਜਿੰਨੀਆਂ ਹੈਲੂਸੀਨੇਸ਼ਨ, ਜਿੰਨੀਆਂ ਗੱਲਾਂ, ਜਿੰਨਾ ਗੁੱਸਾ, ਜਿੰਨੀ ਜ਼ਿੱਦ ਸੀ, ਸਾਰੀ ਉਹਦੇ 'ਚ ਵੀ ਸੀ। ਔਰ ਅੱਜ ਉਹ ਇੰਨੀ ਸ਼ਾਂਤੀ ਦੇ ਨਾਲ ਡਾਕਟਰ ਸਾਹਿਬ ਰੋਜ਼ ਉਹਨੂੰ ਐਪਰੀਸ਼ੀਏਟ ਕਰਦੇ ਆ, ਰੋਜ਼ ਐਪਰੀਸ਼ੀਏਟ ਕਰਦੇ ਆ ਕਿ ਕਿੰਨੇ ਆਰਾਮ ਨਾਲ ਉਹ ਆਪਣੇ ਉਹਦੀ ਫਾਦਰ 'ਚੋਂ ਸਾਰੀ ਜ਼ਿੱਦ ਹੈ, ਉਹ ਗੁੱਸਾ ਹੈ, ਨੈਗੇਟਿਵ ਥਾਟਸ ਹੈ। ਅੱਜ ਫਾਦਰ ਉਹੀ ਕਹਿੰਦਾ ਪਿਆ ਛੁੱਟੀ ਦਵਾਓ, ਸਭ ਕੁਝ ਫਾਦਰ ਤੇ ਬੇਟਾ ਕਹਿੰਦਾ ਪਿਆ ਨਹੀਂ ਹਾਲੇ ਨਹੀਂ, ਜਿੰਨੀ ਦੇਰ ਤੱਕ ਮੇਰੇ ਪਾਪਾ ਠੀਕ ਨਹੀਂ ਹੁੰਦੇ। ਇਹ ਮਤਲਬ ਇਹ ਨਾ ਸੋਚੋ ਕਿ ਵੀ ਤੁਸੀਂ ਹਮੇਸ਼ਾ ਇਹ ਹੁੰਦੇ ਆ ਜਿਹੜੇ ਪੇਸ਼ੈਂਟ ਹੁੰਦੇ ਨਾ, ਜਦੋਂ ਇਹਨਾਂ ਜ਼ਿੰਮੇਵਾਰੀਆਂ ਚੁੱਕਣੀਆਂ ਆ ਜਾਂਦੀਆਂ ਨਾ, ਇੱਕ ਵਾਰੀ ਹਾਲੇ ਨਹੀਂ ਆਉਂਦੀਆਂ ਉਹਨਾਂ ਨੂੰ, ਜਦੋਂ ਜ਼ਿੰਮੇਵਾਰੀਆਂ ਚੁੱਕਣੀਆਂ ਆ ਜਾਣਗੀਆਂ ਨਾ, ਜਦੋਂ ਤੁਸੀਂ ਇਹਨਾਂ ਨੂੰ ਪਰ ਇਹ ਜੇ ਤੁਸੀਂ ਉਸ ਪ੍ਰੋਸੈਸ 'ਚੋਂ ਲੰਘਣ ਦਿਓਗੇ, ਪਰ ਜੇ ਤੁਸੀਂ ਉਸ ਪ੍ਰੋਸੈਸ ਆਫ ਰਿਕਵਰੀ 'ਚੋਂ ਨਾ ਲੰਘਣ ਦਿੱਤਾ, ਵਿੱਚੇ ਹੀ ਕਿਤੇ ਆਪਣੀ ਮਰਜ਼ੀ ਕਰਕੇ ਬੱਚੇ ਨੂੰ ਉਠਾ ਕੇ ਲੈ ਗਏ, ਇਹਦਾ ਮਤਲਬ ਤੁਸੀਂ ਬੱਚੇ ਦੇ ਨਾਲ ਕੋਈ ਬਹੁਤ ਭਲੇ ਵਾਲਾ ਕੰਮ ਨਹੀਂ ਕੀਤਾ। ਆਪਣੀਆਂ ਨੀਡਸ ਵਾਸਤੇ ਬੱਚੇ ਨੂੰ ਕੋਈ ਵੀ ਕੰਮ ਨਾ ਕਰਾਓ। ਇਹ ਪਤਾ ਲੱਗਣ ਦਿਓ ਕਿ ਬੱਚਾ ਆਪਣੀ ਨੀਡਸ ਵਾਸਤੇ ਕੰਮ ਕਰੇ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੱਚੇ ਵੀ ਉਹਨਾਂ ਨੂੰ ਮੈਸੇਜ ਆਪਣੇ ਬੱਚਿਆਂ ਨੂੰ ਇਹ ਦੇਣ ਕਿ ਜ਼ਿੰਦਗੀ ਆਪਣੇ ਵਾਸਤੇ ਜੀਵਾਂਗੇ, ਇਹ ਦੂਜਿਆਂ ਦਾ ਭਲਾ ਉਹਦੇ ਨਾਲ ਹੀ ਹੋ ਜਾਏਗਾ। ਹੁਣ ਤੁਹਾਨੂੰ ਕੀ ਆਉਣਾ ਚਾਹੀਦਾ? ਅਸਰਟਿਵ ਅਤੇ ਸੱਚੀ ਖਰੀ ਇਮਾਨਦਾਰ ਗੱਲ ਕਰਨੀ ਕਿ ਪੇਸ਼ੈਂਟ ਬੇਟੇ ਤੇਰਾ ਦਿਮਾਗ ਠੀਕ ਨਹੀਂ ਹੈ, ਸਾਡੇ ਕੋਲੋਂ ਅੱਗੇ 10 ਸਾਲ ਪਿੱਛੇ ਰਹਿ ਗਏ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਜ਼ਿੰਦਗੀ 'ਚ ਬਾਕੀ ਦੀਆਂ ਚੀਜ਼ਾਂ ਕਿਸੇ ਕੰਮ ਨਹੀਂ ਆਉਣੀਆਂ, ਸਾਡੇ ਵਾਸਤੇ ਜੇ ਵੀ ਸਭ ਕੁਝ ਇੰਪੋਰਟੈਂਟ ਤੂੰ ਹੈ, ਅਸੀਂ ਤੇਰਾ ਪੂਰਾ ਇਲਾਜ ਕਰਨਾ ਚਾਹੁੰਦੇ ਹਾਂ, ਉਹਦੇ ਵਿੱਚ ਅਸੀਂ ਆਪਣੇ ਘਰ ਦਾ ਐਟਮੋਸਫੀਅਰ ਚੇਂਜ ਕਰ ਰਹੇ ਹਾਂ। ਜੇ ਤੂੰ ਇੱਥੇ ਇਲਾਜ ਕਰਾ ਰਹੇ ਹਾਂ, ਅਸੀਂ ਘਰ ਆਪਣੇ 'ਤੇ ਕੰਮ ਕਰ ਰਹੇ ਹਾਂ। ਸਾਡੇ ਘਰਾਂ ਦੇ ਵਿੱਚ ਜਾਂ ਵਾਇਲੈਂਸ ਹੁੰਦੀ ਜਾਂ ਸਾਇਲੈਂਸ ਹੁੰਦੀ ਹੈ, ਨਾ ਅਸੀਂ ਵਾਇਲੈਂਟ ਹੋਈਏ, ਨਾ ਅਸੀਂ ਗਾਲਾਂ ਗਲੇ ਪੈਣਾ, ਕੁੱਟਮਾਰ ਕਰਨੀ ਜਾਂ ਕਿਸੇ ਨੂੰ ਟਿਚਕਰ ਕਰਨੀ, ਇਹਨਾਂ ਚੀਜ਼ਾਂ 'ਚ ਨਾ ਪਈਏ। ਸਟ੍ਰੇਟ ਫਾਰਵਰਡ ਟਾਕ ਕਰੀਏ, ਸਟ੍ਰੇਟ ਫਾਰਵਰਡ, ਅਤੇ ਨਾ ਅਸੀਂ ਡੋਨ ਵੱਟਾ ਬਣ ਕੇ ਬਹਿ ਜਾਈਏ ਅਤੇ 15 ਦਿਨ ਕਿਸੇ ਨਾਲ ਗੱਲ ਹੀ ਨਾ ਕਰੀਏ, ਗੁੱਸੇ ਹੋ ਕੇ ਬੈਠੇ ਰਹੀਏ। ਇਹਨਾਂ ਦੋਵਾਂ ਦੇ ਵਿਚਕਾਰ ਇੱਕ ਗੱਲ ਹੁੰਦੀ ਹੈ ਜਿਹਨੂੰ ਕਹਿੰਦੇ ਅਸਰਟਿਵ ਟਾਕ। ਅਸਰਟਿਵ ਟਾਕ ਤਾਂ ਹੁੰਦਾ ਕਿ ਤੁਸੀਂ ਡਰਦੇ ਨਹੀਂ ਹੋ ਕੁਛ ਕਹਿਣ ਲੱਗਿਆ, ਸਿੱਧੀ ਅਤੇ ਸੱਚੀ ਖਰੀ ਗੱਲ ਕਹਿੰਦੇ ਹੋ ਕਿ ਤੂੰ ਕਾਕਾ ਹੈਗਾ ਬਿਮਾਰ, ਅਸੀਂ ਤੇਰੇ ਨਾਲ ਲੱਗੇ ਹੋਏ ਹਾਂ, ਤੇਰੇ ਕਰਕੇ ਅਸੀਂ ਇਹ ਵੀ ਕਰਦੇ ਪਏ ਹਾਂ ਕਿ ਅਸੀਂ ਆਪਣੇ 'ਤੇ ਕੰਮ ਕਰਦੇ ਪਏ ਹਾਂ। ਜਦੋਂ ਬੱਚਾ ਤੁਹਾਡੇ ਅੰਦਰ ਅਬਜ਼ਰਵ ਕਰੇਗਾ ਨਾ ਕਿ ਮਾਂ ਪਿਓ ਚੇਂਜ ਹੋ ਗਏ ਆ, ਘਰ ਦਾ ਐਟਮੋਸਫੀਅਰ ਚੇਂਜ ਹੋ ਗਿਆ, ਬੱਚੇ ਨੂੰ ਬੜੀ ਇਨਕਰੇਜਮੈਂਟ ਮਿਲੇਗੀ ਕਿ ਮੈਨੂੰ ਛੱਡਿਆ ਨਹੀਂ ਹੋਇਆ, ਮੈਨੂੰ ਅਬੈਂਡਨ ਨਹੀਂ ਕੀਤਾ ਹੋਇਆ, ਮੈਨੂੰ ਇਹਨਾਂ ਨੇ ਰਿਜੈਕਟ ਨਹੀਂ ਕੀਤਾ, ਮੇਰੀ ਘਰ ਦੇ ਵਿੱਚ ਉਨੀ ਰਿਸਪੈਕਟ ਹੈ ਜਿਸ ਤਰ੍ਹਾਂ ਕਿ ਦੂਸਰੇ ਭਰਾ ਦੀ ਹੈ, ਜਿਸ ਤਰ੍ਹਾਂ ਫਾਦਰ ਦੀ ਹੈ, ਜਿਸ ਤਰ੍ਹਾਂ ਮਦਰ ਦੀ ਹੈ। ਤਾਂ ਇਹ ਬਿਮਾਰੀ ਜਿਹੜੀ ਹੈ ਠੀਕ ਹੋਣ ਵਾਲੇ ਪਾਸੇ ਜਾਏਗੀ।